ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਔਰ ਜਦੋਂ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਤਾਕੀਦ ਕਰਦੇ ਆ ਕਿ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਫੀਡਬੈਕ ਦਿਆ ਕਰੋ, ਆਪਣੇ ਸੁਝਾਅ ਦਿਆ ਕਰੋ, ਵਿਸ਼ੇ ਸੁਜੈਸਟ ਕਰਿਆ ਕਰੋ ਕਿ ਇਸ ਵਿਸ਼ੇ ਦੇ ਇਸ ਟੌਪਿਕ ਤੇ ਅਸੀਂ ਕੰਮ ਕਰੀਏ। ਅੱਜ ਤੁਹਾਡੇ ਵੱਲੋਂ ਹੀ ਦਿੱਤਾ ਗਿਆ ਇੱਕ ਵਿਸ਼ਾ ਜੋ ਕਿ ਦਰਸ਼ਕਾਂ ਵੱਲੋਂ ਹੀ ਪਿਛਲੇ ਦਿਨੀ ਸਾਨੂੰ ਜੋ ਇੱਕ ਕਾਲ ਕਹਿ ਲਓ ਮੈਸੇਜ ਕਹਿ ਲਓ ਜ਼ਰੀਏ ਸਾਨੂੰ ਪ੍ਰਾਪਤ ਹੋਇਆ ਸੀ, ਉਸ ਵਿਸ਼ੇ ਉੱਪਰ ਅਸੀਂ ਅੱਜ ਕੰਮ ਕਰ ਰਹੇ ਹਾਂ। ਅਨਾਉਂਸ ਮੈਂ ਕਰਦਾ ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਤੁਸੀਂ ਸਿੱਧਾ ਪ੍ਰਸਾਰਣ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਬਾਈ ਚਾਂਸ ਕਿਤੇ ਤੁਸੀਂ ਘਰ ਦੇ ਵਿੱਚ ਨਹੀਂ ਆ ਤਾਂ ਤੁਸੀਂ ਆਸੇ-ਪਾਸੇ ਬੈਠੇ ਤੁਸੀਂ ਫੇਸਬੁੱਕ ਦੇ ਉੱਪਰ ਵੀ ਇਸ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਆ। ਉਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਫੇਸਬੁੱਕ ਦੇ ਉੱਪਰ ਤੁਸੀਂ ਸਰਚ ਕਰੋ, ਸਰਚ ਬਾਰ ਦੇ ਵਿੱਚ ਜਾ ਕੇ ਵਿਜ਼ਨ ਪੰਜਾਬ ਟੀਵੀ ਕੈਨੇਡਾ ਸਰਚ ਕਰੋਗੇ, ਉਹਦੇ ਉੱਪਰ ਜਿਹੜਾ ਪਹਿਲਾ ਜਿਹੜਾ ਲੋਗੋ ਸਾਡਾ ਵਿਜ਼ਨ ਪੰਜਾਬ ਦਾ ਉਹਦੇ ਉੱਪਰ ਟੱਚ ਕਰਕੇ ਜਿੰਨੇ ਸਾਡੇ ਪ੍ਰੋਗਰਾਮ ਸਾਰੇ ਦੇ ਸਾਰੇ ਉਹਦੇ ਉੱਪਰ ਪਏ ਨੇ ਔਰ ਜਿਹੜਾ ਤੁਸੀਂ ਸਕਰੋਲ ਕਰੋਗੇ ਤਾਂ ਥੱਲੇ ਜਿਹੜਾ ਲਾਈਵ ਪ੍ਰੋਗਰਾਮ ਚੱਲ ਰਿਹਾ ਵਿਜ਼ਨ ਪ੍ਰਾਈਮ ਟਾਈਮ ਉਹ ਤੁਹਾਨੂੰ ਮਿਲੇਗਾ ਲਿੰਕ, ਉਹਦੇ ਉੱਪਰ ਤੁਸੀਂ ਕਲਿੱਕ ਕਰਕੇ ਪ੍ਰੋਗਰਾਮ ਦੇਖ ਸਕਦੇ ਹੋ। ਔਰ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਜੇ ਵੀ ਕੋਈ ਤੁਸੀਂ ਗੱਲਬਾਤ ਕਰਨੀ ਚਾਹੁੰਦੇ 905 790 9099 ਸਟੂਡੀਓ ਦਾ ਨੰਬਰ ਹੈ। ਔਰ ਜੋ ਵਿਸ਼ੇ ਮਾਫ ਕਰਨਾ ਜੋ ਵਿਸ਼ੇ ਦੀ ਗੱਲ ਮੈਂ ਕਰ ਰਿਹਾ ਕਿ ਤੁਹਾਡੇ ਵੱਲੋਂ ਸੁਜੈਸਟ ਕੀਤੇ ਜਾਂਦੇ ਆ ਉਸੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ। ਸੋ ਬੜਾ ਗੰਭੀਰ ਵਿਸ਼ਾ ਅੱਜ ਜੋ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਬੜਾ ਗੰਭੀਰ ਔਰ ਇੱਕ ਸਮੱਸਿਆ ਜਿਹਨੂੰ ਕਹਿੰਦੇ ਆ ਕਿ ਪਹਾੜ ਜਿੱਡੀ ਸਮੱਸਿਆ ਬਣੀ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜਾਂ ਆਪਣੇ ਬੱਚਿਆਂ ਨੂੰ ਅਸੀਂ ਕੀ ਦੇਵਾਂਗੇ। ਇੱਕ ਖਾਸ ਕਿਸਮ ਦੀ ਜੇ ਵਿਰਾਸਤ ਦੀ ਗੱਲ ਕਰੀਏ ਤਾਂ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਜਾਂ ਵਿਰਾਸਤ ਕੀ ਦੇਵਾਂਗੇ। ਸੋ ਜੋ ਵਿਸ਼ਾ ਹੈ ਉਹ ਹੈ ਕਿ ਵਿਆਹੁਤਾ ਵਾਧੂ ਸੰਬੰਧ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬੋਲਦੇ ਹਾਂ ਐਕਸਟਰਾ ਮੈਰਿਟਲ ਅਫੇਅਰ। ਵਿਆਹ ਤੋਂ ਬਾਅਦ ਜਦੋਂ ਪਤੀ ਜਾਂ ਪਤਨੀ ਦੇ ਹੁੰਦੇ ਹੋਏ, ਜ਼ਰੂਰੀ ਨਹੀਂ ਕਿ ਮਰਦ ਹੀ ਜਾਂ ਔਰਤ ਹੀ ਇਹ ਵਿਆਹੁਤਾ ਜਿਹੜੇ ਵਾਧੂ ਸੰਬੰਧ ਬਣਾਉਂਦੇ ਐਕਸਟਰਾ ਮੈਰਿਟਲ ਅਫੇਅਰ ਬਣਾਉਂਦੇ ਆ, ਇਹ ਦੋਨਾਂ ਕਿਸਮਾਂ ਦੇ ਵਿੱਚ ਜਾਂ ਦੋਨੇ ਪਾਸੇ ਇਹ ਹੋ ਸਕਦਾ ਹੈ। ਲੇਕਿਨ ਵਿਆਹ ਤੋਂ ਬਾਅਦ ਕੀ ਜ਼ਰੂਰਤ ਹੈ ਸਾਨੂੰ ਐਕਸਟਰਾ ਮੈਰਿਟਲ ਅਫੇਅਰ ਬਣਾਉਣ ਦੀ ਜਾਂ ਰਿਲੇਸ਼ਨਸ਼ਿਪ ਬਣਾਉਣ ਦੀ, ਕੀ ਜ਼ਰੂਰਤ ਪੈ ਜਾਂਦੀ ਹੈ? ਕੀ ਅਸੀਂ ਕਿਤੇ ਮਾਨਸਿਕ ਤੌਰ ਤੇ ਬਿਮਾਰ ਤਾਂ ਨਹੀਂ ਹੋ ਗਏ? ਕੀ ਅਸੀਂ ਇਹ ਤਾਂ ਨਹੀਂ ਸੋਚਦੇ ਕਿ ਐਕਸਟਰਾ ਜਿਹੜਾ ਮੈਰਿਟਲ ਅਫੇਅਰ ਹੈ ਜਾਂ ਮੇਰੇ ਰਿਲੇਸ਼ਨਸ਼ਿਪ ਬਾਹਰ ਨਹੀਂ ਬਣੇ ਹੋਣਗੇ ਤਾਂ ਸ਼ਾਇਦ ਜਿਹੜਾ ਹੈ ਉਹ ਮੇਰਾ ਸਟੇਟਸ ਸਿੰਬਲ ਹੈ ਉਹ ਕਾਇਮ ਨਹੀਂ ਰਹਿਣਾ। ਕਿਉਂਕਿ ਕਈ ਵਾਰੀ ਆਪਾਂ ਗਰੁੱਪ ਦੇ ਵਿੱਚ ਬੈਠਦੇ ਹਾਂ, ਆਪਣੇ ਦੋਸਤਾਂ ਮਿੱਤਰਾਂ ਦੀ ਮਹਿਫਿਲ 'ਚ ਬੈਠਦੇ ਹਾਂ ਤਾਂ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਛਿੜ ਪੈਂਦੀਆਂ ਕਿ ਫਲਾਨਾ ਫਲਾਨੇ ਦੇ ਨਾਲ, ਫਲਾਨਾ ਫਲਾਨੇ ਦੇ ਨਾਲ। ਉਹ ਇਸੇ ਕਰਕੇ ਕਈ ਵਾਰੀ ਅਸੀਂ ਇਸ ਨੂੰ ਸਟੇਟਸ ਸਿੰਬਲ ਤਾਂ ਨਹੀਂ ਮੰਨ ਬੈਠੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਸਾਡਾ ਲਾਈਫ ਸਟਾਈਲ ਇਹ ਹੈ। ਫਿਰ ਤੀਜੇ ਨੰਬਰ ਤੇ ਪੁਆਇੰਟ ਆਉਂਦਾ ਹੈ ਕਿ ਘਰ ਦੇ ਵਿੱਚ ਜੇ ਅਸ਼ਾਂਤੀ ਦਾ ਮਾਹੌਲ ਹੈ, ਕਿਤੇ ਸਾਡਾ ਮਨ ਉਚਾਟ ਤਾਂ ਨਹੀਂ ਹੋਇਆ ਪਿਆ ਆਪਣੇ ਰਿਸ਼ਤੇ ਨੂੰ ਲੈ ਕੇ, ਵਿਆਹ ਨੂੰ ਹੋਏ ਨੂੰ ਜੇ ਟਾਈਮ ਹੋ ਚੁੱਕਿਆ ਜਾਂ ਕਈ ਵਾਰੀ ਅਸੀਂ ਉਚਾਟ ਹੋ ਜਾਂਦੇ ਹਾਂ, ਕਈ ਹੋਰ ਕੋਈ ਸਾਨੂੰ ਕੋਈ ਔਰਤ ਦੇ ਵਿੱਚ ਜਾਂ ਮਰਦ ਦੇ ਵਿੱਚ ਕੋਈ ਅਟਰੈਕਸ਼ਨ ਦੀ ਗੱਲ ਜਾਂ ਕੋਈ ਪ੍ਰਭਾਵਸ਼ਾਲੀ, ਚਾਹੇ ਉਹ ਕੋਈ ਡਰੈਸ ਹੋਵੇ, ਚਾਹੇ ਕੋਈ ਉਹ ਚਿਹਰਾ ਕਿਸੇ ਦਾ ਸੋਹਣਾ ਤੁਹਾਨੂੰ ਲੱਗ ਰਿਹਾ, ਕੋਈ ਉਹਦੇ ਵਿੱਚ ਕੋਈ ਕਲਾ ਜ਼ਬਰਦਸਤ ਹੈ ਉਹਦੇ ਕਰਕੇ ਲੱਗ ਰਿਹਾ, ਤਾਂ ਸਾਡਾ ਉਹਦੇ ਵੱਲ ਉਲਾਰੂ ਹੋਣਾ ਸ਼ਾਇਦ ਇਹ ਵੀ ਕਿਤੇ ਨਾ ਕਿਤੇ ਲੱਗਦਾ ਕਿ ਐਕਸਟਰਾ ਮੈਰਿਟਲ ਅਫੇਅਰ ਦੇ ਚਾਂਸਸ ਬਣ ਜਾਂਦੇ ਆ। ਅੱਜ ਜੋ ਅਸੀਂ ਇਹ ਗੰਭੀਰ ਵਿਸ਼ਾ ਤੁਹਾਡੀ ਨਜ਼ਰ ਕਰ ਰਹੇ ਹਾਂ, ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਕਾਲ ਕਰਕੇ ਸਾਨੂੰ ਜ਼ਰੂਰ ਦੱਸੋ ਤੁਹਾਡੇ ਵਿਚਾਰ ਕੀ ਨੇ। ਔਰ ਅਸੀਂ ਅੱਜ ਵਿਚਾਰ ਜੋ ਚਰਚਾ ਕਰ ਰਹੇ ਹਾਂ, ਸਾਡੇ ਨਾਲ ਮੈਡਮ ਰਸ਼ਪਾਲ ਗਿੱਲ ਆਏ ਨੇ ਜੋ ਕਿ ਪਹਿਲਾਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਔਰ ਅਜਿਹੇ ਸੋਸ਼ਲ ਜਿਹੜੇ ਵਿਸ਼ੇ ਆ, ਇਸ਼ੂ ਆ ਉਹਨਾਂ ਉੱਪਰ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਵੀ ਕਰਦੇ ਆ, ਖਾਸ ਕਰਕੇ ਬੱਚਿਆਂ ਦੇ ਰਿਲੇਟਡ ਹੋਇਆ ਜਾਂ ਸਮਾਜਿਕ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਦੇ ਸੰਬੰਧਿਤ ਉਹਨਾਂ ਉੱਪਰ ਇਹ ਕੰਮ ਕਰਦੇ ਆ ਰਹੇ ਆ। ਸੋ ਆਓ ਗੱਲ ਕਰਦੇ ਆ ਰਸ਼ਪਾਲ ਗਿੱਲ ਹੋਰਾਂ ਨਾਲ, ਐਕਸਟਰਾ ਮੈਰਿਟਲ ਅਫੇਅਰ ਕੀ ਲੋੜ ਪੈਂਦੀ ਹੈ, ਕਿਉਂ ਹੋ ਜਾਂਦਾ ਔਰ ਕਾਰਨ ਕੀ ਨੇ ਤੇ ਲੱਛਣ ਕੀ ਨੇ ਤੇ ਕਿਵੇਂ ਬਚਿਆ ਜਾ ਸਕਦਾ। ਸੋ ਤੁਸੀਂ ਕਾਲ ਕਰਨ ਦੇ ਲਈ 905 790 9099 ਫੋਨ ਨੰਬਰ ਨੋਟ ਰੱਖਿਓ ਔਰ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਪੇਸ਼ ਕਰਿਓ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਡਮ ਪ੍ਰੋਗਰਾਮ ਦੇ ਵਿੱਚ। ਹਾਂਜੀ, ਆਪਣੇ ਸਾਰੇ ਜਿਹੜੇ
ਵਿਜ਼ਨ ਪੰਜਾਬ ਦੇ ਸਾਰੇ ਹੈਗੇ ਦਰਸ਼ਕ ਆ, ਉਹਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇਹ ਬੜਾ ਜਿਹੜਾ ਸੈਂਸਿਟਿਵ ਇਸ਼ੂ ਆ, ਇਹਦੇ ਤੇ ਆਪਾਂ ਅੱਜ ਗੱਲ ਕਰ ਰਹੇ ਹੈਗੇ ਆ। ਜੀ। ਜੇ ਆਪਾਂ ਕਹੀਏ ਕਿ ਇਹਦੇ ਕਾਰਨ ਬਹੁਤ ਸਾਰੇ ਆ, ਇੱਕ ਕਾਰਨ ਨਹੀਂ ਹੈਗਾ, ਬਹੁਤ ਸਾਰੇ। ਜੇ ਆਪਾਂ ਕਹੀਏ ਕਿ ਇਹ ਕਿਹੜੇ ਕੰਟਰੀ 'ਚ ਨਹੀਂ ਹੈਗਾ, ਕਿਹੜੇ ਕਮਿਊਨਿਟੀ 'ਚ ਨਹੀਂ ਹੈਗਾ, ਇਹ ਆਲ ਓਵਰ ਇਨ ਦਾ ਵਰਲਡ ਆ, ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਆ, ਸਾਰੇ ਜਗ੍ਹਾ ਤੇ ਆ। ਠੀਕ ਆ ਕਿ ਮਰਦ ਤੇ ਔਰਤ ਦਾ ਜਿਹੜਾ ਅਟਰੈਕਸ਼ਨ ਹੋਣਾ ਸੁਭਾਵਿਕ ਹੈਗਾ ਵਾ, ਪਰ ਜਿਹੜੀਆਂ ਸਾਡੀਆਂ ਇਮੋਸ਼ਨਸ ਆ ਉਹਦੇ ਤੇ ਵੀ ਤਾਂ ਸਾਡਾ ਕੰਟਰੋਲ ਹੋਣਾ ਜ਼ਰੂਰੀ ਹੈਗਾ ਨਾ ਜੀ। ਜਿਵੇਂ ਹੁਣ ਇਹਦੇ ਕਾਰਨ ਦੇ ਵੱਲ ਆਪਾਂ ਬਹੁਤਾ ਜਾਈਏ, ਜਦੋਂ ਅਸੀਂ ਸੋਚਦੇ ਆ ਐਜ਼ ਏ ਹਿਊਮਨ ਬੀਇੰਗ ਕਿ ਜੇ ਕਈ ਵਾਰ ਅਸੀਂ ਕੀ ਕਰਦੇ ਆ ਕਿ ਬੱਚਿਆਂ ਦੀ ਮਰਜ਼ੀ ਦੇ ਅਗੇਂਸਟ, ਮੈਂ ਇੱਥੋਂ ਦੇ ਲੜਕਿਆਂ ਦੀ ਗੱਲ ਕਰਦੇ ਆ ਕਿ ਫਾਰ ਐਗਜ਼ਾਮਪਲ ਕੋਈ ਪੇਰੈਂਟਸ ਹੁੰਦੇ ਆ, ਉਹਨਾਂ ਨੇ ਕਿਤੇ ਰਸਤੇ ਦੀ ਗੱਲ ਕੀਤੀ ਹੁੰਦੀ ਆ ਕਿਤੇ ਹੋਰ ਥਾਂ ਤੇ, ਪਰ ਬੱਚਾ ਜਿਹੜਾ ਇਨਵੋਲਵਡ ਕਿਤੇ ਹੋਰ ਥਾਂ ਹੁੰਦਾ ਹੈਗਾ, ਉਹਦਾ ਫਿਰ ਉੱਥੇ ਵਿਆਹ ਕਰਿਆ ਹੁੰਦੇ ਆ ਤੇ ਮੁੜ ਕੇ ਆਣ ਕੇ ਉਹ ਉਸੇ ਜਿਹੜਾ ਰਿਲੇਸ਼ਨ ਨੂੰ ਕਾਇਮ ਰੱਖਦਾ ਤੇ ਵਿਆਹ ਦੇ ਵਿੱਚ ਵੀ ਰਹਿਣਾ ਚਾਹੁੰਦਾ ਹੈਗਾ, ਉਹ ਦੋਨਾਂ ਬੇੜੀਆਂ ਦੇ ਵਿੱਚ ਜਿਹੜਾ ਪੈਰ ਰੱਖਦਾ, ਤੇ ਉਹ ਸੰਭਾਵਨਾ ਕੀ ਹੋ ਸਕਦੀ ਹੈਗੀ ਆ, ਬਹੁਤ ਕਈ ਵਾਰੀ ਇਹਦੇ 'ਚ ਔਖਾ ਸਮਾਂ ਆ ਜਾਂਦਾ, ਕਈ ਵਾਰੀ ਬੱਚੇ ਇਨਵੋਲਵ ਹੋ ਜਾਂਦੇ ਆ, ਕਈ ਵਾਰੀ ਤੁਸੀਂ ਵੈਸੇ ਵੀ ਨਾ ਜੇ ਦੇਖਿਆ ਜਾਈਏ ਕਿ ਹਰ ਏਜ ਦੇ ਵਿੱਚ ਇਹ ਹੋ ਸਕਦਾ ਵਾ, ਪਰ ਜਿਹੜਾ ਇਹਦੇ ਕੀ ਕਹਿੰਦੇ ਨੇ ਕੰਸੀਕੁਐਂਸਿਸ ਆ ਉਹ ਇੰਨੇ ਵਧੀਆ ਨਹੀਂ ਹੋ ਸਕਦੇ ਹੈਗੇ, ਕਿਉਂਕਿ ਇੱਕ ਤੇ ਬੰਦਾ ਗਿਲਟ ਦੇ ਵਿੱਚ ਰਹਿੰਦਾ, ਦੂਜਾ ਬੰਦਾ ਛੁਪਾਉਣ ਦੀ ਕੋਸ਼ਿਸ਼ ਚੋਰੀ ਦੇ ਵਿੱਚ ਰਹਿੰਦਾ, ਤੀਸਰੀ ਗੱਲ ਹੁੰਦੀ ਆ ਕਿ ਉਹ ਅਸ਼ਾਂਤ ਰਹਿੰਦਾ ਵਾ, ਉਹਦਾ ਸੋਚਦਾ ਕਿ ਮੈਂ ਨਾ ਸ਼ਾਰਟ ਟਰਮ ਜਿਹੜੀ ਆ ਨਾ ਆਪਣੀ ਜਿਹੜੀ ਸੈਕਸ਼ੂਅਲ ਭੁੱਖ ਆ ਪੂਰੀ ਕਰ ਲਾਂ, ਕਿਉਂਕਿ ਜਿਹੜੀ ਇਹ ਸੈਕਸ਼ੁਅਲਿਟੀ ਆ ਇਜ਼ ਅ ਪਾਰਟ ਆਫ ਹਿਊਮਨ ਬੀਇੰਗ ਹੈ ਨਾ। ਇਹਦੇ ਵਿੱਚ ਹਰੇਕ ਇਨਸਾਨ ਜਿੱਦਾਂ ਸਾਨੂੰ ਭੁੱਖ ਲੱਗਦੀ ਆ, ਜੇ ਤੁਸੀਂ ਅਨਕੰਟਰੋਲਡ ਖਾਈ ਜਾਓਗੇ ਤੇ ਉਹਦਾ ਕੀ ਰਿਜ਼ਲਟ ਨਿਕਲੂਗਾ। ਸੇਮ ਥਿੰਗ ਸੈਕਸ਼ੁਅਲਿਟੀ ਆ, ਜੇਕਰ ਤੁਸੀਂ ਅਨਕੰਟਰੋਲਡ ਦੇਖੋ ਕਿ ਦੱਸੋ ਕਿ ਜੇ ਮੇਰੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਮੈਂ ਬਾਹਰ ਜਾ ਕੇ ਮਤਲਬ ਇਹਨੂੰ ਸੈਟੀਸਫਾਈਡ ਆਪਣੀ ਸੈਕਸ਼ੁਅਲਿਟੀ ਨੂੰ ਕਰ ਲਵਾਂ, ਉਹਦੇ ਵਿੱਚ ਬੰਦਾ ਸ਼ਾਂਤੀ ਲੱਭਦਾ ਹੋਇਆ ਅਸ਼ਾਂਤ ਹੋ ਜਾਂਦਾ। ਇਹਦੇ 'ਚ ਸ਼ਾਂਤੀ ਨਹੀਂ ਲੱਭਦੀ। ਸ਼ਾਂਤੀ ਕਿਉਂ ਨਹੀਂ ਲੱਭਦੀ ਹੈਗੀ? ਕਿਉਂਕਿ ਘਰ ਦੇ ਵਿੱਚ ਤੁਹਾਡੇ ਬੱਚੇ ਵੀ ਇੰਪੈਕਟ ਕਰਦੇ ਆ। ਪਰ ਜੇ ਦੂਜਾ ਪੱਖ ਦੇਖੀਏ, ਜਿਵੇਂ ਕਿ ਮੈਂ ਪਹਿਲਾਂ ਜਿਹੜਾ ਭੂਮਿਕਾ ਦੇ ਵਿੱਚ ਬੋਲਿਆ ਕਿ ਵੀ ਦੂਜਾ ਪੱਖ, ਜੇ ਕਿਉਂਕਿ ਹਰੇਕ ਸਿੱਕੇ ਦਾ ਇੱਕ ਪਾਸਾ ਨਹੀਂ ਹੁੰਦਾ, ਦੋਨੇ ਪਾਸੇ। ਜਦੋਂ ਬੰਦਾ ਸ਼ਾਂਤੀ ਜਾਂ ਮਨ ਦੀ ਸ਼ਾਂਤੀ ਨੂੰ ਲੱਭਣ ਖਾਤਰ ਉਹ ਕਈ ਵਾਰੀ ਬਾਹਰ ਨੂੰ ਝਾਕਣ ਲੱਗ ਪੈਂਦਾ ਜਾਂ ਬਾਹਰ ਮੂੰਹ ਮਾਰਨ ਲੱਗ ਪੈਂਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ, ਤਾਂ ਉਹ ਤੁਸੀਂ ਕੀ ਕਹਿੰਦੇ ਕਿ ਜਦੋਂ ਉਹ ਕਿਸੇ ਦੇ ਨਾਲ ਉਹਦੇ ਅਫੇਅਰ ਜਾਂ ਰਿਲੇਸ਼ਨਸ਼ਿਪ ਨਾਜਾਇਜ਼ ਸੰਬੰਧ ਬਣ ਜਾਂਦੇ ਆ, ਤਾਂ ਉਹ ਕੀ ਉਹ ਸ਼ਾਂਤੀ ਪ੍ਰਾਪਤ ਕਰ ਪਾਉਂਦਾ ਕਿ ਨਹੀਂ? ਬਿਲਕੁਲ ਨਹੀਂ। ਜੇਕਰ ਘਰ ਅਸ਼ਾਂਤ ਆ, ਫਸਟ ਆਫ ਆਲ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਪ੍ਰੋਬਲਮ ਸਾਲਵ ਤੋਂ ਭੱਜਣ ਦੀ ਕੋਸ਼ਿਸ਼ ਕਿਉਂ ਕਰਦੇ ਆ? ਭਗੌੜੇ ਬਣਦੇ। ਸਾਡੇ ਵਿੱਚ ਡੈਡੀਕੇਸ਼ਨ ਤੇ ਕਮਿਟਮੈਂਟ ਕਿਉਂ ਨਹੀਂ ਹੈਗੀ? ਅਸੀਂ ਕਾਰਨ ਲੱਭੀਏ। ਜੇ ਤੁਸੀਂ ਕਹੋ ਕਿ ਭਟਕਣਾ ਦੇ ਨਾਲ ਹੋ ਸਕਦਾ, ਜੇ ਸਿਚੁਏਸ਼ਨ ਤੁਸੀਂ ਜਾ ਰਹੇ ਆ ਉਹ ਤੁਹਾਨੂੰ ਜ਼ਿਆਦਾ ਅਸ਼ਾਂਤ ਕਰ ਦੇਵੇ, ਇਹ ਤੁਹਾਨੂੰ ਗਰੰਟੀ ਨਹੀਂ ਹੈਗੀ ਕਿ ਜਿੱਥੇ ਤੁਸੀਂ ਮੂਵ ਹੋ ਰਹੇ ਆ ਉਹ ਤੁਹਾਡੇ ਵਾਸਤੇ ਸ਼ਾਂਤੀ ਦਾ ਮਤਲਬ ਸੋਰਸ ਬਣ ਜਾਏ, ਨਹੀਂ ਵੀ ਬਣ ਸਕਦਾ ਹੈਗਾ, ਉਹ ਤੋਂ ਵੱਧ ਵੀ ਟਰਬਲ ਹੋ ਸਕਦੀ ਹੈ। ਹਾਂ, ਕੋਸ਼ਿਸ਼ ਕਰੋ। ਜੇਕਰ ਹਾਂ ਅਬਿਊਸਿਵ ਤੁਹਾਡੀ ਮੈਰਿਜ ਆ, ਤੁਹਾਡਾ ਫਰਜ਼ ਬਣਦਾ ਉਹਨੂੰ ਸਾਰਟ ਆਊਟ ਕਰਕੇ ਨਿਕਲਦਾ। ਡਿਵੋਰਸ ਜਿਵੇਂ ਹੁਣ ਆਪਣੇ ਨਾ ਵਿਆਹ ਕਰਨੇ ਬੜੇ ਸੌਖੇ ਆ, ਇੱਕਦਮ ਕਰ ਦਿੰਦੇ। ਡਿਵੋਰਸ ਦਾ ਜਿਹੜਾ ਵੱਡਾ ਲੇਬਲ ਆ ਕਮਿਊਨਿਟੀ ਦੇ ਵਿੱਚ, ਬੜਾ ਮਤਲਬ ਸਮਝਦੇ ਉਹ ਕਿੰਨਾ ਔਖਾ, ਵਿਆਹ ਕਰਨਾ ਕਿੰਨਾ ਸੌਖਾ, ਪਰ ਉਹਦੇ ਵਿੱਚ ਇਹ ਨਹੀਂ ਦੇਖਦੇ ਅਸੀਂ ਮੈਚ ਵੀ ਕਰਦੇ ਹੈਗੇ, ਅਰਲੀ ਮੈਰਿਜਸ ਵੀ ਕਰਦੇ ਹੈਗੇ ਆ, ਅਣਚਾਹੀਆਂ ਮੈਰਿਜਸ ਵੀ ਹੁੰਦੀਆਂ ਹੈਗੀਆਂ ਜੀ। ਸੋ ਮੈਂ ਇੱਕ ਥੋੜਾ ਜਿਹਾ ਆਪਾਂ ਇਹਦੀ ਪਿੱਠ ਭੂਮੀ ਜੇ ਦੇਖੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ, ਜਦੋਂ ਤੁਸੀਂ ਵੀ ਪੰਜਾਬ ਦੇ ਉਹਨਾਂ ਸਮਿਆਂ ਦੀ ਗੱਲ ਕਰਦੇ, ਕਿਉਂਕਿ ਮੈਂ ਅੱਜ ਜੋ ਵਿਸ਼ਾ ਲੈ ਕੇ ਆਏ ਨਾ, ਮੈਂ ਕੋਈ ਜਿਹੜੇ ਵੈਸਟਰਨ ਕਲਚਰ ਦੇ ਨਾਲ ਸੰਬੰਧਿਤ ਲੋਕ ਆ ਜਾਂ ਕਮਿਊਨਿਟੀਜ਼ ਆ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੇ ਵਿੱਚ ਸ਼ਾਇਦ ਵੈਸਟਰਨ ਕਲਚਰ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਨਾ ਵੀ ਅਸੀਂ ਵੈਸਟਰਨਾਈਜ਼ ਹੋ ਗਏ ਆ, ਤਾਂ ਸ਼ਾਇਦ ਉਹਨਾਂ ਦਾ ਲਿਸ਼ਕਾਰਾ ਜਾਂ ਉਹਦਾ ਰਿਫਲੈਕਸ਼ਨ। ਬਿਲਕੁਲ ਰਮਨ ਜੀ, ਮੈਂ ਇੱਥੇ ਤੁਹਾਨੂੰ ਟੋਕਦੀ ਹਾਂ। ਮੈਂ ਬਹੁਤ ਜ਼ਿਆਦਾ ਵੈਸਟਰਨ ਕਮਿਊਨਿਟੀ ਦੇ ਵਿੱਚ ਕੰਮ, ਮੈਂ 20-25 ਸਾਲ ਉਹਨਾਂ ਲੋਕਾਂ 'ਚ ਪੜ੍ਹਾਇਆ ਜਾਂ ਕਿੱਦਾਂ। ਤੁਹਾਡਾ ਕੀ ਖਿਆਲ ਹੈ ਕਿ ਉਹ ਮੰਨਦੇ ਆ? ਜੇ ਇੱਕ ਵੀ ਦੇਖਦੇ ਆ, ਉਹੋ ਜਿਹੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਜਿਹੋ ਜਿਹਾ ਆਪਣੀ ਕਮਿਊਨਿਟੀ 'ਚ ਦੇਖਿਆ ਜਾਂਦਾ। ਹੁਣ ਜੇ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਕਿ ਡਾਟਾ ਕੀ ਕਹਿੰਦਾ, ਸਟੈਟਿਕਸ ਕੀ ਕਹਿੰਦੇ ਹੈਗੇ ਆ, 55% ਜਿਹੜੇ ਲੋਕ ਆ ਨਾ ਉਹ
ਐਕਸਟਰਾ ਮੈਰਿਟਲ ਰਿਲੇਸ਼ਨ ਅਫੇਅਰਸ ਦੇ ਵਿੱਚ ਹੈਗੇ ਆ, ਮੰਨਣ ਜਾਣਾ ਅੱਧੇ ਤੋਂ ਵੱਧ। ਜੇ ਇੱਥੇ ਦੇਖਿਆ ਜਾਵੋ 22 ਨੇ ਐਡਮਿਟ ਕੀਤਾ ਹੈਗਾ, ਇੱਥੇ ਇਹ ਲੋਕ ਹੈਗੇ ਕਿ ਸਟੇਟ ਫਾਰਵਰਡ ਆ। ਸੋ ਜੇਕਰ ਨਹੀਂ ਚੱਲਦੀ ਤੇ ਉਹ ਆਪਣਾ ਰਾਹ ਲੱਭ ਲੈਂਦੇ ਆ, ਉਹ ਬਿਨਾਂ ਵਾਇਲੈਂਟ ਹੋਇਆ ਵੀ ਰਾਹ ਲੱਭ ਲੈਂਦੇ ਆ। ਮੈਂ ਕਿਤੇ ਨਾ ਕਿਤੇ ਤੁਹਾਡੀ ਇਸ ਗੱਲ ਨਾਲ ਕਿਤੇ ਸਹਿਮਤ ਨਹੀਂ ਹੈ, ਪਰ ਮੈਂ ਉਹ ਕਿਉਂ ਨਹੀਂ, ਆਪਾਂ ਉਹਦੇ ਪਿੱਛੇ ਵੀ ਲੌਜਿਕ ਦਿੰਦਾ। ਲੇਕਿਨ ਜਿਹੜਾ ਤੁਸੀਂ ਅੰਕੜਾ ਬਿਆਨ ਕੀਤਾ ਉਹ ਵੀ ਥੋੜਾ ਜਿਹਾ ਦਰਸ਼ਕਾਂ ਨਾਲ ਸਾਂਝਾ ਕਰ ਲਈਏ ਕਿ 20% ਕਿੰਨਾ ਤੁਸੀਂ ਦੱਸਿਆ 22 ਜਿਹੜਾ ਹੈ ਕੈਨੇਡਾ ਦੇ ਵਿੱਚ, ਅੰਟੇਰੀਓ ਵਿੱਚ, ਜਿਹੜਾ ਨੇ ਮਤਲਬ ਕਿ ਐਡਮਿਟ ਕੀਤਾ, ਆਪ ਦੱਸਿਆ, ਹੋ ਸਕਦਾ ਜ਼ਿਆਦਾ ਵੀ ਹੋਵੇ, ਮੈਂ ਨਹੀਂ ਇਹ 50% ਜਿਹੜੀ ਆ ਆਬਾਦੀ ਜਦੋਂ ਸਰਵੇ ਕਰਦੇ ਆ ਉਹ ਅਪ ਡਾਊਨ ਵੀ ਹੋ ਸਕਦਾ, ਜ਼ਰੂਰੀ ਨਹੀਂ ਹੈਗਾ। ਮਤਲਬ ਇੱਕ ਲੰਮ ਜਿਹੜੀ ਆ, ਇੱਕ ਰੇਸ਼ੋ ਲਮਸਮ ਕੱਢੀ ਗਈ ਆ, ਉਹ ਭਾਰਤ ਦੇ ਵਿੱਚ ਜਿਹੜੀ ਆ ਉਹਨਾਂ ਨੇ ਮੰਨਿਆ ਕਿ 55% ਲੋਕਾਂ ਨੇ ਕਿ ਸਾਡੇ ਜਿਹੜੇ ਆ ਐਕਸਟਰਾ ਮੈਰਿਟਲ ਅਫੇਅਰ ਹੈ, ਰਿਲੇਸ਼ਨਸ਼ਿਪ ਹੈ, ਜਿਹਨੂੰ ਅਸੀਂ ਵਿਆਹੁਤਾ ਵਾਧੂ ਸੰਬੰਧ ਕਹਿੰਦੇ ਆ ਪੰਜਾਬੀ ਦੇ ਵਿੱਚ, ਉਹ ਹੈਗੇ ਨੇ। ਲੇਕਿਨ ਜੇ ਅਸੀਂ ਉਹੀ ਵੈਸਟਰਨ ਕਲਚਰ ਦੀ ਗੱਲ ਕਰੀਏ, ਕਿਉਂਕਿ ਸਾਡੇ ਬਹੁਤਾ ਰੁਝਾਨ ਇਹ ਹੁੰਦਾ ਕਿ ਅਸੀਂ ਵੈਸਟਰਨ ਕਲਚਰ ਨੂੰ ਕਈ ਵਾਰੀ ਦੋਸ਼ ਦੇ ਦਿੰਦੇ ਆ ਕਿ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾ ਰਹੇ ਹਾਂ, ਉਹਨਾਂ ਦਾ ਕਲਚਰ ਅਪਣਾ ਰਹੇ ਹਾਂ, ਉਹਨਾਂ ਦੀਆਂ ਆਹ ਚੀਜ਼ਾਂ। ਲੇਕਿਨ ਸਾਡੀ ਵੱਡੀ ਪ੍ਰੋਬਲਮ ਇਹ ਆ ਰਹੀ ਹੈ, ਦਿੱਕਤ ਇਹ ਆ ਰਹੀ ਹੈ ਕਿ ਅਸੀਂ ਵੈਸਟਰਨ ਕਲਚਰ ਦੀਆਂ ਜਿਹੜੀਆਂ ਕੁਰੀਤੀਆਂ ਨੇ, ਜਾਂ ਇਹ ਕਹਿ ਲਓ ਕਿ ਨੈਗੇਟਿਵਿਟੀ ਆ, ਉਹਨੂੰ ਅਸੀਂ ਅਪਣਾਉਣਾ ਵੱਧ ਸ਼ੁਰੂ ਕਰਤਾ। ਪਰ ਬੇਸਿਕਲੀ ਜਿਹੜਾ ਐਕਸਟਰਾ ਮੈਰਿਟਲ ਅਫੇਅਰ ਦੀ ਜੇ ਗੱਲ ਕਰੀਏ ਤਾਂ 22% ਇਹਨਾਂ ਕੰਟਰੀਜ਼ ਦੇ ਵਿੱਚ, ਵੈਸਟਰਨਾਈਜ਼ਡ ਕੰਟਰੀਜ਼ ਦੇ ਵਿੱਚ 22% ਮੰਨਿਆ ਗਿਆ ਅੰਕੜਾ ਕਹਿੰਦਾ, ਸਟੈਟਸ ਕਹਿੰਦੇ ਨੇ। ਸੋ ਮੈਂ ਇੱਕ ਜਿਹੜੇ ਨੁਕਤੇ ਨਾਲ ਤੁਹਾਡੇ ਨਾਲ ਨਹੀਂ, ਦੇਖੋ ਇੱਥੇ ਰਮਨ ਜੀ ਐਵੇਂ ਕਰਦੇ ਆ, ਜਿਹਨਾਂ ਲੋਕਾਂ ਦੀ ਨਹੀਂ ਲੜਦੀ, ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਆ, ਜਿਹਨਾਂ ਦੀ ਨਹੀਂ ਬਣਦੀ ਤੇ ਉਹ ਸੈਪਰੇਟ ਹੋ ਜਾਂਦੇ ਆ, ਤੇ ਬਹੁਤਾ ਕਈ ਵਾਰੀ ਵਾਇਲੈਂਟ ਹੁੰਦੇ ਵੀ ਆ, ਨਹੀਂ ਵੀ ਹੁੰਦੇ, ਚਲੋ ਜੀ ਆਪੋ ਆਪਣਾ ਰਾਹ ਪਕੜ ਲੈਂਦੇ ਹੈਗੇ ਆ। ਪਰ ਜਿਹੜੇ ਸਾਡੇ ਆ ਉਹ ਵਿਆਹ ਦੇ ਵਿੱਚ ਬੱਝੇ ਵੀ ਰਹਿਣਾ ਚਾਹੁੰਦੇ ਆ, ਜਿਹਦੇ ਵਿੱਚ ਇੱਕ ਸਾਈਕਲ ਕ੍ਰੀਏਟ ਕਰਦੇ ਆ। ਜਿਹੜੇ ਸਾਈਕਲ ਕ੍ਰੀਏਟ ਇਦਾਂ ਦਾ ਹੁੰਦਾ ਕਿ ਜੇ ਤੁਸੀਂ ਦੇਖਦੇ ਕਿ ਤੁਹਾਡਾ ਫਾਦਰ ਜਿਹੜਾ ਚੋਰੀ ਵਿਆਹ ਕਰਦਾ, ਕਿਸੇ ਨਾ ਕਿਸੇ ਦਿਨ ਅੱਗੇ ਆ ਜਾਂਦਾ, ਵਟ ਡੂ ਯੂ ਥਿੰਕ ਕਿ ਤੁਹਾਡੀ ਲੜਕੇ ਦੇ ਉੱਤੇ ਕੀ ਇੰਪੈਕਟ ਆ, ਉਹ ਕੀ ਤੁਹਾਨੂੰ ਰੋਲ ਮਾਡਲ ਕਿਸ ਤਰ੍ਹਾਂ ਦਾ ਸਮਝਦੇ? ਉਹੀ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਅਸੀਂ ਬੱਚਿਆਂ ਨੂੰ ਕੀ ਦੇਵਾਂਗੇ। ਕਿਉਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਵੀ ਇੱਕ ਆਪਾਂ ਜਦੋਂ ਮਿਸਾਲ ਲਈ ਸੀ ਕਿ ਬੱਚਾ ਆਪਦੇ ਬਾਪ ਨੂੰ ਕਹਿੰਦਾ ਹੈ ਕਿ ਜਦੋਂ ਆਪਾਂ ਕਹਿੰਦੇ ਆ ਨਾ ਵੀ ਬੇਟਾ ਧਿਆਨ ਨਾਲ ਤੁਰੀ, ਬੱਚਾ ਆਪਦੇ ਬਾਪ ਨੂੰ ਕਹਿੰਦਾ ਕੋਈ ਨਹੀਂ ਫਿਕਰ ਨਾ ਕਰ, ਤੇਰੀ ਪੈਡ ਦੇ ਵਿੱਚ ਪੈਡ ਰੱਖਦਾ, ਮੈਂ ਪਿੱਛੇ ਆ ਰਿਹਾ। ਸੋ ਕਹਿਣ ਦਾ ਭਾਵ ਹੈ ਵੀ ਜੋ ਅਸੀਂ ਕਰਾਂਗੇ ਸਾਡੇ ਬੱਚੇ ਵੀ ਉਸੇ ਪੈਡ ਦੇ ਵਿੱਚ ਪੈਡ ਆਪਣੀ ਰੱਖਣਗੇ, ਉਹਨਾਂ ਨੂੰ ਉਵੇਂ ਹੀ ਉਹ ਚੀਜ਼। ਫੇਰ ਨਾ ਜਿਹੜਾ ਇਹ ਸਾਈਕਲ ਇਹਨੂੰ ਬ੍ਰੇਕ ਕਰਨਾ ਬੜਾ ਔਖਾ ਹੈਗਾ, ਕਿਉਂਕਿ ਜਿਹੜੇ ਸੁਸਾਇਟੀ ਦੇ ਦਾ ਕਲਚਰ ਦੇ ਨਾਰਮਸ ਆ ਨਾ, ਉਹ ਬਣਾਏ ਜਾਂਦੇ ਆ। ਤੁਸੀਂ ਦੇਖੋ ਕਿ ਜਦੋਂ ਇਨਸਾਨ ਜਾਂ ਮਨੁੱਖ ਜੰਗਲ 'ਚ ਰਹਿੰਦਾ ਹੋਊਗਾ, ਉਹ ਤੋਂ ਬਾਅਦ ਸਲੋਲੀ ਜਿਹੜਾ ਵਿਆਹ ਦੀ ਪ੍ਰਥਾ ਉਹ ਡਿਵੈਲਪ ਹੋਈ ਹੋਊਗੀ ਕਿ ਇਨਸਾਨ ਆਪਣੀ ਜਿਹੜੀਆਂ ਰਿਸਪੌਂਸਿਬਿਲਿਟੀਜ਼ ਜਾਂ ਡਿਊਟੀਜ਼ ਆ ਉਹਨਾਂ ਦੇ ਨਾਲ ਰਵੇ। ਹੁਣ ਜੇ ਤੁਸੀਂ ਕਹਿੰਦੇ ਕਿ ਐਕਸਟਰਾ ਮੈਰਿਟਲ ਜਿਹੜਾ ਅਫੇਅਰਸ ਆ, ਇਹਨੂੰ ਜਦੋਂ ਤੁਸੀਂ ਡਿਵੋਰਸ ਦੀ ਮਤਲਬ ਲੈਂਗੁਏਜ ਤੇ ਲੈਣੇ, ਅਡਲਟਰੀ ਇਹ ਵਨ ਆਫ ਦਾ ਰੀਜ਼ਨ ਡਿਵੋਰਸ ਅੱਗੇ ਪਹਿਲੇ ਹੁੰਦਾ ਸੀ ਕਿ 1 ਈਅਰ ਤੁਸੀਂ ਕਰਦੇ ਆ ਤੇ 3 ਉਹਦੀਆਂ ਹੁੰਦੀਆਂ ਸੀ ਸ਼ਰਤਾਂ ਤੁਸੀਂ ਪੂਰੀਆਂ ਕਰੋ, ਕਰੂਅਲਟੀ ਹੋਣੀ ਚਾਹੀਦੀ ਹੈ, ਇੰਪੋਟੈਂਸੀ ਹੋਣੀ ਚਾਹੀਦੀ, ਜਾਂ ਅਡਲਟਰੀ ਹੋਣੀ ਚਾਹੀਦੀ। ਇਹਨੂੰ ਅਡਲਟਰੀ ਦੇ ਵਿੱਚ ਜਿਹੜਾ ਫੈਡਰਲ ਆਪਣਾ ਮੈਰਿਜ ਐਕਟ ਆ ਉਹਦੇ ਵਿੱਚ ਵੀ ਦਿੱਤਾ ਹੋਇਆ ਵਾ ਕਿ ਅਡਲਟਰੀ ਜਿਹੜੀ ਆ ਅਗੇਂਸਟ ਦਾ ਲਾ ਹੈਗੀ ਆ। ਤੇ ਹੁਣ ਜੇ ਦੇਖਿਆ ਜਾਵੇ, ਮੇਰਾ ਖਿਆਲ ਹੈ ਕਿ ਕਾਫੀ ਕੁਝ ਅਪਸ ਡਾਊਨ ਹੈਗਾ। ਜਿਵੇਂ ਤੁਸੀਂ ਇੱਕ ਗੱਲ ਹੋਰ, ਆਪਾਂ ਚਲੋ ਅਡਲਟਰੀ ਨੂੰ ਅੱਜ ਕੱਲ ਜ਼ਿਆਦਾ ਇਸ਼ੂ ਮੰਨ ਕੇ ਜਿਹੜੇ ਡਿਵੋਰਸਸ ਜਿਹੜੇ ਫਾਈਲ ਹੋ ਰਹੇ ਆ, ਜਦੋਂ ਆਪਾਂ ਪਿਛੋਕੜ ਪਿੱਠਭੂਮੀ ਦੀ ਮੈਂ ਗੱਲ ਕਰ ਰਿਹਾ ਸੀ, ਪਿੱਠਭੂਮੀ ਜਾਂ ਪਿਛੋਕੜ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤੁਸੀਂ ਵੀ ਆਏ ਆ, ਮੈਂ ਵੀ ਆਇਆ, ਸਾਡੇ ਦਰਸ਼ਕ ਜਿਹੜਾ ਪ੍ਰੋਗਰਾਮ ਦੇਖ ਰਹੇ ਉਹ ਵੀ ਪੰਜਾਬ ਨੂੰ ਬਿਲੋਂਗ ਕਰਦੇ ਆ। ਜਦੋਂ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਹੁੰਦੇ ਸੀ, ਉਦੋਂ ਕੋਈ ਨਹੀਂ ਇਹ ਹੁੰਦਾ ਸੀ ਕਿ ਵੀ ਪਹਿਲਾਂ 1-2 ਮਹੀਨਾ ਪਹਿਲਾਂ ਠਾਕਾ ਹੋ ਜਾਣਾ ਜਾਂ ਪੱਕ ਠੱਕ ਹੋ ਜਾਣੀ, ਫਿਰ ਉਸ ਤੋਂ ਬਾਅਦ ਜਿਵੇਂ ਕੋਈ ਮਾਈਆਂ ਹੋ ਗਈਆਂ, ਜਾਂ ਮਤਲਬ ਟੋਟਲ 1-2 ਮਹੀਨੇ ਜਿਹੜਾ ਇਹ ਉਸ ਤੋਂ ਵੀ ਜ਼ਿਆਦਾ ਲੰਮਾ ਸਮਾਂ ਜਿਹੜਾ ਵਿਆਹ ਦੀ ਰਸਮ ਚੱਲਦੀ ਰਹਿੰਦੀ ਸੀ, ਔਰ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਜਾਂਦਾ। ਬਹੁਤ ਵੱਡੀ ਗੱਲ ਸਮਝਦੇ ਸੀ, ਅਟੈਚ ਰਹਿੰਦੇ ਸੀ ਫਿਰ ਵੀ। ਹਾਂ, ਪਰ ਫਿਰ ਵੀ ਉਹਨਾਂ ਦੇ ਉਸ ਸਮੇਂ ਦੇ ਜਿਹੜੇ ਵਿਆਹ ਸੀ ਬੜੇ ਉਹ ਸਕਸੈਸਫੁਲ ਹੁੰਦੇ ਸੀ, ਬਹੁਤ ਜ਼ਿਆਦਾ ਕਾਮਯਾਬ ਹੁੰਦੇ ਸੀ। ਪਰ ਅੱਜ ਦੀ ਡੇਟ 'ਚ ਜੇ ਗੱਲ ਕਰੀਏ, ਅੱਜ ਦੇ ਜੋ ਅਸੀਂ ਐਡਵਾਂਸ ਯੁੱਗ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ, ਅਸੀਂ ਬਹੁਤ ਐਡਵਾਂਸ ਹੋ ਚੁੱਕੇ ਹਾਂ। ਅੱਜ ਅਸੀਂ ਕਹਿੰਦੇ ਆ ਕਿ ਵੀ ਵਿਆਹ ਤੋਂ ਪਹਿਲਾਂ ਤਾਂ ਜਿਹੜੀ ਕੁੜੀ ਮੁੰਡਾ ਇੱਕ ਦੂਜੇ ਨਾਲ ਡੇਟ ਕਰ ਲੈਣ, ਡੇਟ ਤੇ ਜਾਣ, ਇੱਕ ਦੂਜੇ ਨਾਲ ਮਿਲਣ, 2-4 ਮੁਲਾਕਾਤਾਂ ਹੋ ਜਾਣ, ਫਿਰ ਜਾ ਕੇ ਡਿਸੀਜਨ ਲਵਾਂਗੇ ਵੀ ਵਿਆਹ ਕਰਾਉਣਾ ਜਾਂ ਨਹੀਂ ਕਰਾਉਣਾ। ਮਤਲਬ ਇਹਦੇ ਬਾਰੇ ਥੋੜਾ ਦੇਖੋ। ਨਹੀਂ ਰਮਨ ਜੀ, ਦੇਖੋ ਹਰੇਕ ਤਰ੍ਹਾਂ ਤੇ ਜਿੱਦਾਂ ਇਹ ਕਹਿੰਦੇ ਹੁੰਦੇ ਆ ਕਿ ਚੇਂਜਸ ਆਉਂਦੀ ਜਾਂਦੀ ਆ ਸੋਸਾਇਟੀ 'ਚ। ਇਨਸਾਨ ਜਿਹੜਾ ਮੋਰ ਐਜੂਕੇਟਡ ਹੋ ਰਿਹਾ, ਜਿਹੜਾ ਇਲੈਕਟ੍ਰੋਨਿਕ ਮੀਡੀਆ ਤੁਸੀਂ ਲਾ ਲਓ, ਹਰੇਕ ਚੀਜ਼ ਦੀ, ਸੋਸ਼ਲ ਮੀਡੀਆ ਲਾ ਲਓ, ਹਰੇਕ ਚੀਜ਼ ਜਿਹੜਾ ਇੰਟਰਨੈਟ ਲਾ ਲਓ, ਇਹ ਸਾਰੀਆਂ ਚੀਜ਼ਾਂ ਆ ਰਹੀਆਂ, ਤੇ ਇਨਸਾਨ
ਜਿਹੜਾ ਬਹੁਤਾ ਸੈਲਫ ਸੈਂਟਰਡ ਹੋ ਰਿਹਾ। ਉਹ ਚਾਹੁੰਦਾ ਕਿ ਮੇਰੇ ਰਾਈਟਸ ਆ, ਮੇਰਾ ਰਾਈਟ ਆ ਕਿ ਮੈਂ ਇੰਜੋਏ ਕਰਾਂ। ਉਹ ਇਹ ਨਹੀਂ ਸੋਚਦਾ ਕਿ ਮੇਰੀ ਡਿਊਟੀ ਵੀ, ਮੇਰੀ ਰਿਸਪੌਂਸਿਬਿਲਿਟੀ ਵੀ ਟੂਵਰਡ ਦਾ ਸੋਸਾਇਟੀ। ਜਿਹੜੇ ਹੁਣ ਸੋਸਾਇਟੀ ਦੇ ਨਾਰਮ ਬਣਾਏ ਗਏ ਸੀ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਂ ਰੀਜ਼ਨ ਹੈ ਸੀ ਨਾ ਵੀ ਇਹ ਕਿਉਂ ਬਣਾਏ ਗਏ ਆ, ਇਹਨਾਂ ਦੇ ਵਾਸਤੇ ਮੈਰਿਜ ਸਰਟੀਫਿਕੇਟ ਦੀ ਕਿਉਂ ਲੋੜ ਪਈ ਆ। ਜਦੋਂ ਹੁਣ ਇਨਸਾਨ ਜ਼ਿਆਦਾ ਕਹਿੰਦੇ ਹੁੰਦੇ ਆਪਣੀ ਸੈਲਫ ਅਵੇਅਰਨੈਸ ਹੈਗੀ ਉਹਨੂੰ ਆਪਣੇ ਰਾਈਟਸ ਦੇ ਬਾਰੇ, ਪਰ ਇਨਰ ਜਿਹੜੀ ਆ ਉਹ ਨਹੀਂ ਹੈਗੀ ਕਿ ਮੈਂ ਦੇਖਾਂ ਕਿ ਇਹ ਮੈਂ ਜਿਹੜਾ ਕਹਿੰਦੇ ਹੁੰਦੇ ਇੱਕ ਕਹਾਵਤ ਆ ਕਿ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਅਕ੍ਰਾਸ ਦਾ ਰੋਡ ਜਾਂ ਔਨ ਦਾ ਅਦਰ ਸਾਈਡ, ਹੈ ਨਾ। ਸਾਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਕੋਲ ਹੀ ਪ੍ਰੋਬਲਮ ਆ, ਜੇ ਮੈਂ ਇਹਨੂੰ ਇੱਥੋਂ ਛੱਡ ਕੇ ਮੈਂ ਕਿਤੇ ਹੋਰ ਥਾਂ ਤੇ ਜਾਵਾਂ ਤੇ ਸ਼ਾਇਦ ਮੇਰੀਆਂ ਪ੍ਰੋਬਲਮ ਸਾਲਵ ਹੋ ਜਾਈਆਂ। ਇੰਜ ਹੁੰਦਾ ਨਹੀਂ ਹੈਗਾ, ਪਰਸੈਪਸ਼ਨ ਹੁੰਦੀ ਕਈ ਵਾਰੀ। ਹਾਂ ਜੀ ਦਾ ਸਲੋਗਨ ਘਰ ਘਰ ਇਹੋ ਆ, ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਆ। ਹਾਂ ਹੁੰਦੇ ਆ, ਪ੍ਰੋਬਲਮਸ ਹੈਗੀਆਂ, ਪਰ ਜੇ ਤੁਸੀਂ ਦੇਖਦੇ ਆ ਕਿ ਸਵੀਅਰ ਪ੍ਰੋਬਲਮ ਆ, ਹਾਂ ਕਈ ਵਾਰੀ ਮਿਸਮੈਚ ਹੋ ਜਾਂਦੇ ਆ, ਤੁਹਾਡੀਆਂ ਵੈਲਿਊਜ਼ ਨਹੀਂ ਮਿਲਦੀਆਂ ਹੈਗੀਆਂ, ਤੁਹਾਡੇ ਖਿਆਲ ਨਹੀਂ ਮਿਲਦੇ ਹੈਗੇ, ਵਿਚਾਰ ਨਹੀਂ ਮਿਲਦੇ ਹੈਗੇ। ਬਹੁਤੇ ਜਿਹੜੇ ਆ ਇਹ ਤੁਹਾਡੇ ਕੰਮਾਂ ਤੇ ਤੁਹਾਡੇ ਜਿਹੜਾ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਐਕਸਟਰਾ ਮੈਰਿਟਲ ਜਿਹੜੇ ਅਫੇਅਰਸ ਆ ਨਾ, ਉੱਥੋਂ ਸ਼ੁਰੂ ਹੁੰਦੇ ਹੈਗੇ ਆ। ਜਦੋਂ ਤੁਸੀਂ ਕਿਸੇ ਨੂੰ ਇੱਕ ਦੂਜੇ ਨੂੰ ਮਿਲਦੇ ਆ ਤੇ ਦੇਖਦੇ, ਹੁਣ ਤੁਸੀਂ ਲਾ ਲਓ ਕਿ ਤੁਸੀਂ ਐਗਜ਼ਾਮਪਲ ਦੇਣੀ ਕਿ ਸਿੰਗਰਸ, ਮਾਫ ਕਰਨਾ ਇੱਕ ਕਾਲ ਲੈ ਲਈ, ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਦੇ ਵਿਚਾਰ ਜਾਣ ਲਈ ਫਿਰ ਆਪਾਂ ਅੱਗੇ ਚਰਚਾ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂ ਬਿਲਕੁਲ, ਤੁਸੀਂ ਆਪਣਾ ਸਵਾਲ ਜਾਂ ਸੁਝਾਅ ਜਾਂ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ। ਐਕਸਟਰਾ ਮੈਰਿਟਲ ਅਫੇਅਰ ਦੇ ਉੱਪਰ ਗੱਲ ਕਰ ਰਹੇ ਹਾਂ, ਵਿਆਹੁਤਾ ਵਾਧੂ ਸੰਬੰਧ ਜਿਹੜੇ ਉਹਨਾਂ ਉੱਪਰ ਚਰਚਾ ਕਰ ਰਹੇ ਹਾਂ ਵੀ ਕਾਰਨ ਕੀ ਹੈ, ਕਿਉਂ ਬਣਦੇ ਆ ਔਰ ਇਹਨਾਂ ਦੇ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ। ਮੈਂ ਸੁਣ ਰਿਹਾ ਜੀ, ਮੈਂ ਦੇਖ ਕੇ ਕੋਲ ਜੇ ਮੈਂ ਕਹਿੰਦਾ ਕਿ ਤੁਹਾਡਾ ਪ੍ਰੋਗਰਾਮ ਨਾ ਜੁਆਇਨ ਕਰ ਰਿਹਾ, ਬੜਾ ਖਾਸ ਕਰ ਰਿਹਾ ਅੱਜ ਉਹ ਕਲਮ ਤਾਂ ਬਦਲਾ ਦਿੰਦੇ ਆ ਤੇ ਉਹ ਵੀ ਬੈਠੇ ਇੱਕ ਆਪਣੇ ਮੇਰੇ ਭੈਣ ਜੀ ਬੈਠੇ ਕਿਉਂਕਿ ਮੈਂ ਵੱਡੀ ਉਮਰ ਦਾ। ਜੀ ਕੋਈ ਗੱਲ ਨਹੀਂ, ਤੁਸੀਂ ਆਪਣਾ ਸੁਝਾਅ ਦਿਓ ਕਿਉਂਕਿ ਤੁਸੀਂ ਵੱਡੀ ਉਮਰ ਦੇ, ਤੁਹਾਡਾ ਤਜਰਬਾ ਇਸ ਚੀਜ਼ ਦੇ ਵਿੱਚ ਵੱਧ ਹੈ ਔਰ ਤੁਸੀਂ ਦੁਨੀਆ ਜ਼ਿਆਦਾ ਦੇਖੀ ਹੈ, ਤੁਸੀਂ ਆਪਣਾ ਸੁਝਾਅ ਜ਼ਰੂਰ ਦਿਓ। ਠੀਕ ਹੈ, ਭਾਜੀ ਨੂੰ ਕਹੋ ਕਿ ਭੁਲੇਖਾ ਨਾ ਕਰਨ, ਮੈਂ ਵੀ ਵੱਡੀ ਉਮਰ ਦੀ। ਹਾਂ, ਜਿਹੜੇ ਮੈਡਮ ਸਾਡੇ ਨਾਲ ਬੈਠੇ ਨੇ ਇਹਨਾਂ ਨੂੰ ਵੀ ਰਿਟਾਇਰ ਹੋਏ ਨੂੰ ਮੈਨੂੰ ਲੱਗਦਾ 3-4 ਸਾਲ ਹੋ ਗਏ। ਨਹੀਂ, ਪਿਛਲੇ ਸਾਲ ਹੋ ਗਏ, ਚਲੋ 1 ਸਾਲ ਹੋਇਆ। ਜੀ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੋਗਰਾਮ ਦੇ ਕੇ ਜਲਦੇ ਪਹਿਲਾਂ ਲੱਗ ਜਾਂਦਾ ਨਾ, ਇੱਥੇ ਵੱਡਾ ਸਾਥੀ ਹੁੰਦੇ ਹੁੰਦੇ ਨੇ। ਉਹ ਪਹਿਲਾ ਪ੍ਰੋਗਰਾਮ ਮੇਰੇ ਇਸ ਬਾਕਸ 'ਚ ਆਉਂਦਾ ਹੁੰਦਾ ਸੀਗਾ, ਮੈਂ ਉਹਨਾਂ ਦਾ ਬੜੇ ਸਤਿਕਾਰ ਕਰਦਾ ਹੁੰਦਾ ਸੀ ਔਰ ਉਹ ਇੱਥੇ ਵੀ ਕਦੇ ਕਦੇ ਮੈਂ ਉਹਨਾਂ ਦੀ ਪਿਕਚਰ ਦੇਖਦਾ ਹੁੰਦਾ। ਅੱਜ ਤੁਹਾਡਾ ਪ੍ਰੋਗਰਾਮ ਵੀ ਮੈਨੂੰ ਬੜਾ ਪਸੰਦ ਆਇਆ ਕੈਟੇਗਰੀ ਵਿੱਚ। ਬੜਾ ਸ਼ੁਕਰੀਆ ਤੁਹਾਡਾ ਔਰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਣੇ ਆ। ਇਹ ਵੀ ਮੇਰੇ ਹਾਂ ਬਹੁਤ ਚੰਗੀ ਗੱਲ ਆ। ਮੈਂ ਤਾਂ ਕਹਿੰਦਾ ਜਦੋਂ ਤੁਸੀਂ ਤੁਸੀਂ ਬੱਚੇ ਪਹਿਲਾਂ ਹੀ ਮੈਂ ਤੁਹਾਨੂੰ ਮੁਬਾਰਕਬਾਦ ਦੇ ਦਿੰਦਾ। ਬਾਕੀ ਬਾਤ ਕਿਉਂਕਿ ਜਦੋਂ ਮੈਂ 65 ਸਾਲ ਦਾ ਹੋ ਚੁੱਕਿਆ ਨਾ, ਅਸੀਂ ਲੜਕੇ ਲੜਕੀਆਂ ਖੇਡਦੇ ਹੁੰਦੇ ਸੀ ਨਾ, ਕੋਈ ਨਹੀਂ ਪਤਾ ਹੁੰਦਾ ਮਤਲਬ ਇਹ ਜੀ ਗੱਲਬਾਤ ਆ ਜਾਂ ਆਪਣੀ ਖੇਡ ਦਾ। ਤੇ ਹੁਣ ਸੋ ਜਵਾਨੀ ਚੇਂਜ ਹੋ ਗਈ ਸੀ, ਜਵਾਨਾ ਵੀ ਚੇਂਜ ਹੋ ਗਿਆ ਤਾਂ ਇਹਦੇ ਵਿੱਚ ਨਾ ਕਈ ਤਾਂ ਕਤਲ ਹੋ ਜਾਂਦੇ ਆ। ਮੇਰਾ ਸਾਡੇ ਜੋ ਭੈਣ ਵੀ ਬੈਠੇ ਨੇ, ਪਰ ਉਹਦੇ ਵਿੱਚ ਜੇ ਕੋਈ ਬਾਹਰ ਇੱਕ ਦੂਜੇ ਨੂੰ ਲੱਭ ਕਰਦਾ ਨਾ, ਉਹ ਮਾਂ ਪਿਓ ਨੂੰ ਲੱਭਾ ਨਹੀਂ ਦੇ ਸਕਦਾ ਕਿ ਮੈਂ ਜੇ ਅਸੀਂ ਕੁਝ ਰੱਬੀ ਬਾਬੀ ਲੱਭਦਾ ਕਰਦਾ ਮੁੜ ਕੇ ਮਾਂ ਪਿਓ ਨੂੰ ਨਾ। ਹੁਣ ਜਵਾਨਾ ਮੈਂ ਜਦੋਂ ਸਫ਼ਰ ਕਰਨਾ ਲੁਧਿਆਣਾ ਜਾਂ ਹੋਰ ਲੁਧਿਆਣੇ ਬਲੌਕ ਕਰਦਾ, ਮੈਂ ਬੱਸ ਦੇ ਵਿੱਚ ਉਹ ਚੀਜ਼ਾਂ ਮੇਰੇ ਚੇਤੇ ਹੋਣੀਆਂ। ਉਹ ਕਹਿੰਦੇ ਜੇ ਕਹਿੰਦੇ ਇਹ ਜਿਹਾ ਬੱਚੇ ਤੁਹਾਨੂੰ ਪੜਾਇਆ ਕਰਨਗੇ, ਆਪਣੇ ਮੈਡਮ ਬੈਠੇ ਨੇ ਤੇ ਤੁਹਾਨੂੰ ਫੋਲੋ ਕਰਨਗੇ ਕਿ ਮੈਂ ਸੁਣੂਗਾ ਮਗਰੋਂ ਆਪਣੇ ਕੋਲ ਇਹਨਾਂ ਕੀ ਕੁਐਸਚਨ ਹੈ। ਉਹ ਮੈਂ ਹੁਣ ਚੇਤੇ ਕਰਦਾ ਮਤਲਬ ਨਾ ਉਹ ਸੱਚ ਹੋ ਗਿਆ। ਉਹ ਕਹਿੰਦੇ ਕੋਈ ਟਾਈਮ ਇਹ ਜਿਹਾ ਆਜੂ ਜਿਹੜੇ ਗਰੀਬ ਸੀ ਉਹ ਅਮੀਰ ਹੋ ਜਾਣਗੇ। ਮੈਂ ਉਹ ਜਿਹਾ ਲੁਧਿਆਣੇ ਨੂੰ ਸਫ਼ਰ ਕਰ ਰਿਹਾ ਸੀ। ਮਾਫ ਕਰਨਾ, ਆਪਾਂ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਨਾ ਗੱਲ ਕਰੀਏ। ਅੱਜ ਦਾ ਜੋ ਵਿਸ਼ਾ ਅਸੀਂ ਗੱਲ ਕਰ ਰਹੇ ਹਾਂ ਨਾ, ਤੁਸੀਂ ਕੀ ਸਮਝਦੇ ਹੋ ਜਿਹੜੇ ਐਕਸਟਰਾ ਵਾਧੂ ਸੰਬੰਧ ਜਿਹੜੇ ਜਾਂ ਰਿਲੇਸ਼ਨਸ਼ਿਪ ਬਣਦੇ ਆ ਵਿਆਹ ਤੋਂ ਬਾਅਦ ਵੀ, ਜੇ ਕਹਿੰਦੇ ਆ ਵੀ ਬੰਦਾ ਬਾਹਰ ਨੂੰ ਮੂੰਹ ਮਾਰਦਾ ਜਾਂ ਔਰਤ ਮਰਦ ਕੋਈ ਵੀ ਹੋ ਸਕਦਾ, ਉਹਦਾ ਕਾਰਨ ਕੀ ਹੈ? ਤੁਸੀਂ ਕੀ ਸਮਝਦੇ ਹੋ? ਬੜੀ ਮਾੜੀ ਗੱਲ ਹੈ ਜੀ, ਜਵਾਨਾ ਚੇਂਜ ਹੋ ਚੁੱਕਿਆ। ਉਹ ਜਵਾਨਾ ਚੇਂਜ ਹੋ ਕੇ ਕਰਕੇ ਨਾ ਹੁਣ ਅਸੀਂ ਕੋਈ ਮੇਰੀ ਲੜਕੀ ਹੈ ਜਾਂ ਲੜਕੇ ਦਾ ਜਾਂ ਹੋਰ ਤੁਸੀਂ ਬੱਚਿਆਂ ਵਾਲੇ ਹੋ, ਪਰ ਅਸੀਂ ਪ੍ਰੋਬਲਮ ਨਹੀਂ ਕਰ ਸਕਦੇ ਉਹਨਾਂ ਦੇ। ਪ੍ਰੋਬਲਮ ਕਰਦੇ ਤਾਂ ਉਹ ਬੱਚੇ ਸਾਡੇ ਆਪਣੇ ਦੇ ਜਿਹੜੇ ਗੱਲ ਨੂੰ ਕਹਿਣ ਦੇ ਕੁਛ ਆਪਣੇ ਕੋਲ ਕਹਿਣ ਕਿ ਮਾਂ ਬਾਪ ਦੇ ਲੜਾਈ ਕਰਾ ਦਿੰਦਾ। ਕਿਉਂਕਿ ਇੱਥੇ ਵੀ ਮੈਨੂੰ ਆਪਣੇ ਮੈਂ ਬਹੁਤ ਚਿਰ ਹੋ ਗਿਆ, ਆਪਣੇ 28 ਸਾਲ ਹੋ ਗਏ ਰਹਿੰਦੇ ਨੂੰ। ਮੇਰੇ ਕੋਲ ਤੋਂ ਕੈਟੇਗਰੀ ਤੋਂ ਮੈਂ ਜਦ ਉੱਥੇ ਜਾਣਾ ਨਹੀਂ, ਕੋਈ ਇਕੱਲੀ ਲੜਕੀ ਸੀ, ਕੋਈ ਬਾਹਰ ਕੱਢਦੀ ਸੀ ਕਿਸੇ ਨੇ, ਇਕੱਲੇ ਘਰੇ ਬਹੁਤ ਚੰਗੇ ਮੋਟੇ ਬੰਦੇ ਸੀ। ਹੁਣ ਮਾਪਾ ਕਰੂਗੀ, ਮਾਪਾ ਉਹਦੇ ਵਿੱਚ ਕਰੂਗੀ। ਤੁਹਾਡੇ ਖਿਆਲ ਸੁਣਦਾ ਹੁਣ ਜਵਾਨਾ ਚੇਂਜ ਹੋ ਚੁੱਕਿਆ ਜੀ ਬੇਟੀ। ਤੁਹਾਡੇ ਵਿਚਾਰ
ਮਾਫ ਕਰਨਾ, ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚ ਚੁੱਕੇ ਆ। ਸਮਾਂ ਬੜਾ ਸੀਮਤ ਹੁੰਦਾ, ਇਸ ਕਰਕੇ ਕਿਸੇ ਦਿਨ ਖੁੱਲੀਆਂ ਗੱਲਾਂ ਫੇਰ ਕਰਾਂਗੇ। ਬਹੁਤ ਸ਼ੁਕਰੀਆ ਜੀ। ਹਾਂਜੀ, ਇਹਨਾਂ ਦਾ ਵਿਚਾਰ ਹੈ, ਇਹਨਾਂ ਨੇ ਜਿਹੜਾ ਕਿਹਾ ਕਿ ਬੱਚੇ ਸਾਨੂੰ ਪੜ੍ਹਾਇਆ ਕਰਨਗੇ, ਹਾਂ ਉਹਨਾਂ ਦੇ ਕੋਲ ਬਹੁਤ ਇਨਫੋਰਮੇਸ਼ਨ ਹੈਗੀ, ਨੌਲੇਜ ਹੈਗੀ ਆ, ਪਰ ਸਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਨਾ ਸਾਡਾ। ਉਹਨਾਂ ਦੇ ਵਿੱਚ ਜਿਹੜਾ ਜੇ ਤੁਸੀਂ ਐਕਸਟਰਾ ਮੈਰਿਟਲ ਅਫੇਅਰ ਹੈ ਤੁਹਾਡਾ, ਇਹਦਾ ਮਤਲਬ ਕਿ ਤੁਸੀਂ ਆਪਣੇ ਘਰ ਦੀਆਂ ਡਿਊਟੀਆਂ ਜਿਹੜੀਆਂ ਨੈਗਲੈਕਟ ਕਰ ਰਹੇ ਹੈਗੇ ਆ। ਬੱਚੇ ਨਾਲ ਇੰਟਰੈਕਟ ਨਹੀਂ ਕਰ ਰਿਹਾ, ਕਮਿਊਨੀਕੇਸ਼ਨ ਨਹੀਂ ਕਰ ਰਿਹਾ ਹੈਗੀ, ਤੇ ਉਹਦੇ ਦੇ ਵਿੱਚ ਉਹਨੇ ਜੋ ਮਰਜ਼ੀ ਉਹਨੇ ਕਰਨਾ ਹੀ ਆ ਅਕਸਰ, ਕਿਉਂਕਿ ਜੇਕਰ ਉਹਨਾਂ ਦਾ ਨੌਲੇਜ ਆ ਤੇ ਸਾਡਾ ਐਕਸਪੀਰੀਅੰਸ ਹੈ, ਅਸੀਂ ਰਲ ਕੇ ਜੁਆਇੰਟਲੀ ਜਿਹਨੇ ਉਹਨੂੰ ਯੂਜ਼ ਕਰਨਾ। ਹਾਂ ਜ਼ਰੂਰ ਹੈ ਕਿ ਜਿਹੜੀਆਂ ਗੱਲਾਂ ਉਹ ਹਮੇਸ਼ਾ ਜਿਹੜਾ ਜਨਰੇਸ਼ਨ ਗੈਪ ਆ ਨਾ, ਇਹ ਅੱਜ ਨਹੀਂ ਹੈਗਾ, ਪਹਿਲਾਂ ਤੋਂ ਆਇਆ। ਕਿਉਂ ਮੇਰੀ ਮਦਰ ਕਹਿੰਦੀ ਹੁੰਦੀ ਜਿਹੜੀਆਂ ਗੱਲਾਂ ਤੈਨੂੰ ਪਤਾ ਉਹ ਮੈਨੂੰ ਨਹੀਂ ਪਤਾ ਹੈਗੀਆਂ, ਮੈਂ ਕਹਿੰਦੀ ਜਿਹੜੀਆਂ ਗੱਲਾਂ ਮੇਰੇ ਬੱਚਿਆਂ ਨੂੰ ਪਤਾ ਉਹ ਮੈਨੂੰ ਨਹੀਂ ਪਤਾ। ਇੰਜ ਹੀ ਜਿਹੜਾ ਜਨਰੇਸ਼ਨ ਗੈਪ ਆ ਹਮੇਸ਼ਾ ਰਿਹਾ। ਜਿਹੜਾ ਇਹ ਮੈਰਿਟਲ ਐਕਸਟਰਾ ਮੈਰਿਟਲ ਅਫੇਅਰ ਆ, ਇਹ ਨਵੀਂ ਚੀਜ਼ ਨਹੀਂ ਹੈਗੀ। ਉਹਨਾਂ ਦਿਨਾਂ ਦੇ ਵਿੱਚ ਇਹਦੇ ਬਾਰੇ ਬਹੁਤ ਗੱਲ ਨਹੀਂ ਸੀ ਕੀਤੀ ਜਾਂਦੀ, ਹੈ ਸੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿੱਦਾਂ ਹੁਣ ਆਪਾਂ ਮਹਾਰਾਜਾ ਰਣਜੀਤ ਸਿੰਘ ਨੇ 12 ਤੀਵੀਆਂ ਨਾਲ ਵਿਆਹ ਕਰਾਏ ਹੋਏ ਸੀਗੇ, ਉਹਨਾਂ ਦਿਨਾਂ 'ਚ ਵੀ ਹੈ ਸੀ, ਸਾਰਾ ਕੁਝ ਚੱਲਦਾ ਸੀ, ਲੇਕਿਨ ਪਰ ਉਹਨੂੰ ਪ੍ਰਮਾਣਿਕਤਾ ਮਿਲ ਜਾਂਦੀ ਸੀ। ਇਹੀ ਤੇ ਗੱਲ ਆ ਕਿ ਹੁਣ ਕਈ ਕਲਚਰ ਹੋਣਗੇ, ਕਈ ਕਲਚਰ ਆ ਹੁਣ ਆਪਣੇ 'ਚ ਜਿਹੜਾ ਨਾ ਵੈਡਲੌਕ ਚਿਲਡਰਨ ਨਹੀਂ ਹੈਗੇ। ਹੁਣ ਮੇਰੇ ਕੋਲ ਹੀ ਕਿੰਨੇ ਬੱਚੇ ਜਿਹੜੇ ਪੜ੍ਹੇ ਆ ਕਿ ਜਿਹੜੇ ਪ੍ਰੋਡਕਟ ਆਫ ਵੈਡਲੌਕ ਮੈਰਿਜਸ ਦੇ ਹੈਗੇ ਸੀਗੇ। ਅਸੀਂ ਉਹਨਾਂ ਨੂੰ ਕੀ ਕਹਿ ਸਕਦੇ, ਕਿਉਂਕਿ ਉਹਨਾਂ ਦੀ ਕਲਚਰਲ ਐਕਸੈਪਟੈਂਸ ਆ, ਤੇ ਜਿਹੜੇ ਕਲਚਰ ਦੇ ਨੋਰਮ ਆ ਉਹ ਅਸੀਂ ਸੁਸਾਇਟੀ ਐਜ਼ ਅ ਸੁਸਾਇਟੀ ਜਿਹੜੀ ਆ ਉਹ ਸੈੱਟ ਕਰਦੀ ਆ। ਉਹਨਾਂ ਦਾ ਕੋਈ ਰੀਜ਼ਨ ਹੁੰਦਾ ਜਿਹੜਾ ਸਾਨੂੰ ਜਾਨਵਰਾਂ ਤੇ ਮਨੁੱਖਾਂ ਤੋਂ ਅਲੱਗਾ ਕਰਦਾ ਵਾ, ਵੱਖਰਾ ਕਰਦਾ, ਕਿ ਉਹ ਜਿਹੜੀਆਂ ਚੀਜ਼ਾਂ ਵਾ ਉਹਦੇ ਵਿੱਚ। ਹੁਣ ਜੇ ਤੁਸੀਂ ਕਹਿੰਦੇ ਕਿ ਨਿਆਣੇ, ਅਸੀਂ ਕਿੰਨਾ ਕੁ ਟਾਈਮ ਦੇ ਕੇ ਕਹਿੰਦੇ ਆ ਕਿ ਆਹ ਜਿਹੜੀਆਂ ਚੀਜ਼ਾਂ ਵਾ, ਹੁਣ ਜੇ ਇੱਕ ਮਾਂ ਪਿਓ ਹੀ ਗਲਤ ਰਸਤੇ ਜਾਂਦਾ, ਓਬਵੀਅਸਲੀ ਬੱਚਿਆਂ ਨੇ ਜਾਣਾ ਹੀ। ਸੋ ਇੱਕ ਹੋਰ ਮੈਂ ਮੈਡਮ ਇੱਥੇ ਥੋੜੀ ਜੀ ਗੱਲ ਔਰ ਇਜ਼ਾਫਾ ਕਰਨਾ ਚਾਹਣਾ, ਨਾਲ ਦੀ ਨਾਲ ਸਵਾਲ ਵੀ ਹੈ ਇਹ ਕਿ ਤੁਸੀਂ ਕੀ ਸਮਝਦੇ ਹੋਗੇ ਜਦੋਂ ਆਪਾਂ ਗੱਲ ਕਰਦੇ ਹਾਂ ਹੁਣ ਅੱਜ ਕੱਲ੍ਹ ਜਿਹੜੇ ਕੰਟਰੈਕਟ ਮੈਰਿਜਸ ਵੀ ਹੋਣ ਲੱਗ ਗਏ, ਵੀ ਕੰਟਰੈਕਟ ਕੀਤਾ ਜਾਂਦਾ, ਵਿਆਹ ਤੋਂ ਪਹਿਲਾਂ ਕੰਟਰੈਕਟ ਕੀਤਾ ਜਾਂਦਾ, ਜੇ ਅਗਰ ਆਪਣੀ ਨਿਭੀ ਤਾਂ ਆਪਾਂ ਵਧੀਆ ਚੱਲਾਂਗੇ, ਜੇ ਨਹੀਂ ਨਿਭੀ ਤਾਂ ਜੇ ਕਿਸੇ ਕੋਲੇ ਜ਼ਿਆਦਾ ਪੈਸਾ ਹੈ ਤਾਂ ਇਹ ਨਹੀਂ ਹੈ ਕਿ ਵੀ ਤੂੰ ਵਿਆਹ ਕਰਾ ਲਿਆ ਮੇਰੇ ਨਾਲ ਪੈਸਾ ਦੇਖਦੇ ਕਿ ਕੱਲ ਨੂੰ ਕਹੇਗੇ ਡਿਵੋਰਸ ਲੈਣਾ ਤੇ ਵਿਆਹ ਬਾਅਦ ਦੇ ਵਿੱਚ ਆਪਾਂ ਵੰਡ ਉਹ ਵਨ ਆਫ ਦਾ ਰੀਜ਼ਨ ਇਹਨੂੰ ਕਹਿੰਦੇ ਕਿ ਮੈਰਿਜ ਫॉर ਰੀਜ਼ਨਸ। ਇਹਦੇ ਪਿੱਛੇ ਮੋਟਿਵ ਕੀ ਆ, ਮੋਟਿਵ ਕੀ ਆ? ਅਸੀਂ ਵਿਆਹ ਦੋ ਸੋਲਸ ਨੂੰ ਇਮੋਸ਼ਨਲੀ ਕਨੈਕਟਡ ਲੋਕਾਂ ਦਾ ਨਹੀਂ ਕਰ ਰਿਹਾ ਜੋੜ, ਅਸੀਂ ਰੀਜ਼ਨ ਲਈ ਕਰ ਰਹੇ ਆ। ਉਹਦੇ ਵਿੱਚ ਅਸੀਂ ਮਟੀਰੀਅਲ ਵੀ ਇਨਵੋਲਵ ਹੋ ਸਕਦਾ ਹੈਗਾ, ਸਾਡਾ ਕੋਈ ਪਰਸਨਲ ਇੰਟਰਸਟ ਵੀ ਹੋ ਸਕਦਾ, ਇਮੀਗ੍ਰੇਸ਼ਨ ਵੀ ਹੋ ਸਕਦੀ ਆ, ਪੈਸਾ ਵੀ ਹੋ ਸਕਦਾ। ਉਹ ਜਿਹੜੀਆਂ ਵਾ ਉਹ ਬੜੀਆਂ ਸੁਸਾਇਟੀ ਵਾਸਤੇ ਡੈਟਰਾਮੈਂਟਲ ਆ। ਕਾਹਦੇ ਲਈ ਡੈਟਰਾਮੈਂਟਲ ਆ? ਕਿ ਅਸੀਂ ਉਹਨਾਂ ਨੂੰ ਰਾਏ ਇਸ ਤੋਰਦੇ ਆ ਕਿ two couple like a couple they are two person they are not happy with each other, they are not emotionally connected, they don't like each other's values। ਫਿਰ obviously ਕਿ ਉਹਨਾਂ ਨੇ ਉਹ ਜਿਹੜਾ ਆਪਣਾ ਕੀਤਾ ਹੋਇਆ ਕੰਟਰੈਕਟ ਕਹਿ ਦਿਓ ਤੁਸੀਂ, ਸਾਡੇ ਜਿਹੜੇ ਕੰਟਰੈਕਟ ਦੀਆਂ ਮੈਰਿਜਸ ਚੱਲਦੀਆਂ ਹੈਗੀਆਂ ਉਹਨਾਂ ਨੂੰ ਵੀ ਬਰਕਰਾਰ ਰੱਖਣਾ ਤੇ ਦੂਸਰੇ ਪਾਸੇ ਵੀ ਜਾਣਾ ਹੈਗਾ। ਫਿਰ ਇਹ ਜਿਹੜੀਆਂ ਐਗਜ਼ਾਮਪਲਸ ਆ ਨਾ, ਮੈਂ ਇਹ ਦੇਖਿਆ ਕਿ ਅੱਜ ਨਹੀਂ ਹੈਗਾ, ਮੈਂ ਪਹਿਲੇ ਦੇਖਿਆ ਕਿ ਜਿਹੜੇ ਜਨਰੇਸ਼ਨ ਸਾਡੀ ਦੇ ਬੱਚੇ ਆਏ ਸੀਗੇ ਨਾ, ਮਤਲਬ ਲੋਕ ਆਏ ਸੀ ਜਿਹੜੇ ਉਹਨਾਂ ਦੇ ਬੱਚੇ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਜ਼ਬਰਦਸਤੀ ਇੰਡੀਆ ਲਿਜਾ ਕੇ ਵਿਆਹੀਏ, ਆਪਣੇ ਰਿਸ਼ਤੇਦਾਰਾਂ 'ਚ ਕਰੀਏ, ਪਰ ਉਹ ਬੱਚੇ ਆਲਰੇਡੀ ਇਨਵੋਲਵ ਸੀਗੇ। ਪਰ ਜਦੋਂ ਇਹ ਧੱਕਾ ਕੀਤਾ ਜਾਂਦਾ ਸੀ, ਮੰਨ ਲਓ ਤੁਸੀਂ ਪਹਿਲਾਂ ਦੀ ਸਿਰ ਗੱਲ ਕਰਦੇ ਆ, ਅੱਜ ਕੱਲ੍ਹ ਤਾਂ ਖੈਰ ਧੱਕਾ ਵੀ ਨਹੀਂ ਹੋਣੋਂ ਹਟ ਗਿਆ। ਪਹਿਲਾਂ ਜਿਹੜਾ ਇਹ ਹੁੰਦਾ ਸੀ ਕਿ ਵੀ ਜਦੋਂ ਅਸੀਂ ਜਿਵੇਂ 30-40 ਸਾਲ ਪਹਿਲਾਂ ਆਏ ਆ ਵੀ ਸਾਡੇ ਬੱਚੇ ਇੱਥੋਂ ਦੇ ਬੋਰਨ ਆ ਤੇ ਉਹਨਾਂ ਨੂੰ ਚੱਕ ਕੇ ਇੰਡੀਆ ਪੰਜਾਬ 'ਚ ਲੈ ਜਾਂਦੇ ਆ ਤੇ ਧੱਕੇ ਨਾਲ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਨਾਲ, ਕੁੜੀ ਨਾਲ, ਮੁੰਡੇ ਨਾਲ ਮੜ ਦਿੰਦੇ ਆ। ਬਹੁਤ ਸਾਰੇ ਬਾਅਦ ਜਦੋਂ ਇੱਥੇ ਆ ਕੇ ਉਹਨਾਂ 'ਚ ਕੰਜਰ ਕਲੇਸ਼ ਹੁੰਦਾ ਇਸ ਚੀਜ਼ ਦਾ, ਹਨਾ, ਮਤਲਬ ਕਾਟੋ ਕਲੇਸ਼ ਆਪਾਂ ਕਹਿੰਦੇ ਜਿਹਨੂੰ, ਤਾਂ ਉਹ ਹੁੰਦਾ, ਉਹਦੇ ਕਰਕੇ ਡਿਵੋਰਸਸ ਹੁੰਦੇ ਆ। ਕਈ ਵਾਰੀ ਜੇ ਡਿਵੋਰਸਸ ਨਾ ਵੀ ਹੋਣ, ਵੀ ਕਿਤੇ ਵੀ ਸਾਡੀ ਕਿਤੇ ਹੇਠੀ ਨਾ ਹੋ ਜੇ, ਵੀ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਛੱਡਦੀ ਜਾਂ ਮੁੰਡਾ ਛੱਡਦਾ, ਤਾਂ ਉਹ ਡਿਵੋਰਸ ਨਾ ਵੀ ਹੋਣ ਤਾਂ ਫਿਰ ਉਹ ਐਕਸਟਰਾ ਮੈਰਿਟਲ ਅਫੇਅਰ ਦੇ ਜਿਹੜੀ ਚੱਲਦੇ ਰਹਿੰਦੇ ਆ, ਤੇ ਉਹਦੇ ਵਿੱਚ ਫਿਰ ਸਾਰਾ ਜਿਹੜਾ ਘਰ ਦਾ এনवायरमेंट ਹੈ ਉਹ ਵੀ ਇਫੈਕਟ ਹੁੰਦਾ ਹੈਗਾ, ਤੁਹਾਡੇ ਬੱਚੇ ਵੀ ਹੁੰਦੇ ਆ ਇਫੈਕਟ। ਤੁਸੀਂ ਦੋਨੇ ਪਾਸੇ, ਜੇ ਮਰਦ ਹੈ ਚਾਹੇ ਔਰਤ, ਦੋਨੇ ਪਾਸੇ ਉਹ ਅਸ਼ਾਂਤ ਹੈ ਜਿਹੜਾ ਪੂਰੀ ਜ਼ਿੰਦਗੀ ਉਹ ਸਫਰ ਕਰਦੇ ਆ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਆਪਾਂ ਜਲਦ ਪਰਤਦੇ ਆ। ਸੋ ਦਰਸ਼ਕੋ, ਬੜੇ ਗੰਭੀਰ ਮੁੱਦੇ ਦੇ ਉੱਪਰ ਜਿਹੜੀ ਅਸੀਂ ਚਰਚਾ ਕਰ ਰਹੇ ਹਾਂ। ਦੋ ਤਿੰਨ ਜਿਹੜੇ ਸਿੱਟੇ ਸਾਡੇ ਜਦੋਂ ਅਸੀਂ ਨੂੰ ਘੋਖ ਕੇ ਖੰਗੋਲ ਕੇ ਜਦੋਂ ਅਸੀਂ ਦੋ ਤਿੰਨ ਸਿੱਟੇ ਕੱਢੇ ਆ, ਉਹ ਇਹ ਹੈ ਕਿ ਵੀ ਕਈ ਵਾਰੀ ਧੱਕੇ ਦੇ ਨਾਲ ਜਿਹੜਾ ਵਿਆਹ ਕੀਤਾ ਜਾਂਦਾ, ਮਿਸਮੈਚ ਹੋ ਜਾਂਦਾ। ਇੱਕ ਤਾਂ ਇਹ ਕਾਰਨ ਬਣ ਸਕਦਾ, ਦੂਜਾ ਹੈ ਕਿ ਸੋਸ਼ਲ ਮੀਡੀਆ ਸਭ ਤੋਂ ਵੱਡਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹਨੂੰ ਅਸੀਂ ਐਡਵਾਂਸ ਕਹਿੰਦੇ ਹਾਂ, ਕਿ ਸਾਡੀ ਜਿਹੜੀ ਅਸੀਂ ਅੱਜ ਦੀ ਪੀੜ੍ਹੀਆਂ ਬੜੇ ਐਡਵਾਂਸ ਹਾਂ ਅਸੀਂ,
ਸੋਸ਼ਲ ਮੀਡੀਆ ਸਾਨੂੰ ਬੜਾ ਅਟਰੈਕਟ ਕਰਦਾ ਕਿ ਯਾਰ ਜੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖ ਲਿਆ ਕਿ ਵੀ ਮੇਰੀ ਤਾਂ ਘਰ ਵਾਲੀ ਇਦਾਂ ਦੀ ਹੈ ਨਹੀਂ, ਮੇਰਾ ਤਾਂ ਘਰ ਵਾਲਾ ਇਦਾਂ ਦਾ ਹੈ ਨਹੀਂ, ਇਹ ਕਿਤੇ ਮੇਰਾ ਘਰ ਵਾਲਾ ਜਾਂ ਮੇਰੀ ਘਰ ਵਾਲੀ ਹੋਵੇ ਤਾਂ ਸ਼ਾਇਦ ਗੱਲ ਬਣਦੀ ਹੈ। ਇੱਕ ਤਾਂ ਇਹ ਪੁਆਇੰਟ ਹੋ ਗਿਆ। ਜਿਹੜੀ ਜਦੋਂ ਅਸੀਂ ਗੱਲ ਕਰਦੇ ਹਾਂ ਗ੍ਰਸਤੀ ਮਤਲਬ ਕਿ ਜਿਹੜੀ ਸੈਕਸ਼ੂਅਲੀ ਜ਼ਿੰਦਗੀ ਹੈ ਜਾਂ ਸੈਕਸ਼ੂਅਲੀ ਸਾਡੀ ਜਿਹੜੀ ਪੂਰਤੀ ਆ ਕਿਤੇ ਨਹੀਂ ਹੁੰਦੀ ਤਾਂ ਸ਼ਾਇਦ ਇਹ ਵੀ ਕਾਰਨ ਬਣਦਾ ਹੈ। ਫਿਰ ਉਸ ਤੋਂ ਬਾਅਦ ਆਨਰ ਕਿਲਿੰਗ ਵੀ ਹੋ ਜਾਂਦੀ ਹੈ, ਜਦੋਂ ਬੰਦੇ ਨੂੰ ਕਹਿੰਦੇ ਨਾ ਮੇਰਾ ਠੇਠੀ ਹੋ ਗਈ ਜਾਂ ਬੇਇੱਜ਼ਤੀ ਹੋ ਗਈ। ਇਸ ਮੈਰਿਟਲ ਅਫੇਅਰ ਦੇ ਵਿੱਚ ਕਈ ਵਾਰੀ ਆਨਰ ਕਿਲਿੰਗ ਦਾ ਵੀ ਮਸਲਾ ਸਾਹਮਣੇ ਆਉਂਦਾ। ਫਿਰ ਉਸ ਤੋਂ ਬਾਅਦ 2-4 ਪੁਆਇੰਟ ਹੋਰ ਹੈ ਕਿ ਜਿਹੜੇ ਅੱਜ ਕੱਲ੍ਹ ਜਿਹੜੇ ਬੱਚੇ ਬੱਚੀਆਂ 7.5 ਬੈਂਡ ਲੈ ਕੇ 6.5 ਬੈਂਡ ਲੈ ਕੇ ਛੋਟੀ ਉਮਰ ਦੇ ਵਿੱਚ ਹੀ ਬਿਨਾਂ ਮਰਜ਼ੀ ਤੋਂ, ਕਈ ਵਾਰੀ ਹੁੰਦਾ ਨਾ ਵੀ ਇੱਕ ਨੇ ਆਈਲੈਟਸ ਕਰ ਲਈ, ਦੂਜਾ ਪੈਸਾ ਖਰਚਦਾ, ਚਲੋ ਵੀ ਵਿਆਹ ਕਰਕੇ ਤੋਰ ਦੋ। ਇੱਥੇ ਆ ਕੇ ਫਿਰ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਕੈਨੇਡਾ ਦੇ ਵਿੱਚ ਆ ਕੇ ਮੁੰਡੇ ਕੁੜੀਆਂ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਕਿਉਂਕਿ ਮੈਚਿਓਰ ਹੁੰਦੇ ਨਹੀਂ। ਕਈ ਵਾਰੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਵਿਆਹ ਕਿਹਦੇ ਨਾਲ ਹੋਇਆ। ਫਿਰ ਇੱਥੇ ਆ ਕੇ ਦਿੱਕਤ ਇਹ ਆਉਂਦੀ ਹੈ ਕਿ ਜਦੋਂ ਪੜ੍ਹਦੇ ਸਮੇਂ ਕਿਸੇ ਨਾਲ ਸਹਿਪਾਠੀ ਨਾਲ ਕਿਤੇ ਨਾ ਕਿਤੇ ਕੋਈ ਹੋ ਜਾਂਦੀ ਹੈ ਗੰਢ ਧੁੱਪ, ਜਾਂ ਕਿਤੇ ਨਾ ਕਿਤੇ ਇਹ ਹੋ ਜਾਂਦਾ ਕਿ ਵੀ ਅਸੀਂ ਅੱਗੇ ਚੱਲ ਕੇ ਵਿਆਹ ਕਰਾਵਾਂਗੇ। ਇਹੋ ਜਿਹੇ 2-3 ਵਿਸ਼ਿਆਂ ਦੇ ਉੱਪਰ ਹੋਰ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਪਰਤਦੇ ਹਾਂ ਔਰ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ TV। ਪ੍ਰੋਗਰਾਮ ਦਾ ਨਾਮ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਨਵਾਂ ਮਹਿਮਾਨ ਔਰ ਨਵਾਂ ਵਿਸ਼ਾ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਿਆ ਕਰਦੇ ਹਾਂ ਤਾਂ ਕਿ ਕੁਝ ਚੰਗਾ ਔਰ ਆਥੈਂਟਿਕ ਵਿਚਾਰ ਜਾਂ ਆਥੈਂਟਿਕ ਜਿਹੜੀ ਅਵੇਅਰਨੈਸ ਆ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਔਰ ਇਸ ਪ੍ਰੋਗਰਾਮ ਨੂੰ ਜ਼ਰੂਰ ਦੇਖਿਆ ਕਰੋ, ਫੀਡਬੈਕ ਵੀ ਦਿਆ ਕਰੋ, ਫੋਨ ਕਾਲਸ ਵੀ ਕਰਿਆ ਕਰੋ, ਚਾਹੇ ਪ੍ਰੋਗਰਾਮ ਤੋਂ ਬਾਅਦ ਵੀ ਕਰਨਾ ਤਾਂ ਨੰਬਰ ਤੁਸੀਂ ਦੇਖੋ ਕਿ 905 790 9099 ਸਟੂਡੀਓ ਦਾ ਨੰਬਰ ਹੈ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਅਗਰ ਤੁਸੀਂ ਨੰਬਰ ਜਿਹੜਾ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਉਹਦੇ ਉੱਪਰ ਵੀ ਕਾਲ ਕਰ ਸਕਦੇ ਹੋ। ਸੇਮ ਨੰਬਰ ਹੈ ਜੋ ਮੈਂ ਅਨਾਉਂਸ ਕਰ ਰਿਹਾ 905 790 9099। ਕੋਈ ਵੀ ਸੁਝਾਅ, ਕੋਈ ਵੀ ਵਿਚਾਰ ਜਾਂ ਸਵਾਲ ਦੇਣਾ ਚਾਹੁੰਦੇ, ਰੱਖਣਾ ਚਾਹੁੰਦੇ ਆ ਤਾਂ ਤੁਸੀਂ ਪ੍ਰੋਗਰਾਮ ਦੇ ਦੌਰਾਨ ਵੀ ਰੱਖ ਸਕਦੇ ਆ। ਸੋ ਅੱਜ ਜੋ ਅਸੀਂ ਵਿਸ਼ਾ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਹੈ ਕਿ ਐਕਸਟਰਾ ਮੈਰਿਟਲ ਅਫੇਅਰ, ਜਿਹਨੂੰ ਅਸੀਂ ਕਹਿੰਦੇ ਆ ਕਿ ਵਿਆਹੁਤਾ ਵਾਧੂ ਸੰਬੰਧ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਵਿਆਹ ਤੋਂ ਬਾਅਦ ਵੀ ਅਗਰ ਸਾਡਾ ਕਿਤੇ ਨਾ ਕਿਤੇ ਰਿਲੇਸ਼ਨਸ਼ਿਪ ਬਣਿਆ ਹੋਇਆ ਹੈ, ਵਾਧੂ ਨਜਾਇਜ਼ ਸੰਬੰਧ ਬਣੇ ਹੋਏ ਆ ਜਾਂ ਐਕਸਟਰਾ ਮੈਰਿਟਲ ਅਫੇਅਰਸ ਸਾਡਾ ਚੱਲ ਰਿਹਾ ਹੈ, ਉਹਦੇ ਕਾਰਨ ਕੀ ਹੈ। ਜੇ ਲੱਛਣ ਵੀ ਕਾਰਨ ਵੀ, ਕਈ ਵਾਰੀ ਸਾਨੂੰ ਲੱਛਣ ਵੀ ਨਹੀਂ ਨਜ਼ਰ ਆਉਂਦੇ, ਉਹ ਵੀ ਅੱਜ ਮੈਡਮ ਤੋਂ ਸੁਣਦੇ ਆ ਵੀ ਸਾਨੂੰ ਕੀ ਦੇਖਣਾ ਚਾਹੀਦਾ ਕਿ ਯਾਰ ਇਹਦਾ ਕਿਤੇ ਨਾ ਕਿਤੇ ਕੋਈ ਮੇਰੇ ਪਤੀ ਦਾ ਜਾਂ ਪਤਨੀ ਦਾ ਆਸੇ-ਪਾਸੇ ਕਿਤੇ ਕੋਈ ਇਸ ਤਰ੍ਹਾਂ ਦਾ ਚੱਲ ਤਾਂ ਨਹੀਂ ਰਿਹਾ। ਜੇ ਚੱਲ ਰਿਹਾ ਤਾਂ ਮੈਂ ਖੁਦ ਵੀ ਵਿਚਾਰ ਕਰਾਂ ਵੀ ਇਹਨੂੰ ਬਾਹਰ ਜਾਣਾ ਕਿਉਂ ਪਿਆ। ਉਹ ਵੀ ਸਾਰੀ ਅਸੀਂ ਅੱਜ ਵਿਚਾਰ ਚਰਚਾ ਕਰ ਰਹੇ ਹਾਂ ਔਰ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਉਹ ਵੀ ਚਰਚਾ ਕਰਾਂਗੇ। ਆਓ ਫਿਰ ਕਰਦੇ ਹਾਂ ਸਵਾਗਤ ਮੈਡਮ ਦਾ। ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ। ਹਾਂਜੀ ਜੀ, ਆਏ ਹਾਂ ਸਾਰਿਆਂ ਨੂੰ ਫਿਰ। ਹਾਂਜੀ, ਆਪਾਂ ਗੱਲ ਕਰਦੇ ਹਾਂ ਕਿ ਵੀ ਕਿਉਂ ਜਾਂਦੇ ਆ ਮਰਦ ਜਾਂ ਔਰਤ, ਹੈ ਨਾ। ਜਦੋਂ ਘਰ ਦੇ ਵਿੱਚ ਤੁਸੀਂ ਦੇਖਦੇ ਆ ਕਿ ਤੁਹਾਡਾ ਕਮਿਊਨੀਕੇਸ਼ਨ ਕੱਟ ਆਫ ਹੋ ਗਿਆ, ਕੋਈ ਬੰਦਾ ਜਿਹੜਾ ਤੁਹਾਡੇ ਨਾਲ ਬੈਠ ਕੇ ਕੋਈ ਮਤਲਬ ਤੁਹਾਡੀ ਕੰਪਨੀ ਇੰਜੋਏ ਨਹੀਂ ਕਰ ਰਿਹਾ ਹੈਗਾ, ਝੂਠ ਬੋਲ ਰਿਹਾ ਹੈਗਾ, ਬਾਹਰ ਤੁਹਾਡਾ ਫਾਈਨੈਂਸ਼ੀਅਲ ਵੀ ਤੁਸੀਂ ਦੇਖਦੇ ਕਿ ਕਈ ਵਾਰੀ ਚੈੱਕ ਕਰ ਲੈਂਦੇ ਕਿ ਫਾਈਨੈਂਸ਼ੀਅਲ ਵੀ ਤੁਹਾਡਾ ਲਾਸ ਹੋ ਰਿਹਾ ਹੈਗਾ, ਤੇ ਕਈ ਵਾਰੀ ਡਿਸਕਨੈਕਟ ਜਿਹਾ ਬੰਦਾ ਹੈਗਾ ਕਿ ਕਹਿ ਕੇ ਕਿਤੇ ਤੇ ਜਾਣਾ ਕਿਤੇ ਹੈਗਾ, ਤੇ ਉਹ ਫਿਰ ਉਹਦੇ ਵਿੱਚ ਇਹ ਜ਼ਰੂਰੀ ਆ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਇਹ ਬੈਠ ਕੇ ਜ਼ਰੂਰ ਗੱਲਬਾਤ ਕਈ ਅਵੋਇਡ ਕਰਦੇ ਆ। ਜਿਹੜਾ ਕਿਸੇ ਦਾ ਹੋਊਗਾ ਉਹ ਅਵੋਇਡ ਕਰੂਗਾ ਕਿ ਮੈਂ ਇਹਦੇ ਬਾਰੇ ਨਾ ਹੀ ਗੱਲ ਕਰਾਂ ਤੇ ਠੀਕ ਆ, ਕਿਉਂਕਿ ਮਤਲਬ ਉਸ ਚੀਜ਼ ਨੂੰ ਪਰਦਾ ਪਾਇਆ ਜਾਂਦਾ ਕਿਉਂਕਿ ਜੇ ਇਹ ਆਪਣਾ ਕਲਚਰਲੀ ਜਾਂ ਸੋਸ਼ਲੀ ਐਕਸੈਪਟੇਬਲ ਹੋਵੇ, ਐਕਸੈਪਟੈਂਸ ਹੋਵੇ, ਤੇ ਫਿਰ ਤੇ ਬੰਦਾ ਓਪਨਲੀ ਕਵੇ ਵੀ ਮੈਂ ਕਹਿੰਦੇ ਕੋਈ ਨਹੀਂ ਮੈਂ ਜਾਣਾ ਇੰਜ ਕਰਨਾ। ਕਹਿੰਦੇ ਕਿ ਮੈਨੂੰ ਪਤਾ ਲੱਗਿਆ ਕਿ ਕਈ ਥਾਈਂ ਤੇ ਆਪਣੇ ਇੰਡੀਆ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਕਿ ਆਮ ਫੈਮਲੀਆਂ ਦਾ ਨੋਰਮ ਬਣ ਗਿਆ ਸੀਗਾ ਕਿ ਕੋਈ ਨਹੀਂ ਮੈਂ ਬਾਹਰ ਜਾ ਰਹੀ। ਹੁਣ ਨਹੀਂ, ਬਾਹਰ ਜਾਣ ਦਾ ਵੀ ਹੁੰਦਾ। ਤੁਸੀਂ ਆਪਣੀ ਦੇਖੋ ਜੀ, ਫਰੈਂਡਸ਼ਿਪ ਆ, ਤੁਹਾਡਾ ਸਰਕਲ ਆ। ਜੀ ਮੈਡਮ, ਇੱਕ ਮੈਂ ਇਹਦੇ ਵਿੱਚ ਹੋਰ ਗੱਲ ਐਡ ਕਰਨੀ ਚਾਹਣਾ, ਜਿਹੜਾ ਤੁਸੀਂ ਹੁਣੇ ਇੱਕ ਮਿਸਾਲ ਜਿਹੜੀ ਚੰਡੀਗੜ੍ਹ ਜਾਂ ਵੱਡੇ ਮੈਟਰੋਪੋਲੀਟਨ ਸਿਟੀ ਦੀ ਜਿਹੜੀ ਸਿਟੀਜ਼ ਦੀ ਗੱਲ ਕਰਦੇ ਆ ਨਾ, ਉੱਥੇ ਨਾ ਕਈ ਵਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਸੀ ਕਿ ਸਾਡਾ ਸਟੇਟਸ ਸਿੰਬਲ ਬਣ ਜਾਂਦਾ। ਸਟੇਟਸ ਸਿੰਬਲ ਦੇ ਵਿੱਚ ਕੀ ਆ ਜਾਂਦਾ, ਕਈ ਵਾਰੀ ਅਸੀਂ ਦਾਰੂ ਪੀਣਾ ਜਾਂ ਕਿੱਟੀ ਪਾਰਟੀਜ਼ ਅੱਜ ਕੱਲ੍ਹ ਜਿਹੜਾ ਰਿਵਾਜ ਚੱਲਿਆ ਹੋਇਆ, ਉਸ ਪਾਰਟੀਜ਼ ਦੇ ਵਿੱਚ ਜਿਵੇਂ ਮਤਲਬ ਇਹੋ ਜਿਹਾ ਕੁਛ ਕਰਨਾ ਜਿਹਨੂੰ ਅਸੀਂ ਫਨ ਦਾ ਨਾਮ ਦਿੰਦੇ ਆ।
ਫਿਰ ਉਹ ਫਨ ਜਿਹੜਾ ਵੱਧਦਾ ਨਾ ਕਿਤੇ ਨਾ ਕਿਤੇ ਇੱਧਰ ਨੂੰ ਤੁਰ ਪੈਂਦਾ। ਔਰ ਐਕਸਟਰਾ ਮੈਰਿਟਲ ਅਫੇਅਰ ਨੂੰ ਵੀ ਅੱਜ ਕੱਲ ਜਿਹੜਾ ਸਟੇਟਸ ਸਿੰਬਲ ਦੇ ਤੌਰ ਤੇ ਦੇਖਿਆ ਅੱਛਾ, ਜਾਂਦਾ। ਇਹਦੇ ਵਿੱਚ ਇਹ ਗੱਲ ਜ਼ਰੂਰੀ ਆ ਕਿ ਅਸੀਂ ਜਿਹੜਾ ਨਾ ਇੱਕ ਦੋਸਤੀ ਦਾ, ਹੁਣ ਤੁਸੀਂ ਇੱਕ ਗੱਲ ਦੱਸਿਓ ਕਿ ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚ ਆ ਜੀ ਜੋ ਕੋਈ ਮਰਦ ਜਾਂ ਔਰਤ ਉੱਦਾਂ ਵੀ ਫਰੈਂਡਸ਼ਿਪ ਆ, ਉੱਦਾਂ ਵੀ ਗੱਲ ਕਰਦੇ ਆ ਤੇ ਉਹਨਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਲੋਕ ਦੇਖ ਲੈਂਦੇ ਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈਗਾ। ਜੇਕਰ ਤੁਸੀਂ ਆਪਣਾ ਆਪ ਇੰਨਾ ਉੱਚਾ ਉਠਾਉਣਾ ਚਾਹੁੰਦੇ ਆ ਤੇ ਤੁਸੀਂ ਕਿਤੇ ਵੀ ਜਾਓ, ਮੈਂ ਹਰ ਥਾਂ ਤੇ ਗਈ ਆ, ਮੈਨੂੰ ਨਹੀਂ ਮਹਿਸੂਸ ਹੋਇਆ ਹੈਗਾ। ਤੁਸੀਂ ਹਰੇਕ ਦੇ ਨਾਲ ਗੱਲ ਕਰੋ, ਹਰੇਕ ਦੇ ਨਾਲ ਓਪਨ ਰਹੋ। ਜੇ ਤੁਹਾਨੂੰ ਦਿਸਦਾ ਵਾ, ਹੁਣ ਫੇਸਬੁੱਕ ਤੇ ਵੀ ਹੈਗੇ, WhatsApp ਤੇ ਵੀ ਹੈਗੇ, ਜਾਂ ਤੁਹਾਨੂੰ ਦਿਸਦਾ ਕਿ ਬੰਦਾ ਤੁਹਾਨੂੰ ਗਲਤ ਗੱਲ ਕਹਿ ਰਿਹਾ ਹੈਗਾ, ਜੁਰਤ ਰੱਖੋ ਉਹਨੂੰ ਕਹਿਣ ਦੀ ਕਿ ਇਹ ਗਲਤ ਆ। ਜੀ ਸੋ ਇੱਕ ਹੋਰ ਪੁਆਇੰਟ ਹੈ ਜਿਹੜਾ ਬੜਾ ਉਹ ਅਹਿਮ ਪੁਆਇੰਟ ਆ, ਉਹ ਵੀ ਆਪਾਂ ਥੋੜਾ ਜਿਹਾ ਚਰਚਾ ਕਰ ਲਈਏ ਉਹਦੇ ਬਾਰੇ। ਅੱਜ ਕੱਲ ਜਿਹੜਾ ਖਾਸ ਕਰਕੇ ਕਿਉਂਕਿ ਮੈਂ ਆਪਣੀ ਕਮਿਊਨਿਟੀ ਦੇ ਨਾਲ ਜੁੜਿਆ ਮਸਲੇ ਔਰ ਸਾਡੀਆਂ ਜੜ੍ਹਾਂ ਔਰ ਜਿਹੜੇ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ, ਉਹ ਵੀ ਸਾਡੀਆਂ ਸਾਰਿਆਂ ਦੀਆਂ ਜੜ੍ਹਾਂ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ। ਔਰ ਸਭ ਦਾ ਇਹ ਧਿਆਨ ਬਣਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਕੱਲ ਬੇਰੁਜ਼ਗਾਰੀ ਕਹਿ ਲਓ, ਜੋ ਜ਼ਿੰਦਗੀ ਦਾ ਜਿਹੜਾ ਕੋਈ ਉੱਥੇ ਬੇਹਾਲ ਹੈ, ਬੁਰਾ ਹਾਲ ਹੈ। ਸੋ ਹਰੇਕ ਪੇਰੈਂਟਸ ਦੀ ਇਹ ਤਮੰਨਾ ਹੁੰਦੀ ਹੈ ਕਿ ਸਾਡੇ ਬੱਚੇ +2 ਕਰਨ ਤੋਂ ਬਾਅਦ ਆਈਲੈਟਸ ਕਰਨ, ਆਈਲੈਟਸ ਕਰਕੇ ਕੈਨੇਡਾ, ਅਮਰੀਕਾ ਜਾਂ ਨਿਊਜ਼ੀਲੈਂਡ ਜਿੱਥੇ ਵੀ ਉਹ ਸੈਟਲ ਡਾਊਨ ਹੋ ਜਾਣ। ਸੋ ਕਈ ਬੱਚਿਆਂ ਦੇ ਪੇਰੈਂਟਸ ਕੋਲੇ ਜਾਂ ਕਈਆਂ ਕੋਲੇ ਇਸ ਤਰ੍ਹਾਂ ਦਾ ਜੇ ਕਹਿ ਲਓ ਕਿ ਵੀ ਉਹਨਾਂ ਕੋਲੇ ਕੈਪੈਸਿਟੀ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਦੀਆਂ ਫੀਸਸ ਭਰਨ, ਇਸ ਕਰਕੇ ਇੱਕ ਬੱਚਾ ਜਾਂ ਆਈਲੈਟਸ ਕਰਦਾ। ਅੱਜ ਕੱਲ ਆਮ ਚੱਲਦਾ, ਔਰ ਤੁਸੀਂ ਦੇਖੋਗੇ ਕਿ ਮੈਟਰੀਮੋਨੀਅਲਸ ਦੇ ਵਿੱਚ ਵੀ ਅੱਜ ਕੱਲ ਆਮ ਚੱਲਦਾ ਕਿ ਕੁੜੀ ਨੇ ਜਾਂ ਮੁੰਡੇ ਨੇ 6.5 ਬੈਂਡ ਲਏ ਹੋਏ ਆ, 7 ਬੈਂਡ ਲਏ ਹੋਏ ਆ, ਉਹੀ ਸੰਪਰਕ ਕਰਨ ਜਿਹੜੇ ਪੈਸੇ ਲਾ ਸਕਣ। ਅੱਜ ਕੱਲ ਆਮ ਜਿਹੜਾ ਇਹ ਟ੍ਰੈਂਡ ਬਣਿਆ ਹੋਇਆ। ਪਰ ਜਦੋਂ ਇਹ ਵਿਆਹ ਹੋ ਜਾਂਦੇ ਆ, ਵਿਆਹ ਹੋ ਕੇ ਇੱਥੇ ਪਹੁੰਚ ਗਏ, ਇਕੱਠੇ ਆ ਗਏ ਆ, ਇੱਕ ਨੂੰ ਸਟੱਡੀ ਵੀਜ਼ਾ ਮਿਲ ਗਿਆ, ਦੂਜੇ ਨੂੰ ਉੱਪਰ ਪਰਮਿਟ ਮਿਲ ਗਿਆ, ਵਰਕ ਪਰਮਿਟ, ਤਾਂ ਫਿਰ ਉਹ ਕੀ ਆ ਕਿ ਜਿਹੜੀ ਲੜਕੀ ਆ ਜਾਂ ਲੜਕਾ ਹੈ ਉਹਨਾਂ ਦੇ ਫਿਰ ਇੱਧਰ ਉੱਧਰ ਨੂੰ ਜਿਹੜੇ ਮੂੰਹ ਹੋ ਜਾਂਦੇ ਆ, ਕਿਸੇ ਦਾ ਇੱਕ ਪਾਸੇ ਦੂਜੇ ਦਾ ਦੂਜੇ ਪਾਸੇ। ਉਦੋਂ ਵੀ ਸ਼ਾਇਦ ਆ ਜਿਹੜੀ ਨੌਬਤ ਹੈ ਐਕਸਟਰਾ ਮੈਰਿਟਲ ਅਫੇਅਰ ਦੀ, ਕਿਉਂਕਿ ਉਹ ਵੀ ਤਾਂ ਵਿਆਹ ਕਰਵਾ ਕੇ ਆਏ ਨਾ, ਇਹ ਨੌਬਤ ਹੈ ਜਿਹੜੀ ਐਕਸਟਰਾ ਮੈਰਿਟਲ ਅਫੇਅਰ ਦੀ। ਅੱਛਾ, ਉਹ ਤੁਸੀਂ ਮਾਫ ਕਰਨਾ, ਤੁਹਾਡੀ ਗੱਲ ਕੱਟ ਰਿਹਾ, ਕਾਲ ਲੈ ਲਈ। ਅੱਛਾ, ਲੈ ਲਓ ਤੁਸੀਂ ਕਾਲ ਲੈ ਲਓ, ਫਿਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਜਦੋਂ ਪੁਆਇੰਟਸ ਸੀਗੇ ਜਿਹੜੇ ਮੈਂ ਵੀ ਐਡ ਕਰਨੇ ਚਾਹੂੰਗੀ, ਮੇਬੀ ਉਹ ਰੈਲੇਵੈਂਟ ਹੋਣ ਜਾਂ ਨਾ। ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਜਤਾ ਮਾਈਕ ਦੇ ਕੋਲੇ ਹੋ ਕੇ ਬੋਲੇ ਉੱਚੀ। ਹਾਂਜੀ, ਹੁਣ ਆ ਰਹੀ ਹੈ? ਹਾਂਜੀ, ਬਿਲਕੁਲ ਠੀਕ ਹੈ। ਹਾਂਜੀ, ਮੈਂ ਇਹ ਕਹਿ ਰਹੀ ਸੀ, ਮੈਂ 1-2 ਪੁਆਇੰਟਸ ਐਡ ਕਰਨੇ ਆ ਜੀ, ਜਾਂ ਰੈਲੇਵੈਂਟ ਹੋਣ, ਆਈ ਡੋਨਟ ਨੋ। ਪਹਿਲਾਂ ਤਾਂ ਮੇਰਾ ਇਹ ਹੈ ਵੀ ਮੈਨੂੰ ਨਹੀਂ ਪਤਾ ਐਕਸਟਰਾ ਮੈਰਿਟਲ ਅਫੇਅਰ ਦੇ ਵਿੱਚ ਐਡ ਹੋਏਗਾ ਕਿ ਨਹੀਂ ਜੀ। ਪਹਿਲਾਂ ਤਾਂ ਇਹ ਕਹਿੰਦੀ ਆ ਵੀ ਆਪਣੇ ਲੋਕ ਜਿਹੜੇ ਤਾਂ ਇੱਥੇ ਬੋਰਨ ਆ ਨਾ, ਤੁਸੀਂ ਉਹਨਾਂ ਨੂੰ ਛੱਡ ਦਿਓ ਜੀ। ਜਿਹੜੇ ਆਪਣੇ ਲੋਕ ਉੱਥੋਂ ਆ ਜਾਂਦੇ ਇੰਡੀਆ ਤੋਂ, ਇੱਥੇ ਆ ਕੇ ਵੀ ਉਹ ਇੱਥੋਂ ਦੇ ਕਲਚਰ ਨੂੰ ਐਕਸੈਪਟ ਨਹੀਂ ਕਰਦੇ। ਮੈਂ ਇਹ ਨਹੀਂ ਕਹਿੰਦੀ ਵੀ ਵੈਸਟਰਨ ਕਲਚਰ ਬੁਰਾ ਹੈ ਜਾਂ ਚੰਗਾ ਹੈ, ਜੇ ਕਿਸੇ ਦੀਆਂ ਕੋਈ ਚੰਗੀਆਂ ਚੀਜ਼ਾਂ ਉਹਨਾਂ ਨੂੰ ਐਕਸੈਪਟ ਕਰੋ ਜੀ। ਦੂਸਰੀ ਚੀਜ਼ ਇਹ ਆ ਵੀ ਜਿਹੜੀ ਸੋਚ ਆ ਉਹ ਨਹੀਂ ਬਦਲਦੀ ਲੋਕਾਂ ਦੀ। ਹੁਣ ਜਿਵੇਂ ਮੈਡਮ ਨੇ ਗੱਲ ਕੀਤੀ ਹੈ, ਦੋ ਇੱਕ ਮੇਲ ਇੱਕ ਫੀਮੇਲ ਗੱਲ ਕਰ ਰਹੇ, ਆਪਣੇ ਲੋਕ ਗਲਤ ਸੋਚਦੇ ਆ, ਹੈ ਨਾ ਜੀ ਜੀ। ਜਾਂ ਹੁਣ ਕਈ ਵਾਰੀ ਏਦਾਂ ਹੁੰਦਾ ਜਿਵੇਂ ਮੇਰਾ ਸਰਕਲ ਹੈ, ਰਾਈਟ, ਮੇਰੇ ਸਰਕਲ ਦੇ ਵਿੱਚ ਮੋਸਟਲੀ ਜਿਹੜੇ ਆ ਉਹ ਅਦਰ ਕਮਿਊਨਿਟੀਜ਼ ਆ, ਅਦਰ ਕਮਿਊਨਿਟੀਜ਼ ਬਲੈਕ, ਵਾਈਟ, ਚਾਈਨੀਜ਼, ਹੈ ਨਾ ਜੀ। ਕਈ ਵਾਰੀ ਏਦਾਂ ਹੁੰਦਾ ਵੀ ਉਹ ਮੈਨੂੰ ਇਨਵਾਈਟ ਕਰਦੇ, ਲੈਟਸ ਗੋ ਫॉर ਲੰਚ, ਹੈ ਨਾ। ਸਮਟਾਈਮਸ ਆਈ ਆਸਕ, ਮੇਰੇ ਘਰੇ ਪੁੱਛਦੀ ਆ ਮੈਂ, ਉਹ ਕਰਨ ਜਾਣਾ, ਕਿਉਂ ਕਰਨ ਜਾਣਾ, ਤਾਂ ਆਈ ਫੀਲ ਲਾਈਕ ਇਟਸ ਅ ਫਰੈਂਡ ਸਰਕਲ, ਹੈ ਨਾ, ਯੂ ਸ਼ੁਡ ਗੋ ਆਊਟ ਜੀ। ਤੇ ਦੂਸਰੀ ਗੱਲ ਇਹ ਆ ਵੀ ਮੈਂ ਰੀਅਲ ਏਸਟੇਟ ਦੇ ਨਾਲ ਵੀ ਹੈਗੀ ਆ ਥੋੜਾ ਜਿਹਾ, ਉਹਦੇ ਵਿੱਚ ਇੱਕ ਬਾਤ ਆਉਂਦੀ ਹੁੰਦੀ ਮੈਰਿਜ ਕੰਟਰੈਕਟ, ਹੈ ਨਾ ਜੀ। ਉਹ ਜੇ ਹੁੰਦਾ ਵੀ ਜੇ ਤੁਸੀਂ ਵਿਆਹ ਤੋਂ ਪਹਿਲਾਂ ਕੋਈ ਪ੍ਰਾਪਰਟੀ ਓਨ ਕਰਦੇ ਹੋ, ਵਿਆਹ ਤੋਂ ਬਾਅਦ ਜੇ ਤੁਹਾਡਾ ਡਿਵੋਰਸ ਹੁੰਦਾ, ਤੁਹਾਡੇ ਸਪਾਊਸ ਦਾ ਉਹਦੇ ਤੇ ਕੋਈ ਹੱਕ ਨਹੀਂ ਹੁੰਦਾ, ਹੈ ਨਾ ਜੀ। ਜੇ ਇਹ ਚੀਜ਼ ਦੇ ਕੁੜੀ ਕੋਲ ਜ਼ਿਆਦਾ ਪ੍ਰਾਪਰਟੀ ਆ ਮੁੰਡੇ ਨਾਲੋਂ, ਮੁੰਡੇ ਨੂੰ ਹਮੇਸ਼ਾ ਹਮੀਨ ਭਾਵਨਾ ਰਹਿੰਦੀ ਆ, ਉਹ ਮੇਰੀ ਵਾਈਫ ਕੋਲ ਤਾਂ ਬਹੁਤ ਜ਼ਿਆਦਾ ਪੈਸੇ ਆ, ਉਹ ਪਤਾ ਨਹੀਂ ਕੀ ਕਰ ਲੂਗੀ ਜੀ ਜੀ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਐਕਸੈਪਟ ਕਰਨੀਆਂ ਸਿੱਖਣੀਆਂ ਚਾਹੀਦੀਆਂ ਵੀ ਜੇ ਇੰਡੀਆ ਤੋਂ ਆ ਗਏ ਆ ਨਾ ਤੇ ਇੱਥੇ ਆ ਕੇ ਮਤਲਬ ਇੱਥੋਂ ਦੀਆਂ ਚੰਗੀਆਂ ਚੀਜ਼ਾਂ ਐਕਸੈਪਟ ਕਰੋ ਜੀ। ਇੱਕ ਵਾਈਫ ਨੂੰ ਇੱਕ ਹਿਊਮਨ ਬੀਇੰਗ ਦੇਖੋ, ਇਹ ਨਾ ਵੀ ਦੇਖੋ ਉਹ ਇੱਕ ਮਤਲਬ ਉਹ ਫੀਮੇਲ ਸੈਕਸਿਜ਼ਮ ਹੈ। ਬਹੁਤ ਸ਼ੁਕਰੀਆ ਤੁਹਾਡਾ ਪੁਆਇੰਟ ਰੱਖਣ ਲਈ, ਔਰ ਬੜੇ ਵੈਲਿਡ ਤੁਹਾਡੇ ਪੁਆਇੰਟ ਆ। ਤੁਸੀਂ ਕਾਲ ਕੀਤੀ ਉਹਦੇ ਲਈ ਵੀ ਧੰਨਵਾਦ ਤੁਹਾਡਾ, ਔਰ ਤੁਸੀਂ ਆਫ ਦੀ 에ਅਰ ਵੀ ਮੈਡਮ ਦੇ ਵਿਚਾਰ ਵੀ ਸੁਣਦੇ ਹੋ। ਮੈਡਮ ਨਹੀਂ, ਇਹਨਾਂ ਦੇ ਵਿਚਾਰ ਜਿਹੜੇ ਬਹੁਤ ਚੰਗੇ ਆ, ਬਿਲਕੁਲ ਰੈਲੇਵੈਂਟ ਹੈਗੇ ਆ, ਬਿਲਕੁਲ ਰੈਲੇਵੈਂਟ ਇਸ ਤਰ੍ਹਾਂ ਹੈਗਾ ਵੀ ਮੈਂ ਵੀ ਹੁਣ ਇਹ ਜ਼ਰੂਰ ਦੇਖਿਆ ਹੈਗਾ ਕਿ ਅੱਗੇ ਅਸੀਂ ਪਿੱਛੇ ਜੇ ਨਾ ਕੋਈ ਵੱਡੀ ਸਾਰੀ ਕਾਨਫਰੰਸ ਵੀ ਜੇ ਕਰਾਉਨੇ ਆ, ਉਹਦੇ ਵਿੱਚ ਇਹ ਆਉਂਦਾ ਕਿ ਬਾਈ ਦਾ ਵੇ ਕੋਈ ਇੰਡੀਅਨ ਔਰਤ ਆ ਇਕੱਲੀ, ਉਹ ਕਿਸੇ
ਇੰਡੀਅਨ ਬੰਦੇ ਨਾਲ ਜਾਣਾ ਜਿਹੜਾ ਨਾ ਉਹ ਸੇਫ ਨਹੀਂ ਸਮਝਦੀ ਹੈਗੀ। ਕਾਹਦੇ ਲਈ? ਆਦਤਾਂ ਉਹਨਾਂ ਦੀਆਂ ਉਹੋ ਜਿਹੀਆਂ ਹੋਣੀਆਂ। ਹੁਣ ਅਸੀਂ ਇਕੱਠੇ ਡਿਨਰ ਵੀ ਕਰਦੇ ਰਹੇ ਆ, ਮੈਂ ਕਹਿੰਦੀ ਕਦੀ ਕਿਸੇ ਬੰਦੇ ਗੋਰੇ ਜਾਂ ਹੋਰ ਕਮਿਊਨਿਟੀ ਦੇ ਨੇ ਸਾਨੂੰ ਗਲਤ ਨਹੀਂ, ਅਸੀਂ ਹੱਥ ਵੀ ਮਿਲਾਉਂਦੇ ਆ, ਅਸੀਂ ਇੱਕ ਦੂਜੇ ਨੂੰ ਹੱਗ ਵੀ ਕਰਦੇ ਰਹੇ ਆ, ਪਰ ਬਿਲਕੁਲ ਗਲਤ ਆਈਡੀਏ ਦੇ ਨਾਲ ਨਹੀਂ, ਕਿਸੇ ਗਲਤ ਅਸੀਂ ਕਦੀ ਕਿਸੇ ਨੂੰ ਜੋਕ ਵੀ ਨਹੀਂ ਕਰਨਾ, ਕਿਉਂਕਿ ਸਾਡੇ ਤਾਂ ਚਲੋ ਪ੍ਰੋਫੈਸ਼ਨ ਦੇ ਵਿੱਚ ਸੀ ਕਿ ਪਾਰਟ ਹੈ ਕੰਮ ਦਾ, ਜਾਂ ਇਹ ਕਹਿ ਲਓ ਵੀ ਕੰਮ ਦੀ ਸਾਡੀ ਜਿਹੜਾ ਇੱਕ ਸਰਕਲ ਬਣਿਆ ਉਹਦਾ ਇੱਕ ਪਾਰਟ ਹੈ। ਸੋ ਇੱਕ ਮੈਡਮ ਮੈਂ ਇਹਨਾਂ ਦੇ ਕਾਲਰ ਤੋਂ ਪਹਿਲਾਂ ਸਵਾਲ ਕੀਤਾ ਸੀ, ਜਿਹੜੇ ਬੱਚੇ ਇੱਥੇ ਪਹੁੰਚਦੇ ਆ, ਜਿਹੜੇ ਛੋਟੇ ਬੱਚੇ ਬੱਚੀਆਂ ਮੈਚੁਰਿਟੀ ਨਹੀਂ ਹੁੰਦੀ ਆਈਲੈਟਸ ਕਰਕੇ ਵਿਆਹ ਕਰਵਾ ਕੇ ਆਉਂਦੇ ਆ, ਉਹਨਾਂ ਬਾਰੇ ਤੁਹਾਡਾ ਨਹੀਂ? ਵੇਖੋ ਮੇਰਾ ਇਹ ਵਿਚਾਰ ਆ ਕਿ ਤੁਸੀਂ ਬੀ ਰੀਅਲਿਸਟਿਕ, ਜੇ ਤੁਸੀਂ ਕੰਟੈਕਟ ਮੈਰਿਜ ਕੀਤੀ ਤੇ ਫਿਰ ਉਹਨਾਂ ਨੂੰ ਇਕੱਠੇ ਕਾਹਤੇ ਕਰਦੇ ਆ? ਤੁਸੀਂ ਰਹਿਣ ਦਿਓ, ਆਪੋ ਆਪਣੇ ਰਾਹ ਲੱਭੋ, ਤੇ ਤੁਸੀਂ ਦੇਖੋ ਕਿ ਪਰਪਸ ਕਾਹਦੇ ਵਾਸਤੇ ਆ। ਇਹ ਜ਼ਰੂਰੀ ਉਹਨਾਂ ਦੇ ਵਿਆਹ ਕਰਨੇ ਆ, ਉਹ ਕੋਰਟ ਮੈਰਿਜ ਕਰੋ, ਕੁਝ ਉਹੀ ਲੱਭੋ, ਤੇ ਉਹ ਤੁਸੀਂ ਆਪੋ ਆਪਣਾ ਜਿਹੜਾ ਐਡਵਾਂਟੇਜ ਟੇਕ ਕਰਨਾ ਕਰੋ, ਪਰ ਉਹਨਾਂ ਦੀ ਲਾਈਫ ਦੇ ਨਾਲ ਕਿਉਂ ਖੇਲਦੇ ਆ ਕਿ ਉਹ ਜਿਹੜਾ ਇਮੋਸ਼ਨਲ ਸਕਾਰਸ ਆ ਉਹਨਾਂ ਦੀ ਲਾਈਫ ਦੇ ਵਿੱਚ ਉਹ ਕਿਉਂ ਆਉਣ ਕਿ ਉਹ ਡਿਸਸੈਟਿਸਫਾਈਡ ਹੈਗੇ ਆ। ਉਹ ਆਪਣੇ ਕਹਿੰਦੇ ਹੁੰਦੇ ਜੇ ਹੁਣ ਕਿਸੇ ਦੇ ਵਿਚਾਰ ਨਹੀਂ ਮਿਲਦੇ ਤਾਂ ਉਹਨਾਂ ਨੂੰ ਤੁਸੀਂ ਬਦੋ-ਬਦੀ ਕਿਵੇਂ ਇਮੋਸ਼ਨਲੀ ਅਟੈਚ ਕਰ ਦੋਗੇ? ਨਹੀਂ ਹੋ ਸਕਦੇ ਹੈਗੇ। ਇੱਕ ਹੋਰ ਜਿਹੜਾ ਪੁਆਇੰਟ ਮੈਨੂੰ ਇੱਕ ਕਾਲਰ ਜਦੋਂ ਬ੍ਰੇਕ ਤੇ ਸੀ, ਆਪਾਂ ਕਾਲਰ ਦੀ ਕਾਲ ਆਈ ਸੀ, ਉਹ ਕਹਿੰਦੇ ਵੀ ਕਈ ਵਾਰੀ ਇਹ ਦੇਖਦੇ ਆ ਵੀ ਜਿਹੜੀ ਜੌਬ ਦੇ ਵਿੱਚ ਅੱਜ ਕੱਲ ਆਪਾਂ ਜੌਬਸ ਦੇ ਸਾਰੇ ਜਾਣਦੇ ਆ, ਪ੍ਰੋਫੈਸ਼ਨਲਿਜ਼ਮ ਦੇ ਵਿੱਚ ਇਦਾਂ ਦਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਵੀ ਆਪਣੀ ਜੌਬ ਨੂੰ ਪੱਕਾ ਕਰਨ ਲਈ ਜਾਂ ਆਪਣੇ ਆਪ ਨੂੰ ਕਿਸੇ ਹੋਰ ਚੰਗੀ ਡੈਜ਼ਿਗਨੇਸ਼ਨ ਤੇ ਪਹੁੰਚਾਉਣ ਦੇ ਲਈ, ਇੱਕ ਚੰਗੇ ਟਾਈਟਲ ਤੇ ਲਿਜਾਣ ਦੇ ਲਈ ਆਪਣੇ ਬੌਸ ਦੇ ਨਾਲ ਜਾਂ ਆਪਣੇ ਕਿਸੇ ਜਿਹਨੂੰ ਕਹਿੰਦੇ ਆਪਾਂ ਸੁਪਰਵਾਈਜ਼ਰ ਦੇ ਨਾਲ ਇਦਾਂ ਦੇ ਅਫੇਅਰ ਚੱਲ ਰਹੇ ਨੇ। ਇਹ ਜਿਹਾ ਕੰਮ ਜਿਹੜਾ ਜ਼ਿਆਦਾ ਔਰਤਾਂ ਨਾਲ ਹੁੰਦਾ ਜੀ, ਜ਼ਿਆਦਾ ਇਹ ਨਾ ਜ਼ਿਆਦਾ ਉਂਝ ਵੀ ਓਵਰਆਲ ਜਿਹੜਾ ਕਿ ਨਾ ਜਿਹੜੇ ਮੈਨ ਆ ਉਹ ਜ਼ਿਆਦਾ ਇਸ ਦਲਦਲ ਦੇ ਵਿੱਚ ਹੈਗੇ ਆ ਔਰਤਾਂ ਨਾਲੋਂ, ਕਿਉਂਕਿ ਉਹ ਕਈ ਵਾਰੀ ਅਨਮੈਰਿਡ ਕੁੜੀਆਂ ਦੇ ਨਾਲ ਵੀ ਰਿਲੇਸ਼ਨ ਬਣਾ ਲੈਂਦੇ ਜਾਂ ਕਿਵੇਂ, ਉਹਨਾਂ ਦੇ ਜ਼ਿਆਦਾ ਹੈਗੇ ਜੇ ਤੁਸੀਂ ਆਪਾਂ ਸਟੇਟਸ ਦੇਖੀਏ ਹੈ ਨਾ। ਪਰ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਐਡਵਾਂਟੇਜ ਟੇਕ ਲੈਣਾ, ਕਈ ਵਾਰੀ ਸਾਨੂੰ ਗਰੀਡ ਹੁੰਦਾ, ਇਹਦੇ ਵਿੱਚ ਸਾਡੀ ਲਾਲਚ ਹੁੰਦੀ ਆ, ਉਹਦੇ ਵਿੱਚ ਸਾਡੀ ਅਪਬ੍ਰਿੰਗਿੰਗ ਕਿੱਦਾਂ ਦੀ ਹੈਗੀ ਆ। ਜੇ ਤੁਸੀਂ ਬੱਚੇ ਨੂੰ ਸਿਖਾਉਨੇ ਆ ਇਹਦੇ ਵਿੱਚ ਕਿ ਕੋਈ ਵੀ, ਹੁਣ ਮੇਰੇ ਵਰਗੇ ਨੇ ਕਦੀ ਵੀ ਇਹ ਨਹੀਂ ਗੱਲ ਕਿ ਕੋਈ ਸਾਨੂੰ ਇਹ ਗਲਤ ਕੰਮ ਲਈ ਕਦੇ ਤੇਰੀ ਪ੍ਰਮੋਸ਼ਨ ਦੇਉਂ ਤੇ ਇੰਜ ਕਰ ਲਓ, ਪਰ ਹੋਇਆ ਸਾਡੀ ਕਮਿਊਨਿਟੀ ਦੇ ਵਿੱਚ ਕਿ ਉਹਨਾਂ ਥਾਵਾਂ ਤੇ ਹੋਇਆ ਕਿ ਜਿੱਥੇ ਫੋਰਮੈਨ ਬੌਸ ਆਪਣੇ ਇੰਡੀਅਨ ਲੋਕ ਹੈਗੇ ਸੀ, ਕਈ ਵਾਰੀ ਦੂਜੀ ਕਮਿਊਨਿਟੀ ਦੇ ਵੀ ਹੈਗੇ, ਜਦ ਉਹਨਾਂ ਨੂੰ ਪਤਾ ਹੋਊਗਾ। ਪਰ ਇਹ ਔਰਤ ਦਾ ਜਾਂ ਮਰਦ ਦਾ ਜਿਹੜਾ ਇਸ ਸਿਚੁਏਸ਼ਨ ਵਿੱਚ ਆ, ਉਹਨਾਂ ਦੇ ਕੋਲ ਇੰਨੀ ਮਤਲਬ ਕੀ ਕਹਿੰਦੇ ਹੁੰਦੇ ਲਾਲਚ, ਗਰੀਡ ਨਹੀਂ ਹੋਣਾ ਚਾਹੀਦਾ ਹੈਗਾ। ਕਹਿੰਦੇ ਹੁੰਦੇ ਇੱਕ ਦਰਵਾਜ਼ਾ ਬੰਦ ਹੋਇਆ ਤੇ 10 ਹੋਰ ਵੀ ਖੁੱਲਦੇ ਆ। ਜੇ ਤੁਸੀਂ ਕੁਆਲੀਫਿਕੇਸ਼ਨ ਰੱਖਦੇ ਆ, ਤੁਹਾਡੇ ਲਈ ਰਸਤੇ ਓਪਨ ਆ, ਤੁਸੀਂ ਤੇ ਜ਼ਰੂਰੀ ਆ ਤੁਸੀਂ ਮਨ ਤੋਂ ਨਾ ਚਾਹੁੰਦੇ ਹੋਏ ਵੀ ਜ਼ਮੀਰ ਮਾਰ ਕੇ ਜ਼ਮੀਰ ਵੀ ਉਹ ਕੰਮ ਕਰਨਾ, ਕਿਉਂਕਿ ਜਿਹੜਾ ਤੁਸੀਂ ਕਿਸੇ ਨਾਲ ਫਿਜ਼ੀਕਲੀ ਅਟੈਚਮੈਂਟ ਰੱਖ ਲੈਣੀ, ਉਹਦਾ ਜਿਹੜਾ ਤੁਹਾਡੀ ਬਾਡੀ ਤੇ ਅਸਰ ਪੈਂਦਾ, ਤੁਹਾਡੇ ਮਾਈਂਡ ਤੇ ਅਸਰ ਪੈਂਦਾ, ਉਹ ਫਿਰ ਲੌਂਗ ਲਾਸਟਿੰਗ। ਜਦੋਂ ਬੰਦਾ ਆਪਣੇ ਆਪ ਦੇ ਵਿੱਚ ਕਹਿੰਦੇ ਨੇ ਵੀ ਮੈਂ ਬਹੁਤ ਇਮਾਨਦਾਰ ਹਾਂ ਆਪਣੇ ਆਪ ਪ੍ਰਤੀ, ਕਿਉਂਕਿ ਮੈਂ ਆਪਣੇ ਆਪ ਨੂੰ ਧੋਖਾ ਨਹੀਂ ਦਿੰਦਾ, ਤਾਂ ਕਈ ਵਾਰੀ ਇਸ ਮਰਦ ਜਾਂ ਔਰਤ ਕਈ ਵਾਰੀ ਅਸੀਂ ਚੱਕਾ ਚੌਂਧ ਦੇ ਵਿੱਚ ਆ ਕੇ ਕਦਮ ਤਾਂ ਪੱਟ ਬੈਠਦੇ ਆ, ਕਰਤਾ ਸਾਰਾ ਕੁਝ ਕਰ ਲੈਂਦੇ ਆ, ਰਿਲੇਸ਼ਨ ਵੀ ਬਣ ਗਏ, ਐਕਸਟਰਾ ਸੰਬੰਧ ਸਭ ਕੁਝ ਹੋ ਗਿਆ, ਲੇਕਿਨ ਜਦੋਂ ਇਹ ਸਮਾਂ ਲੰਘਣ ਤੋਂ ਬਾਅਦ ਸਿਰਫ ਤੇ ਸਿਰਫ ਸਾਡੇ ਪੱਲੇ ਜਿਹੜਾ ਉਹ ਬਚਦਾ ਪਛਤਾਵਾ, ਰਿਗਰੈਟ, ਪਛਤਾਵੇ ਦੀ ਜਿਹੜੀ ਭਾਵਨਾ ਹੈ ਉਹ ਸਾਰੀ ਉਮਰ ਫਿਰ ਤੰਗ ਕਰਦੀ। ਦੇਖੋ ਰਮਨ ਜੀ, ਸਾਡੇ ਕੋਲ ਇੱਕ ਇਨਰ ਕੌਨਸ਼ੀਅਸ ਜਿਹਨੂੰ ਸੋਲ ਵੀ ਕਿਹਾ ਜਾਂਦਾ, ਆਪਾਂ ਪੋਲੀਟੀਕਲ ਸਾਇੰਸ ਦੇ ਵਿੱਚ ਐਕਚੁਅਲ ਵੈਲ ਤੇ ਰੀਅਲ ਵੈਲ ਦੇਖੀ ਸੀ ਕਿ ਜਦੋਂ ਇਨਸਾਨ ਕੀ ਕਰਦਾ, ਜੋ ਵੀ ਕੁਝ ਬਾਹਰੋਂ ਕਰਦਾ ਜਾਂਦਾ, ਪਰ ਜਦੋਂ ਅੰਦਰਲਾ ਤੁਹਾਨੂੰ ਪੁੱਛਦਾ ਵਾ ਤੁਸੀਂ ਜਵਾਬ ਦੇ। ਮੈਂ ਇਹ ਕਹਿੰਦੀ ਆ ਕਿ ਜਿਹੜੇ ਇਹਨਾਂ ਨੂੰ ਨਜਾਇਜ਼ ਰਿਸ਼ਤੇ ਕਹ ਲਓ, ਇਹ ਜਿਹੜਾ ਇਹਨਾਂ ਦਾ ਜਿਹੜਾ ਅਸਰ ਆ ਨਾ, ਸਭ ਤੋਂ ਪਹਿਲਾਂ ਇੰਡੀਵਿਜੂਅਲ ਤੇ ਪੈਂਦਾ ਵਾ। ਇੰਡੀਵਿਜੂਅਲ ਜਿਹੜਾ ਇੱਕ ਜਿਹੜੇ ਕਹਿੰਦੇ ਸ਼ਾਰਟ ਪੀਰੀਅਡ ਦੇ ਵਿੱਚ ਜ਼ਰੂਰ ਉਹਦੀ ਜੋਏ ਜਾਂ ਇੰਜੋਇਮੈਂਟ ਸ਼ਾਂਤੀ ਲੈ ਲੂ, ਪਰ ਜਿਹੜਾ ਲੌਂਗ ਲਾਸਟਿੰਗ ਆ ਨਾ। ਦੂਸਰੀ ਗੱਲ ਇਹ ਆ ਕਿ ਇਹਨਾਂ ਰਿਸ਼ਤਿਆਂ ਦੀ ਉਮਰ ਬਹੁਤ ਘੱਟ ਹੁੰਦੀ, ਇਹ ਉਮਰ ਬਹੁਤ ਘੱਟ ਹੁੰਦੀ ਆ ਤੇ ਤੁਸੀਂ ਭਟਕਣਾ ਚ ਪੈ ਜਾਂਦੇ ਆ, ਕਿਉਂਕਿ ਜਦੋਂ ਦੇਖੋ ਉਮਰ ਆਪੇ ਘੱਟ ਹੋਣੀ ਆ। ਅੱਜ ਮੰਨ ਲਓ ਕੋਈ ਮਰਦ ਜਾਂ ਔਰਤ ਕਿਸੇ ਦੇ ਨਾਲ ਅਟਰੈਕਟ ਹੁੰਦੇ ਆ, ਵੀ ਮੈਂ ਕਿਸੇ ਤੇ ਅਟਰੈਕਟ ਹੋ ਗਿਆ, ਇਹ ਜ਼ਰੂਰੀ ਨਹੀਂ ਕਿ ਇੱਕ ਤੇ ਤੁਸੀਂ ਖੜ ਜਾਓਗੇ, ਫਿਰ 1 ਤੋਂ 2, 2 ਤੋਂ 3, 3 ਤੋਂ 4 ਮਲਟੀਪਲਾਈ ਵੱਧਦੀ ਜਾਂਦੀ। ਸੋ ਇੱਕ ਹੋਰ ਜਿਹੜਾ ਪੁਆਇੰਟ ਇੱਥੇ ਆਪਾਂ ਉਹ ਵੀ ਜਿਹੜਾ ਰੱਖਣਾ ਬਣਦਾ, ਡਿਸਕਸ ਕਰਨਾ ਬਣਦਾ ਹੈ ਕਿ ਵੀ
ਕਈ ਵਾਰੀ ਜਦੋਂ ਆਪਾਂ ਕਹਿੰਦੇ ਆ ਕਿ ਵੀ ਪ੍ਰੈਗਨੈਂਸੀ ਤੋਂ ਬਾਅਦ ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ, ਪ੍ਰੈਗਨੈਂਸੀ ਤੋਂ ਬਾਅਦ ਉਹਨਾਂ ਦੇ ਵਿੱਚ ਹਾਰਮੋਨ ਜਿਹੜੇ ਚੇਂਜ ਹੁੰਦੇ ਆ, ਹਾਰਮੋਨ ਦੇ ਵਿੱਚ ਤਬਦੀਲੀ ਬਦਲਾਅ ਆਉਂਦਾ ਹੈ। ਉਸ ਸਮੇਂ ਦੇ ਵਿੱਚ ਜਦੋਂ ਤੋਂ ਲੈ ਕੇ ਪ੍ਰੈਗਨੈਂਸੀ ਤੋਂ ਲੈ ਕੇ ਡਿਲੀਵਰੀ ਤੱਕ ਦਾ ਜੋ ਸਮਾਂ, ਉਸ ਤੋਂ ਬਾਅਦ ਦਾ ਜੋ ਸਮਾਂ ਜਾਂ ਹਾਰਮੋਨਸ ਚੇਂਜ ਹੋਣ ਦਾ ਜੋ ਟਾਈਮ ਹੈ, ਉਹਦੇ ਵਿੱਚ ਵੀ ਮਰਦਾਂ ਦੇ ਵਿੱਚ ਜਿਹੜੀ ਇਹ ਅਟਰੈਕਸ਼ਨ ਦੀ ਭਾਵਨਾ ਜਾਂ ਕਿਸੇ ਬਾਹਰ ਕਿਸੇ ਦੇ ਨਾਲ ਕੋਈ ਆਪਣੀ ਗੱਲ ਸਾਂਝੀ ਕਰਨੀ, ਇਹ ਵੀ ਦੇਖਿਆ ਗਿਆ। ਇਹਦਾ ਵੀ ਤੁਸੀਂ ਇਹਦੇ ਵਿੱਚ ਇਹ ਜ਼ਰੂਰ ਕਹਿੰਦੇ ਆ ਕਿ ਜੇਕਰ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸਿਆ ਕਿ ਜਿਹੜੀ ਸੈਕਸ਼ੁਅਲਿਟੀ ਹੈ ਸਾਡੀ ਸਰੀਰਕ ਭੁੱਖ ਆ, ਇਜ਼ ਅ ਪਾਰਟ ਆਫ ਅਸ ਆ। ਇੰਜੀ ਜਿਵੇਂ ਅਸੀਂ ਹੰਗਰ ਥਰਸਟ ਮਹਿਸੂਸ ਕਰਦੇ ਹਾਂ, ਸੈਕਸ ਦੀ ਪੂਰਤੀ ਨਾ ਹੋਣਾ, ਇਹ ਸਾਡੇ ਵਿੱਚ ਆਉਂਦਾ ਵਾ। ਪਰ ਉਹਦੇ ਵਿੱਚ ਜੇਕਰ ਅਸੀਂ ਇਹਨੂੰ ਰੈਗੂਲੇਟ ਕਰਨਾ ਨਹੀਂ ਜਾਣਦੇ ਹੈਗੇ, ਸੈਲਫ ਕਹਿੰਦੇ ਹੁੰਦੇ ਕੰਟਰੋਲ ਨਹੀਂ ਕਰਨਾ ਜਾਣਦੇ ਹੈਗੇ, ਤੇ ਇਹ ਕਿੱਥੋਂ ਤੱਕ ਜਾਓਗੇ? ਤੁਸੀਂ ਆਪਣਾ ਡੈਮੇਜ ਕਾਹਤੋਂ ਕਰ ਰਹੇ ਹੈਗੇ? ਬਿਲਕੁਲ ਹਨਾ। ਹੁਣ ਉਹੀ ਗੱਲ ਹੈ, ਤੁਸੀਂ ਕਹੋਗੇ ਕਿ ਜਿਹੜਾ ਸੈਕਸ ਐਜੂਕੇਸ਼ਨ ਦੇ ਵਿੱਚ ਸੀ ਉਹਦੇ ਵਿੱਚ ਮਾਸਟਰਬੇਟ ਵੀ ਆਉਂਦਾ ਹੈਗਾ ਵਾ, ਸਾਰਾ ਕੁਝ ਆਉਂਦਾ ਹੈਗਾ, ਬੱਚਿਆਂ ਨੂੰ ਦੱਸਿਆ ਜਾਂਦਾ ਕਿ ਇਹਦਾ ਨੁਕਸਾਨ ਨਹੀਂ ਕੋਈ ਵੀ ਹੈਗਾ। ਤੇ ਜੇਕਰ ਤੁਸੀਂ ਕਿਸੇ ਨਾਲ ਰਿਲੇਸ਼ਨ ਕੁੜੀ ਟੀਨੇਜਰ ਦੀ ਬਣਾਉਂਦੀ ਹੈਗੀ, ਮੁੰਡਾ ਬਣਾਉਂਦਾ ਹੈਗਾ, ਤਾਂ ਉਹਦੇ ਵਿੱਚ ਜੇਕਰ ਬੱਚਾ ਇਨਵੋਲਵ ਹੋ ਜਾਂਦਾ, ਦੈਨ ਯੂ ਆਰ ਐਂਟਾਈਟਲਡ ਟੂ ਹੈਵ ਅ ਰਿਸਪੌਂਸਿਬਿਲਿਟੀ ਫॉर ਦ ਚਾਈਲਡ ਫॉर ਦ ਹੋਲ ਲਾਈਫ। ਮੰਨ ਲਓ ਜੇ ਤੁਸੀਂ ਸੈਕਸ ਐਜੂਕੇਸ਼ਨ ਦੀ ਗੱਲ ਕਰ ਰਹੇ ਆ, ਤੇ ਇਹਦੇ ਵਿੱਚ ਇਹ ਦੱਸਿਆ ਜਾਂਦਾ ਜੇ ਕਿਤੇ ਜੇ ਰਿਲੇਸ਼ਨ ਬਣਾਉਣ ਤੋਂ ਬਾਅਦ ਜੇ ਉਹ ਕੋਈ ਜਿਹੜੀ ਬੱਚੀ ਹੈ ਜਾਂ ਕੋਈ ਪ੍ਰੈਗਨੈਂਟ ਹੋ ਜਾਂਦੀ ਹੈ, ਤਾਂ ਉਹਦਾ ਜੋ ਪ੍ਰੈਗਨੈਂਟ ਹੋਣ ਦਾ ਕਾਰਨ ਤੇ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਫਿਰ ਉਹਨਾਂ ਦੀ ਹੁੰਦੀ ਹੈ। ਹਾਂ ਬਿਲਕੁਲ ਬਿਲਕੁਲ, ਹਾਂ ਸਮਝਾਇਆ ਜਾਂਦਾ ਕਿ ਤੁਸੀਂ ਇਹੀ ਤਾਂ ਗੱਲ ਆ ਕਿ ਜੇ ਤੁਸੀਂ ਇਹ ਕਰੋਗੇ ਤੇ ਉਹਦਾ ਇੰਪੈਕਟ ਕੀ, ਉਹਦਾ ਰਿਜ਼ਲਟ ਕੀ ਹੋਊਗਾ, ਇਹ ਜਾਣਨਾ। ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਹ ਜ਼ਿਆਦਾ ਕਿ ਹਰ ਇੱਕ ਚੀਜ਼ ਅਸੀਂ ਪੋਜ਼ਿਟਿਵ ਵੀ ਦੇਖਦੇ ਹਾਂ, ਪੋਜ਼ਿਟਿਵ। ਅਸੀਂ ਦੋਨੇ ਪੱਖ ਸਾਨੂੰ ਦੇਖਣੇ ਬਣਦੇ ਹੈਗੇ, ਦੇਖਣਾ ਬਣਦਾ। ਜੇ ਹੁਣ ਜੇ ਔਰਤ ਤੁਹਾਡੀ ਆ, ਤੁਸੀਂ ਉਸ ਸਮੇਂ ਦੇ ਵਿੱਚ ਨਹੀਂ ਉਹਦੇ ਨਾਲ ਕੋਪ ਕਰ ਰਹੇ ਹੈਗੇ, ਕਿਉਂਕਿ ਉਹ ਬੱਚਾ ਤੁਹਾਡਾ ਵੀ ਆ ਤੇ ਔਰਤ ਦਾ ਵੀ ਸਾਂਝਾ ਵਾ, ਤੁਹਾਡੀ ਜੁਆਇੰਟ ਰਿਸਪੌਂਸਿਬਿਲਿਟੀ ਆ। ਜੇਕਰ ਉਹਦੇ ਵਿੱਚ ਵੀ ਤੁਸੀਂ ਸੈਲਫ ਰੈਗੂਲੇਟ, ਸੈਲਫ ਕੰਟਰੋਲ ਕਰਨ ਦੀ ਕਪੈਸਿਟੀ ਨਹੀਂ ਰੱਖ ਸਕਦੇ, ਤੁਹਾਡੇ ਤੇ ਜਾਨਵਰਾਂ ਦੇ ਵਿੱਚ ਫਰਕ ਕੀ ਹੋਇਆ? ਔਰ ਹਾਰਮੋਨਸ ਦਾ ਜਿਹੜਾ ਤਬਦੀਲ ਹੋਣਾ, ਤੁਸੀਂ ਕੀ ਸਮਝਦੇ ਹੋ? ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਕਿ ਬੰਦਾ ਜਾਂ ਮਰਦ ਹੈ ਜਿਹੜਾ, ਹਾਂ ਜਾਂਦੇ ਹੋਣਗੇ ਉਹਨਾਂ ਟਾਈਮ ਦੇ ਉੱਤੇ, ਜਿਵੇਂ ਕਿ ਗਲਤ ਰਸਤਿਆਂ ਤੇ ਜਾਂਦੇ, ਕਈ ਬਿਮਾਰੀਆਂ ਲਾ ਕੇ ਵੀ ਆਉਂਦੇ ਆ। ਔਰ ਜਦੋਂ ਆਪਾਂ ਪਿਛਲੇ ਜਦੋਂ ਸਮੇਂ ਦੀ ਗੱਲ ਕਰੀਏ, ਅਸੀਂ ਭਾਰਤ ਦੇ ਵਿੱਚ ਗੱਲ ਕਰਦੇ ਸੀ, ਤਾਂ ਏਡਸ ਨਾਮ ਦੀ ਜਿਹੜੀ ਬਿਮਾਰੀ ਹੈ, ਉਹਨੇ ਇਸੇ ਕਰਕੇ ਘਰ ਜਿਹੜੇ ਪਸਾਰੇ ਸੀ, ਆਪਣੇ ਪੈਰ ਪਸਾਰੇ ਸੀ, ਔਰ ਬਹੁਤ ਜਿਹੜੀਆਂ ਵੱਡੀ ਤਾਦਾਦ ਦੇ ਵਿੱਚ ਮੌਤਾਂ ਵੀ ਹੋਈਆਂ ਸੀ। ਲੋਕ ਅਵੇਅਰ ਹੋ ਗਏ ਆ, ਕਿਸੇ ਨਾ ਕਿਸੇ ਕਰਕੇ ਅਵੇਅਰ ਹੋ ਗਏ, ਲੇਕਿਨ ਇਹ ਜੋ ਐਕਸਟਰਾ ਮੈਰਿਟਲ ਅਫੇਅਰ ਦਾ ਜੋ ਸਿਲਸਿਲਾ ਹੈ, ਕਿਤੇ ਘਟਦਾ ਨਜ਼ਰ ਨਹੀਂ ਆ ਰਿਹਾ, ਔਰ ਰੁਝਾਨ ਜਿਹੜਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਉਹਦੇ ਵਿੱਚ ਸਾਡੀ ਇਗਨੋਰੈਂਸ, ਅਸੀਂ ਇਗਨੋਰੈਂਟ ਹੀ ਹੈਗੇ ਕਿਹਾ ਜਾ ਸਕਦਾ ਹੈਗਾ, ਕਿਉਂਕਿ ਇਹਦੇ ਅਸੀਂ ਦੇਖਦੇ ਨਹੀਂ ਕਿ ਸਾਡੇ ਲਈ ਇਹ ਕਿੰਨਾ ਡੈਮੇਜਿੰਗ ਹੋਊਗਾ। ਇਹ ਨਹੀਂ ਕਿ ਅਸੀਂ ਕਿਸੇ ਨੂੰ ਹਰਟ ਕਰ ਰਹੇ, ਉਹਦੇ ਤੋਂ ਜੇ ਅਸੀਂ ਆਪਣੇ ਪਾਰਟਨਰ ਨੂੰ, ਆਪਣੀ ਵਾਈਫ ਨੂੰ, ਆਪਣੇ ਬੱਚਿਆਂ ਨੂੰ ਕਰਨ ਤੋਂ ਪਹਿਲਾਂ ਆਪਣੇ ਅੰਦਰ ਦੇਖੀਏ ਕਿ ਅਸੀਂ ਆਪਣੇ ਆਪ ਦੇ ਨਾਲ ਵੀ ਤੇ ਬੇਇਨਸਾਫੀ, ਝੂਠ ਜਿਹੜਾ ਵਾ ਉਹ ਕਿਸੇ ਤੱਕ ਤਾਂ ਨਹੀਂ ਜਾਂਦਾ ਹੈਗਾ, ਪਹਿਲਾਂ ਤੁਹਾਨੂੰ ਡੈਮੇਜ ਕਰਦਾ ਹੈਗਾ। ਪਰ ਇੱਕ ਸਭ ਤੋਂ ਹੋਰ ਅਹਿਮ ਜਿਹੜਾ ਇੱਥੇ ਰੱਖਣਾ ਬਣਦਾ ਕਿ ਆਨਰ ਕਿਲਿੰਗ ਵੀ ਜਿਹੜੀ ਇਹਦੇ ਵਿੱਚ ਇਨਵੋਲਵ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਜੇ ਮੰਨ ਲਓ ਔਰਤ ਨੂੰ ਮਰਦ ਨੇ ਦੇਖ ਲਿਆ ਕਿਸੇ ਦੇ ਨਾਲ, ਜਾਂ ਮਰਦ ਨੂੰ ਔਰਤ ਨੇ ਦੇਖ ਲਿਆ, ਤਾਂ ਉਹ ਇੱਕ ਮਾਰਨ ਮਰਵਾਉਣ ਤੱਕ, ਕਤਲ ਤੱਕ ਦਾ ਵੀ ਇੱਥੇ ਵੀ ਕੋਈ ਕੇਸ ਹੁੰਦੇ ਆ। ਜੇ ਤੁਹਾਨੂੰ ਪਤਾ ਕਿ ਪਿੱਛੇ ਜੇ ਡਾਕਟਰ ਹੈਗਾ ਸੀਗਾ ਆਪਣਾ, ਜੀ ਮੈਂ ਸੁਣਿਆ ਸੀ ਉਹਦੇ ਬਾਰੇ, ਹਾਂ ਬੜਾ ਪੜ੍ਹਿਆ ਲਿਖਿਆ ਡਾਕਟਰ ਸੀਗਾ, ਸਰਜਨ ਸੀਗਾ, ਉਹਨੂੰ ਇਹੀ ਸ਼ੱਕ ਸੀ ਕਿ ਮੇਰੀ ਵਾਈਫ ਕਿਤੇ ਹੋਰ ਤਾਂ ਕਿਲਿੰਗ ਹੁੰਦੀ ਆ। ਇੰਡੀਆ ਦੇ ਵਿੱਚ ਕਿੰਨੇ ਲੋਕਾਂ ਦੀ ਇਸ ਗੱਲ ਤੇ ਮੌਤ ਹੋਈ ਆ ਕਿ ਕਿੰਨਿਆਂ ਨੇ ਤੀਵੀਆਂ ਨੇ ਆਪਣੇ ਕਿਸੇ ਰਿਲੇਸ਼ਨ ਵਾਲੇ ਨਾਲ ਰਲ ਕੇ, ਪਤੀਆਂ ਦੀ ਆਪਣੇ, ਕਈਆਂ ਨੇ ਪਤਨੀਆਂ ਦੀ, ਕਈਆਂ ਨੇ ਮੌਤ ਦੇ ਘਾਟ ਉਤਾਰਿਆ। ਔਰ ਈਵਨ ਕਿ ਕਈ ਵਾਰੀ ਤਾਂ ਇਹ ਪਤਾ ਵੀ ਨਹੀਂ ਲੱਗਦਾ ਕਿ ਵੀ ਜਿਵੇਂ ਮਾਰਨ ਤੋਂ ਬਾਅਦ, ਜਿਵੇਂ ਕਤਲ ਕਰਨ ਤੋਂ ਬਾਅਦ ਆਪੇ ਉਹ ਜਿਵੇਂ ਰਿਪੋਰਟ ਲਿਖਾਏ ਹੁੰਦੇ ਕਿ ਜੀ ਮੇਰੀ ਤਾਂ ਪਤੀ ਜਾਂ ਪਤਨੀ ਹੈ ਉਹ ਲਾਪਤਾ ਹੋ ਗਿਆ। ਔਰ ਇੱਕ ਸਭ ਤੋਂ ਵੱਡਾ ਜਿਹੜਾ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ, ਵੀ ਉਹ ਦੇਖਦੇ ਆ ਨਾ ਵੀ ਫਲਾਨਾ ਮਰਦ ਕਿਸੇ ਔਰਤ ਨਾਲ ਜਾਂ ਔਰਤ ਕਿਸੇ ਮਰਦ ਦੇ ਨਾਲ, ਗੈਰ ਮਰਦ ਦੇ ਨਾਲ ਫੜੇ ਗਏ, ਉਹਦਾ ਵੀ ਉਹ ਕਿਤੇ ਨਾ ਕਿਤੇ ਕਾਰਨ ਬਣਦਾ। ਸੋਸ਼ਲ ਮੀਡੀਆ ਦੀ ਗੱਲ ਕਰੀਏ ਜੀ, ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਅੱਜ ਕੱਲ ਜਿਵੇਂ ਹੈਗਾ ਕਿ ਵੀ ਵੀਡੀਓਜ਼ ਹੋਈਆਂ, ਜਿਹੜਾ ਮੈਸੇਂਜਰ ਤੇ ਕਾਲਿੰਗ ਕਰਨੀ, WhatsApp ਤੇ ਕਾਲ ਕਰਨੀ, ਫਿਰ ਉਸ ਤੋਂ ਬਾਅਦ ਅੱਜ ਕੱਲ ਜਿਹੜੇ ਸਾਡੇ ਡਿਵਾਈਸਿਸ ਦੇ ਵਿੱਚ ਇਹੋ ਜਿਹੇ ਵੀ ਸਾਨੂੰ ਸੋਰਸਸ ਉਪਲਬਧ ਹੋ ਗਏ ਆ ਕਿ ਅਸੀਂ ਚੈਟ ਨੂੰ ਡਿਲੀਟ ਕਰ ਦਿੰਦੇ ਆ, ਉਹਨਾਂ ਨੂੰ ਲੌਕ ਕਰ ਦਿੰਦੇ ਆ, ਬਲੌਕ ਕਰ ਦਿੰਦੇ ਆ, ਬਹੁਤ ਕੁਝ ਚੱਲਦਾ।
ਲੇਕਿਨ ਤੁਸੀਂ ਕੀ ਸਮਝਦੇ ਆ, ਤੁਹਾਡੇ ਕੀ ਵਿਚਾਰ ਕਹਿੰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਉਹ ਵੀ ਐਕਸਟਰਾ ਮੈਰਿਟਲ ਅਫੇਅਰ ਬਣਾਉਣ ਦਾ ਕਿਤੇ ਨਾ ਕਿਤੇ ਮੁੱਖ ਕਾਰਨ ਹੈ? ਵੇਖੋ ਜੀ, ਉਹਦੇ ਵਿੱਚ ਵੀ ਇਹ ਹੈਗਾ ਕਿ ਹਰੇਕ ਇਨਸਾਨ ਜਿਹੜਾ ਇੱਕ ਤਰ੍ਹਾਂ ਦੀ ਸੋਚ ਨਹੀਂ ਰੱਖਦਾ ਹੈਗਾ। ਕਈ ਲੋਕਾਂ ਨੇ ਉਹਦੇ ਤੇ ਬੜੀਆਂ ਜੀ ਵਧੀਆ ਵਧੀਆ ਫੋਟੋ ਲਾਈਆਂ ਹੁੰਦੀਆਂ, ਫੋਟੋ ਦੇਖ ਕੇ ਅਸੀਂ ਅਟਰੈਕਟ ਹੋ ਜਾਂਦੇ ਆ। ਮੇਰੇ ਵਰਗੇ ਸਾਹਮਣੇ ਆਪਣੀ ਰੀਅਲ ਫੋਟੋ ਲਾਈ ਆ ਤਾਂ ਵੀ ਤੁਸੀਂ ਬਿਲੀਵ ਨਹੀਂ ਕਰਨਾ। ਮੈਨੂੰ 2-3 ਫੋਨ ਇੰਜ ਦੇ ਆਏ, ਕੋਈ ਚੰਡੀਗੜ੍ਹ ਤੋਂ। ਮੈਂ ਕਿਹਾ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ, ਤੁਸੀਂ ਮੈਨੂੰ ਫੋਨ ਕਿਉਂ ਕਰਦੇ ਆ? ਕਿਉਂਕਿ ਮੈਂ ਤੇ ਮੈਨੂੰ ਪਤਾ ਕਿ ਕਈਆਂ ਦੇ ਤੁਸੀਂ ਮੇਰੇ ਨਾਲ ਗੱਲ, ਮੈਂ ਕਿਹਾ ਮੇਰੇ ਕੋਲ ਤਾਂ ਇਹਨਾਂ ਗੱਲਾਂ ਲਈ ਟਾਈਮ ਨਹੀਂ ਹੈਗਾ। ਕਹਿਣ ਦਾ ਮਤਲਬ ਕਿ ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ। ਲੋਕ ਤੇ ਬਾਹਰ ਜਿਹੜੀ ਆ ਇਦਾਂ, ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਦੀ ਨਹੀਂ ਕਿ ਲੋਕ ਤੇ ਖੜੇ ਆ, ਤੁਸੀਂ ਲੁੱਟ ਹੋਣਾ ਕਿ ਨਹੀਂ ਹੋਣਾ ਹੈਗਾ, ਤੁਸੀਂ ਆਪਣੇ ਆਪ ਨੂੰ ਸਾਂਭਣਾ ਕਿ ਨਹੀਂ ਸਾਂਭਣਾ ਹੈਗਾ। ਤੇ ਸੇਮ ਥਿੰਗ ਆ ਹਰ ਇੱਕ ਇਨਸਾਨ ਤੇ ਅਪਲਾਈ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਰੈਗੂਲੇਟ ਕਿਵੇਂ ਕਰਨਾ, ਆਪਣੇ ਆਪ ਨੂੰ ਜ਼ਬਤ ਵਿੱਚ ਕਿਵੇਂ ਰੱਖਣਾ ਹੈਗਾ, ਸੈਲਫ ਕੰਟਰੋਲ ਵਿੱਚ ਕਿਵੇਂ ਰੱਖਣਾ। ਹੁਣ ਜੇ ਮੇਰੇ ਬੱਚੇ ਵੀ ਆ, ਮੇਰੇ ਸਾਰੇ, ਮੈਂ ਸਭ ਕੁਝ ਯੂਜ਼ ਕਰਦੀ ਆ, ਮੈਨੂੰ ਪਤਾ ਕਿ ਆਹ ਚੀਜ਼ ਜਿਹੜੀ ਆ ਇਹ ਗਲਤ ਪਾਸੇ ਰਾਸ ਵਾਲੀ, ਆਪਾਂ ਉਸ ਵੇਲੇ ਕੱਟ ਕੇ ਬਲੌਕ ਕਰਕੇ ਵਿਹਲੇ ਹੋ ਜਿੱਦਾਂ ਵੀ ਅਸੀਂ ਕਦ, ਮੇਰੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਗੱਲਾਂ ਵਾਸਤੇ, ਕਦ ਲਈ ਟਾਈਮ ਵੇਸਟ ਕਰਨਾ। ਓਵਰ ਵਨ ਆਫ ਦਾ ਜਿਹੜਾ ਇਸ਼ੂ ਇਹ ਵੀ ਹੈ, ਵਨ ਆਫ ਦਾ ਰੀਜ਼ਨ ਹੈ ਜਿਹੜਾ ਉਹ ਸੋਸ਼ਲ ਮੀਡੀਆ ਅਸੀਂ ਮੰਨ ਸਕਦੇ ਆ ਕਿ ਉਹਨਾਂ ਲੋਕਾਂ ਲਿਖਿਓ ਇਹਦੇ ਐਡਵਾਂਟੇਜ ਵੀ ਆ, ਡਿਸਐਡਵਾਂਟੇਜ ਵੀ ਆ। ਵਧੀਆ ਗੱਲ ਆ ਕਿ ਤੁਸੀਂ ਹੋਲ ਵਰਲਡ ਦੇ ਨਾਲ, ਕਿਤੇ ਵੀ ਤੁਹਾਡਾ ਰਿਲੇਟਿਵ ਆ, ਕਿਤੇ ਤੁਹਾਡਾ ਫਰੈਂਡ ਆ, ਜੁੜੇ ਹੋਏ ਆ, ਗੱਲਬਾਤ ਕਰਦੇ ਆ, ਵੱਖਰੀ ਗੱਲ ਆ, ਠੀਕ ਆ। ਇਹ ਜ਼ਰੂਰ ਆ ਕਿ ਦੂਸਰੀ ਗੱਲ ਹੈਗਾ ਜਿਹੜਾ ਆਹ ਹੁਣ ਆਪਣੇ ਕਾਲਰ ਨੇ ਵੀ ਕਿਹਾ ਸੀਗਾ, ਜਿਹੜੇ ਆਪਣੇ ਮੇਲ ਕਾਲਰ ਆਏ, ਫੀਮੇਲ ਕਾਲਰ ਆਏ ਸੀਗੇ, ਕਿ ਜਿਹੜਾ ਸਾਡੇ ਸੁਸਾਇਟੀ ਦਾ ਨਜ਼ਰੀਆ ਨਾ ਉਹ ਵੀ ਬਦਲਣਾ ਚਾਹੀਦਾ। ਹੁਣ ਜੇਕਰ ਮੇਰੇ ਲਿਸਟ ਦੇ ਵਿੱਚ ਸਾਡੇ ਤੇ ਇੰਨਾ ਵਿਸ਼ਵਾਸ ਇੱਕ ਦੂਸਰੇ ਦੇ ਉੱਤੇ ਹੋਣਾ ਚਾਹੀਦਾ ਹੈਗਾ ਕਿ ਤੁਹਾਡੇ ਮੇਲ ਫਰੈਂਡਸ ਵੀ ਹੋਣੇ ਤੇ ਹੁਣ ਉਹ ਕਿਸ ਤਰ੍ਹਾਂ ਦੇ ਤੁਹਾਡੇ, ਤੁਸੀਂ ਆਪਣਾ ਜਿਹੜਾ ਇਹ ਵਿਸ਼ਵਾਸ ਟਰਸਟ ਆਪ ਬਿਲਡ ਕਰਨਾ ਹੁੰਦਾ, ਆਪ ਕਾਇਮ ਕਰਨਾ ਹੁੰਦਾ। ਕਿ ਜਿਹਦੇ ਹੁਣ ਜੇਕਰ ਕਿਸੇ ਪਿਓ ਨੇ ਦੇਖਿਆ ਕੋਈ ਧੀ ਆ ਕਿਸੇ ਬੰਦੇ ਨਾਲ, ਹੋ ਸਕਦਾ ਉਹਦਾ ਕਲਾਸਮੇਟ ਹੋਵੇ, ਇਹ ਗੱਲ ਤੇ ਵੀ ਤੇ ਆਨਰ ਕਿਲਿੰਗ ਕਰ ਦਿੰਦੇ ਆ ਨਿਆਣਿਆਂ ਨੂੰ, ਕੁੜੀਆਂ ਨੂੰ, ਜਾਂ ਕਿਵੇਂ। ਇਹ ਸਾਡਾ ਐਜ਼ ਏ ਹੋਲ ਜਿਹੜਾ ਸੁਸਾਇਟੀ ਦਾ ਨਜ਼ਰੀਆ, ਅਸੀਂ ਅਪਲਿਫਟ ਆਪਣੇ ਆਪ ਨੂੰ ਕਰਾਂਗੇ, ਬੱਚਿਆਂ ਨੂੰ ਦੱਸਾਂਗੇ ਕਿ ਫਰੈਂਡਸ਼ਿਪ ਜਿਹੜੀ ਆ ਉਹਦੇ ਲਿਮਿਟੇਸ਼ਨਸ ਕੀ ਹੈਗੀਆਂ। ਜੇ ਅਸੀਂ ਲਿਮਿਟ ਦੇ ਵਿੱਚ ਰਵਾਂਗੇ ਤੇ ਉਹਦਾ ਸਾਨੂੰ ਲਾਭ ਹੋਊਗਾ। ਜੇ ਅਸੀਂ ਇਹ ਜਿਹੜੀਆਂ ਲਿਮਿਟਸ ਆ ਇਹਦੇ ਤੋਂ ਆਊਟ ਆਫ ਜਾਵਾਂਗੇ, ਹੁਣ ਜੇ ਨਹਿਰਾਂ ਵਗਦੀਆਂ ਕਿਨਾਰਿਆਂ ਦੇ ਵਿੱਚ ਰਹਿਣਗੀਆਂ ਤੇ ਚੰਗੀਆਂ, ਤੇ ਜੇ ਆਊਟ ਆਫ ਜਾਣਗੀਆਂ ਤੇ ਉਹ ਡਿਜ਼ਾਸਟਰ ਹੀ ਕ੍ਰੀਏਟ ਕਰਨਗੇ, ਹੜ੍ਹਾਂ ਦਾ ਕਾਰਨ ਬਣੋ। ਸੋ ਇੱਕ ਦੋ ਪੁਆਇੰਟ ਆਪਣੇ ਕੋਲੇ ਹੋਰ ਆ, ਔਰ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਇਹਦੇ ਬਾਰੇ ਇਹ ਵੀ ਜਾਣਨਾ ਵੀ ਇਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਜਾਂ ਕਿਵੇਂ ਬਚਿਆ ਜਾ ਸਕਦਾ। ਮਿੰਟ ਸਾਡੇ ਕੋਲੇ 6-7 ਮਿੰਟ ਜਿਹੜੇ ਬਾਕੀ ਹੈ। ਇੱਕ ਤਾਂ ਜਿਹੜਾ ਹੋਰ ਪੁਆਇੰਟ ਜਿਹੜਾ ਹੋਰ ਉਜਾਗਰ ਹੋਇਆ, ਕਿਉਂਕਿ ਨਾਲ ਦੀ ਨਾਲ ਮੈਸੇਜ ਵੀ ਆ ਰਿਹਾ ਕਿ ਵੀ ਅੱਜ ਕੱਲ ਘਰਾਂ ਦੇ ਵਿੱਚ ਜਿਹੜੀ ਅਸ਼ਾਂਤੀ ਹੈ, ਘਰਾਂ ਦੇ ਵਿੱਚ ਤੂੰ ਮੈਂ ਜਿਹੜੀ ਆ ਕਾਟੋ ਕਲੇਸ਼ਾ ਜ਼ਿਆਦਾ ਵੱਧ ਰਿਹਾ। ਚਾਹੇ ਉਹਦੇ ਪਿੱਛੇ ਫਾਈਨੈਂਸ਼ੀਅਲ ਕਾਰਨ ਹੋ ਸਕਦੇ ਆ, ਚਾਹੇ ਉਹ ਰਿਸ਼ਤੇਦਾਰੀਆਂ ਦਾ ਕਾਰਨ, ਸੱਸ ਸਹੁਰੇ ਦਾ ਕਾਰਨ, ਭੈਣ ਭਰਾਵਾਂ ਦਾ ਕਾਰਨ ਵੀ ਹੋ ਸਕਦਾ, ਬਹੁਤ ਇਹੋ ਜਿਹਾ ਕੁਛ ਹੈ। ਤਾਂ ਉਹ ਜਿਹੜਾ ਲੋਕ ਹੈ, ਜਿਹੜਾ ਮਰਦ ਹੈ ਚਾਹੇ ਔਰਤ ਹੈ, ਉਹ ਆਪਣੇ ਆਪ ਨੂੰ ਬਚਾਉਣ ਦੇ ਲਈ, ਜਾਂ ਇਹ ਕਹਿ ਲਓ ਕਿ ਆਪਣੀਆਂ ਫੀਲਿੰਗ ਜਾਂ ਆਪਣੀਆਂ ਭਾਵਨਾਵਾਂ ਨੂੰ ਰੋਣ ਦੇ ਲਈ ਮੋਢਾ ਲੱਭਦੇ ਆ। ਉਹ ਮੋਢਾ ਲੱਭਦੇ ਆ ਕਿ ਮੈਂ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਰੋ ਲਵਾਂ, ਆਪਣੀਆਂ ਭਾਵਨਾਵਾਂ ਆਪਣਾ ਆਪ ਹਲਕਾ ਕਰ ਲਵਾਂ। ਇੱਕ ਤਾਂ ਇਹ ਕਾਰਨ ਹੈ ਮੈਡਮ ਜਿਹੜਾ ਕਿ ਨਜ਼ਰ ਆਉਂਦਾ, ਤੁਸੀਂ ਵੀ ਇਹਦੇ ਬਾਰੇ ਵਿਚਾਰਦੇ ਹੋ। ਦੂਜਾ ਜਿਹੜਾ ਕਾਰਨ ਮੈਨੂੰ ਨਜ਼ਰ ਆਉਂਦਾ ਇਹ ਕਿ ਵੀ ਜਦੋਂ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਅਸੀਂ ਜਾਂਦੇ ਹਾਂ, ਪਹਿਲਾਂ ਮੈਂ ਜੌਬ ਦੀ ਗੱਲ ਕੀਤੀ, ਹੁਣ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ। ਪ੍ਰੋਫੈਸ਼ਨਲਿਜ਼ਮ ਦੇ ਵਿੱਚ ਸਟੇਟਸ ਸਿੰਬਲ ਵੀ ਅਸੀਂ ਦੇਖ ਲਿਆ, ਸਾਰਾ ਕੁਝ ਦੇਖ ਲਿਆ ਕਿ ਉਹ ਪਾਰਟੀਆਂ ਕਰ ਰਿਹਾ, ਜੇ ਸਭ ਕੁਝ ਚੱਲ ਰਿਹਾ। ਲੇਕਿਨ ਤੁਸੀਂ ਕੀ ਸਮਝਦੇ ਹੋ, ਮਤਲਬ ਤੁਹਾਡੇ ਕਰਕੇ ਮੈਂ ਤੁਹਾਡੇ ਤੋਂ ਵਿਚਾਰ ਵੀ ਜਾਣਨਾ ਚਾਹੁੰਦਾ। ਇੱਕ ਸਾਡੀ ਫੀਲਿੰਗ ਹੁੰਦੀ ਹੈ ਕਿ ਜੇ 10 ਜਣਿਆਂ ਦੀ ਪਾਰਟੀ ਚੱਲ ਰਹੀ ਹੈ, ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕਿਸੇ ਦੇ ਮੱਥੇ ਤਾਂ ਲਿਖਿਆ ਨਹੀਂ ਕਿ ਉਸ ਪਾਰਟੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਇਮਾਨਦਾਰ ਬੈਠੇ ਆ ਇੱਕ ਦੂਜੇ ਦੇ ਰਿਸ਼ਤਿਆਂ ਨੂੰ ਲੈ ਕੇ। ਲੇਕਿਨ ਕਈ ਵਾਰੀ ਸਾਨੂੰ ਉਸ ਪਾਰਟੀਬਾਜ਼ੀ ਦੇ ਵਿੱਚ, ਜਾਂ ਇਹ ਕਹਿ ਲਓ ਕਿ ਪ੍ਰੋਫੈਸ਼ਨਲ ਪਾਰਟੀਆਂ ਦੇ ਵਿੱਚ, ਜਾਂ ਸਟੇਟਸ ਸਿੰਬਲ ਕਾਇਮ ਕਰਨ ਦੇ ਲਈ ਵੀ, ਜੇ ਕਿਸੇ ਬੌਸ ਨੇ ਸਾਨੂੰ ਕਹਿਤਾ ਜਾਂ ਕੁਝ ਗਲਤ ਕਹਿਤਾ ਜਾਂ ਮਤਲਬ ਸ਼ੁਰੂ ਕਰ ਵੀ ਲਿਆ, ਤਾਂ ਉਹਦੇ 'ਚ ਮਾੜਾ ਵੀ ਕੀ ਹੈ। ਕਈ ਵਾਰੀ ਇਸ ਚੀਜ਼ ਨੂੰ ਲੈ ਕੇ ਅਸੀਂ ਚੁੱਪ ਹੋ ਜਾਂਦੇ ਹਾਂ। ਪਰ ਮੈਨੂੰ ਜੋ ਨਜ਼ਰ ਆਇਆ ਉਹ ਇਹ ਹੈ ਕਿ ਵੀ ਘਰਾਂ ਦੀ ਜਿਹੜੀ ਅਸ਼ਾਂਤੀ ਹੈ ਉਹ ਸਭ ਤੋਂ ਵੱਡਾ ਕਾਰਨ ਕਿਤੇ ਨਾ ਕਿਤੇ ਇਹ ਵੀ ਬਣਦੀ ਹੈ। ਅੱਛਾ, ਗੱਲ ਸੁਣੋ ਤੁਸੀਂ, ਜਿਹੜੀ ਘਰਾਂ ਦੀ ਅਸ਼ਾਂਤੀ ਆ
ਕਿਸੇ ਦਾ ਮੋਢਾ ਲੱਭਣ ਦੀ ਬਜਾਏ ਤੁਸੀਂ ਆਪ ਕਮਰੇ 'ਚ ਬੰਦ ਹੋ ਕੇ ਰੋ ਲਓ। ਨਹੀਂ, ਪਰ ਇਹ ਵਿਚਾਰ ਤੁਹਾਡੇ ਮੇਰੇ ਹੋ ਸਕਦੇ, ਦਰਸ਼ਕ ਸੁਣ ਨਹੀਂ, ਮੇਰਾ ਕਹਿਣ ਦਾ ਮਤਲਬ ਹੈਗਾ ਕਿ ਉਹ ਮੋਢਾ ਤੇ ਟੈਂਪਰੇਰੀ ਆ, ਟੈਂਪਰੇਰੀ ਆ, ਹਾਂ। ਤੇ ਟੈਂਪਰੇਰੀ ਸੋਲੂਸ਼ਨ ਤੁਸੀਂ ਕਿਉਂ ਲੱਭਦੇ ਆ? ਤੁਸੀਂ ਪਰਮਾਨੈਂਟ ਲੱਭੋ ਆਪਣੇ ਇਨਰ ਦੇ ਨਾਲ। ਹੁਣ ਕਈ ਲੋਕ ਆ ਪਾਠ ਕਰਦੇ ਆ, ਕਈ ਲੋਕਾਂ ਦੀ ਆ ਯੋਗਾ ਕਰਦੇ ਆ, ਕਈ ਲੋਕ ਆ ਮੈਡੀਟੇਸ਼ਨ ਕਰਦੇ ਆ, ਕਈ ਲੋਕ ਵਾਕ ਕਰਦੇ ਆ, ਕਈ ਲੋਕ ਨੇਚਰ ਨਾਲ ਗੱਲਾਂ ਕਰਦੇ ਆ। ਮੈਂ ਹੁਣ ਆਪਣੇ ਬੈਕਯਾਰਡ 'ਚ ਬੈਠ ਕੇ ਆਪਣੇ ਟਰੀਜ਼ ਨੂੰ ਦੇਖਾਂ ਜਾਂ ਕਿੱਦਾਂ ਵਾ, ਤੇ ਉਹ ਜਿਹੜੀ ਉਹਨਾਂ 'ਚ ਸਕੂਨ ਲੈਣ ਦੀ ਕੋਸ਼ਿਸ਼ ਕਰੋ। ਹਾਂ, ਜਿਹੜੀਆਂ ਪਰਮਾਨੈਂਟਲੀ ਤੁਹਾਡੇ ਇਨਰ ਖੁਸ਼ੀ ਜਿਹੜੀ ਆ ਉਹ ਕਿਸੇ ਦੇ ਮੋਢਿਆਂ ਤੇ ਨਹੀਂ, ਖੁਸ਼ੀ ਤੁਹਾਡੇ ਇਨਸਾਈਡ ਆ ਆਪਣੇ। ਪਰ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਨਾ ਕਿ ਤੁਸੀਂ ਕੁਦਰਤ ਦੇ ਨਾਲ ਗੱਲਾਂ ਕਰੋ, ਪਰਮਾਤਮਾ ਨੂੰ ਤੁਸੀਂ ਆਪਣੇ ਆਪ ਨੂੰ ਖਾਲੀ ਕਰੋ, ਆਪਣੇ ਅੰਦਰ ਝਾਤ ਮਾਰੋ, ਆਪਣੇ ਆਪ ਨਾਲ ਗੱਲਾਂ ਕਰੋ, ਇਹ ਜਿਹੜੀਆਂ ਚੀਜ਼ਾਂ ਬੜੀਆਂ ਉੱਪਰ ਉੱਠ ਕੇ ਆ। ਲੇਕਿਨ ਜੋ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਨਾ, ਉਹ ਸਾਡੇ ਜਿਹੜੇ ਰਿਸ਼ਤੇ ਆ ਬੜੇ ਕਮਰਸ਼ਲਾਈਜ਼ ਹੋ ਗਏ ਆ, ਵਪਾਰੀਕਰਨ ਹੋ ਚੁੱਕਿਆ ਰਿਸ਼ਤਿਆਂ ਦਾ, ਜਿਹਦੇ ਕਰਕੇ ਆ ਸਾਰਾ ਕੁਝ ਚੱਲਦਾ ਆ ਰਿਹਾ। ਔਰ ਸਾਡੇ ਰਿਸ਼ਤਿਆਂ ਦੇ ਵਿੱਚ ਵਪਾਰੀਕਰਨ ਹੋਣ ਕਰਕੇ ਹੀ ਅਸੀਂ ਕਹਿੰਦੇ ਵੀ ਘਰ ਦੀ ਮੁਰਗੀ ਦਾਲ ਬਰਾਬਰ। ਉਹ ਸਾਨੂੰ ਜਿਹੜੀ ਸਾਡੀਆਂ ਘਰ ਦੇ ਵਿੱਚ ਜੋ ਸਾਡੇ ਹੈ, ਚਾਹੇ ਔਰਤ ਹੈ ਚਾਹੇ ਮਰਦ, ਉਹ ਸਾਨੂੰ ਹਰ ਰੋਜ਼ ਦੀ ਦਾਲ, ਫਿਰ ਕਈ ਵਾਰੀ ਦਾਲ ਦੇ ਵਿੱਚ ਕੋਕੜੂ ਨਹੀਂ, ਫਿਰ ਉਹਦੇ ਵਿੱਚ ਇਹ ਵਾ ਜੇ ਤੁਹਾਡਾ ਨਹੀਂ ਚੱਲਦਾ ਹੈਗਾ, ਨਹੀਂ ਤੁਹਾਡਾ ਆਪਸ਼ਨ ਆ, ਤੁਸੀਂ ਆਪਣਾ ਹੋਰ ਰਾਹ ਲੱਭੋ ਜੀ। ਬਹੁਤ ਅਬਿਊਸਿਵ ਰਿਸ਼ਤੇ ਵੀ ਹੈਗੇ ਆ, ਉਹਦੇ ਵਿੱਚ ਇੰਜ ਹੁੰਦਾ ਕਿ ਕਈ ਵਾਰੀ ਔਰਤਾਂ ਜਿਹੜੀਆਂ ਨਾ ਕਰੂਅਲਟੀ ਦੇ ਵਿੱਚੋਂ ਨਿਕਲ ਕੇ ਤੇ ਅਡਲਟਰੀ ਵੱਲ ਮੂਵ ਹੋ ਜਾਂਦੀਆਂ, ਵੱਜ ਜਾਂਦੀਆਂ। ਕਾਹਦੇ ਲਈ? ਉਹਨਾਂ ਨੂੰ ਕੋਈ ਨਾ ਕੋਈ ਫਾਈਨੈਂਸ਼ੀਅਲੀ ਮਤਲਬ ਸਪੋਰਟ ਚਾਹੀਦੀ ਆ, ਇਮੋਸ਼ਨਲੀ ਚਾਹੀਦੀ ਆ। ਫਿਰ ਉਹ ਦੂਸਰਾ ਬੰਦਾ ਕਈ ਵਾਰੀ ਇਹ ਚੀਜ਼ਾਂ ਦੇਣ ਦੀ ਬਜਾਏ ਉਹਨਾਂ ਕੋਲ ਐਡਵਾਂਟੇਜ ਵੀ ਟੇਕ ਕਰਦਾ ਹੈਗਾ। ਉਹ ਕਨਫਿਊਜ਼ਿੰਗ ਸਿਚੁਏਸ਼ਨ ਹੁੰਦੀ ਆ। ਇਹ ਤੁਸੀਂ ਦੇਖਿਆ ਹੋਊਗਾ, ਨੋਟ ਕੀਤਾ ਹੋਣਾ, ਅੱਜ ਕੱਲ ਜਦੋਂ ਤੁਸੀਂ ਆਪਣਾ ਕਿਸੇ ਨੂੰ ਨੈਗੇਟਿਵ ਪੁਆਇੰਟ ਦੱਸਿਆ ਨਹੀਂ, ਦੱਸੀ ਨਹੀਂ, ਅਗਲੇ ਨੇ ਐਡਵਾਂਟੇਜ ਤੁਹਾਡਾ ਲੈਣੇ ਲੈਣਾ। ਬਿਲਕੁਲ, ਆ ਤੁਹਾਨੂੰ ਸਹੀ ਪੁਆਇੰਟ ਦੱਸਦੇ ਆ ਕਿ ਕਈ ਵਾਰ ਤੁਹਾਡੀਆਂ ਜਿਹੜੀਆਂ ਪਰਸਨਲ ਗੱਲਾਂ ਹੈਗੀਆਂ ਤੁਸੀਂ ਆਪਣੇ ਦਾਇਰੇ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਤੁਹਾਡਾ ਐਡਵਾਂਟੇਜ ਟੇਕ ਕਰਦਾ ਹੈ। ਇਹੀ ਚੀਜ਼ ਮੈਂ ਤਾਂ ਕਹਿ ਰਿਹਾ ਸੀ ਕਿ ਜਦੋਂ ਅਸੀਂ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਬਹਿ ਕੇ, ਜਦੋਂ ਸਾਨੂੰ ਕਿਸੇ ਨੇ ਮੈਸੇਜ ਭੇਜਿਆ ਕਿ ਪ੍ਰੋਫੈਸ਼ਨਲਿਜ਼ਮ ਪਾਰਟੀਆਂ ਦੇ ਵਿੱਚ ਜਦੋਂ ਜਾਂ ਹੋਰ ਕਿੱਟੀ ਪਾਰਟੀਆਂ ਜੋ ਵੀ ਪਾਰਟੀਬਾਜ਼ੀ ਹੁੰਦੀ ਹੈ ਜਾਂ ਸਾਡਾ ਗਰੁੱਪ ਬਣਦਾ, ਤਾਂ ਸਾਨੂੰ ਨਹੀਂ ਪਤਾ ਕਿ ਵੀ ਅਸੀਂ ਜਦੋਂ ਅਸੀਂ ਗੱਲ ਕਰਦੇ ਭਾਵਕ ਹੋ ਜਾਂਦੇ ਆ, ਤਾਂ ਉਹਨਾਂ 10 ਬੰਦਿਆਂ ਦੇ ਵਿੱਚੋਂ 10 ਔਰਤਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਬੈਠਾ ਜਿਹੜਾ ਤੁਹਾਨੂੰ ਜੁੱਪਣ ਲਈ ਤਿਆਰ ਬੈਠਾ। ਬਹੁਤ ਕੁਝ ਰਮਨ ਜੀ, ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਕੁਝ। ਆਪਾਂ ਇਹਨੂੰ ਥੋੜਾ ਜਿਹਾ ਸਮੇਟੀਏ ਔਰ 2 ਮਿੰਟ ਦੇ ਵਿੱਚ ਇਹਨੂੰ ਤੁਸੀਂ ਸਮ ਅਪ ਕਰੋ ਔਰ ਤੁਸੀਂ ਇਹ ਦੱਸੋ ਕਿ ਕਿਵੇਂ ਆਪਾਂ ਬਚਿਆ ਜਾ ਸਕਦਾ ਹੈ। ਬਚਣ ਵਾਸਤੇ ਦੇਖੋ, ਫਿਰ ਮੈਂ ਉਹੀ ਗੱਲ ਕਹਿੰਨੀ ਆ ਕਿ ਸਾਨੂੰ ਆਪਣੇ ਖੁਦ ਦੀ ਜਾਬਤੇ ਦੀ ਜ਼ਰੂਰਤ ਹੈਗੀ ਆ ਜੀ। ਜੇਕਰ ਉਹੀ ਗੱਲ ਆ ਕਿ ਕੌਣ ਕਹਿੰਦਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਉੱਪਰ ਨਹੀਂ ਉੱਠ ਸਕਦੇ ਹੈਗੇ, ਉੱਠ ਸਕਦੇ ਹੈਗੇ ਆ। ਹਰੇਕ ਇਨਸਾਨ ਦੇ ਕੋਲ ਪਰਮਾਤਮਾ ਨੇ ਬੁੱਧੀ ਦਿੱਤੀ ਹੋਈ ਆ, ਉਹਨੂੰ ਵਰਤਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਆਪਣੇ ਦੇਖਦੇ ਆ ਕਿ ਵਧੀਆ ਸਮਾਜ ਦੀ ਸਿਰਜਣਾ ਕਰਨੀ ਹੈਗੀ ਆ, ਜੇਕਰ ਤੁਸੀਂ ਸੋਚਦੇ ਆ ਕਿ ਤੁਹਾਡੇ ਬੱਚੇ ਜਿਹੜੇ ਆ ਕਿ ਇਹ ਸਾਈਕਲ ਜਿਹੜਾ ਉਹਦੇ ਵਿੱਚ ਨਾ ਕੀ ਕਹਿੰਦੇ ਹੁੰਦੇ ਪੈਣ ਟਰੈਪ ਨਾ ਹੋ ਜਾਣ, ਹਨਾ, ਤੇ ਫਿਰ ਤੁਹਾਨੂੰ ਇਹ ਗੱਲਾਂ ਜਿਹੜੀਆਂ ਸੋਚਣੀਆਂ ਪੈਣੀਆਂ। ਕਿਉਂਕਿ ਜਿਹੜੀਆਂ ਤੁਸੀਂ ਸੁਸਾਇਟੀ ਜਿਹੜੀ ਆ ਨਾ, ਉਹਦੇ ਵਿੱਚ ਜਿਹੜੀਆਂ ਕਮੀਆਂ ਤਾਂ ਹੀ ਆਉਂਦੀਆਂ ਜਦੋਂ ਅਸੀਂ ਕਮਿਟਡ ਨਹੀਂ ਹੁੰਦੇ, ਅਸੀਂ ਡੈਡੀਕੇਟਡ ਨਹੀਂ ਹੁੰਦੇ ਹੈਗੇ, ਅਸੀਂ ਇਹ ਡੂੰਘੀ ਸੋਚ ਨਹੀਂ ਸੋਚਦੇ ਕਿ ਸਾਡਾ ਅੱਜ ਦਾ ਕੀਤਾ ਹੋਇਆ ਐਕਸ਼ਨ ਜਿਹੜਾ ਇਹ ਰਿਐਕਸ਼ਨ ਮੋਰੇ ਆਉਣਾ, ਸਾਡਾ ਜਿੱਦਾਂ ਦਾ ਬੀਜੋਗੇ ਉਦਾਂ ਦਾ ਕਰਮਾ ਸੰਦੜਾ ਖੇਤ ਆ। ਇਹ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਆ, ਚਾਹੇ ਤੁਸੀਂ ਅੱਜ ਮੁੜ ਲਓ ਚਾਹੇ ਕੱਲ ਮੁੜੋ, ਆਉਣਾ ਤੁਸੀਂ ਉੱਥੇ ਹੀ ਆ, ਉਸੇ ਜਗ੍ਹਾ ਤੇ ਆਉਣਾ। ਪੰਜਾਬੀ 'ਚ ਕਹਿੰਦੇ ਹੁੰਦੇ ਨਾ, ਮੱਛੀ ਹੈ ਜਿਹੜੀ ਉਹ ਪੱਥਰ ਚੱਟ ਕੇ ਆਊਗੀ, ਤੁਸੀਂ ਵਾਪਸ ਤੇ ਉਸੇ ਜਗ੍ਹਾ ਤੇ ਆਉਣਾ। ਜ਼ਰੂਰੀ ਆ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕ੍ਰੀਏਟ ਕਰਨੀਆਂ ਹੈਗੀਆਂ। ਹਾਂ, ਜੇਕਰ ਨਹੀਂ ਤੁਹਾਡੀ ਨਿਭਦੀ ਹੈਗੀ, ਤੁਸੀਂ ਦੂਰ ਹੋ ਜਾਓ, ਸੈਪਰੇਟ ਹੋ ਜਾਓ। ਪਰ ਇਹ ਜਿਹੜੀ ਹੈ ਨਾ, ਤੁਸੀਂ ਬਾਰ-ਬਾਰ ਆਪਣੇ ਸਰੀਰ ਨੂੰ ਕਿਸੇ ਦੇ ਕੋਲੋਂ ਯੂਜ਼ ਕਰਾਓ, ਇਹ ਤੁਹਾਡੇ ਆਪਣੇ ਨੁਮਾਇਸ਼ ਨਾ ਬਣਾਓ, ਇਹ ਤੁਹਾਡੇ ਆਪਣੇ ਹੱਥ ਵਾਸਿਆ। ਆਪਣੇ ਸਰੀਰ ਨੂੰ ਨੁਮਾਇਸ਼ ਨਾ ਕਰੋ। ਤੁਸੀਂ ਆਪਣੇ ਸਰੀਰ ਨੂੰ ਕਿਵੇਂ ਸਾਂਭਣਾ ਹੈਗਾ, ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈਗਾ, ਕਿਵੇਂ ਇਹਨੂੰ ਲੋਕ ਹੋਰ ਯੂਜ਼ ਨਾ ਕਰਨ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਔਰ ਆਪਣੀ ਇਮਾਨਦਾਰੀ ਜਿਹੜੀ ਆ ਉਹ ਆਪਣੀ ਕਾਇਮ ਰੱਖੋ। ਆਨੈਸਟੀ ਜਿਹੜੀ ਆ ਨਾ, ਤੁਹਾਨੂੰ ਸਕੂਨ ਦਿੰਦੀ ਆ। ਜੀ, ਬਹੁਤ-ਬਹੁਤ ਸ਼ੁਕਰੀਆ ਮੈਡਮ ਤੁਹਾਡਾ ਇਸ ਜਿਹੜਾ ਗੰਭੀਰ ਵਿਸ਼ੇ ਦੇ ਉੱਪਰ ਚਰਚਾ ਕੀਤੀ ਹੈ, ਜਿਹਦੇ ਉੱਪਰ ਅਸੀਂ ਸਮਝਦੇ ਹਾਂ ਕਿ ਸਾਡੀ ਖਾਸ ਕਰਕੇ ਕਮਿਊਨਿਟੀ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਉੱਪਰ ਪਰਦਾ ਪਾਇਆ ਜਾਂਦਾ ਵੀ ਤਾਂ ਕਿ ਵੀ ਸ਼ਾਂਤ ਚੁੱਪ ਰਹਿਣ। ਮੈਂ ਕਹਿੰਦਾ ਵੀ ਇਹਨਾਂ ਵਿਸ਼ਿਆਂ ਨੂੰ ਜੇ ਅਸੀਂ ਕਰਾਂਗੇ ਤਾਂ ਸ਼ਾਇਦ ਸਾਡੀ ਬਹੁਤ ਹੈ ਨਾ। ਮੈਂ ਇਹ ਜ਼ਰੂਰ ਗੱਲ ਕਹਿੰਦੀ ਹਾਂ ਕਿ ਇਹ ਜਿਹੜੇ ਨਾ ਨਿੱਕੀਆਂ ਗੱਲਾਂ ਵਾ, ਅਸੀਂ ਇਹਨਾਂ ਨੂੰ ਓਪਨਲੀ ਕਰਨ ਦੀ ਆਦਤ ਨਹੀਂ ਪਾਈ।
ਆਉਣ ਵਾਲੇ ਬਾਕੀ ਦੇ ਜਿਹੜੇ ਕਮਿਊਨਿਟੀ ਮੈਂ ਇੱਕ ਗੱਲ ਦੇਖੀ ਆ ਕਿ ਕੋਈ ਵੀ ਹੋਵੇ ਨਾ ਆਪਣਾ ਗੱਲਬਾਤ ਸਮਾਂ ਬਿਲਕੁਲ ਸਮਾਪਤੀ ਵੱਲ ਵੱਧ ਚੁੱਕਿਆ। ਆਪਾਂ ਆਉਣ ਵਾਲੇ ਦਿਨਾਂ 'ਚ ਫਿਰ ਚਰਚਾ ਕਰਾਂਗੇ ਔਰ ਇਸੇ ਤਰ੍ਹਾਂ ਦੇ ਵਿਸ਼ੇ ਦੇ ਉੱਪਰ ਅਸੀਂ ਤੁਹਾਨੂੰ ਫਿਰ ਅਸੀਂ ਸੱਦਾ ਪੱਤਰ ਦੇਵਾਂਗੇ। ਸ਼ੁਕਰੀਆ ਤੁਹਾਡਾ। ਔਰ ਇੱਕ ਗੱਲ ਹੋਰ ਮੈਂ ਇਜ਼ਾਫਾ ਕਰਨਾ ਚਾਹਣਾ, ਦਰਸ਼ਕਾਂ ਨੂੰ ਦੱਸਣਾ ਚਾਹਣਾ, ਜੇ ਕਿਤੇ ਐਕਸਟਰਾ ਮੈਰਿਟਲ ਅਫੇਅਰਸ ਦਾ ਜਾ ਕੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਪਾਰਟਨਰ ਹੈ, ਚਾਹੇ ਮਰਦ ਹੈ ਚਾਹੇ ਔਰਤ ਹੈ, ਜੇ ਕਿਸੇ ਇਹੋ ਜਿਹੇ ਸੰਕਟ ਦੇ ਵਿੱਚ ਜਾਂ ਇਹੋ ਜਿਹੇ ਟ੍ਰੈਪ ਦੇ ਵਿੱਚ ਉਲਝ ਚੁੱਕਿਆ, ਫਸ ਚੁੱਕਿਆ, ਤਾਂ ਉਸ ਨੂੰ ਮੌਕਾ ਦਿਓ, ਉਸ ਨੂੰ ਸੁਧਰਨ ਦਾ ਮੌਕਾ ਦਿਓ, ਗਲਤੀ ਨੂੰ ਮਾਫ ਕਰੋ। ਕਾਉਂਸਲਿੰਗ ਹੈਗੀ ਆ, ਕਾਉਂਸਲਿੰਗ ਕਰੋ। ਉਸ ਚੀਜ਼ ਦਾ ਖਲਾਰਾ ਨਾ ਪਾਇਆ ਜਾਵੇ। ਜੇ ਖਲਾਰਾ ਪਾਇਆ ਜਾਏਗਾ ਤਾਂ ਸ਼ਾਇਦ ਦੂਜੀ ਗੱਲ ਇੱਕ ਹੈਗੀ ਆ ਵੀ ਲੇਬਲ ਨਾ ਲਾਓ ਤੁਸੀਂ। ਜੇ ਕੋਈ ਗਲਤ ਰਸਤੇ ਤੁਰ ਗਿਆ ਨਾ, ਇੱਕ ਵਾਰ ਕਿ ਜਿੱਦਾਂ ਹੁਣ ਕੋਈ ਸ਼ਰਾਬੀ ਆ, ਉਹ ਸਦਾ ਵਾਸਤੇ ਸ਼ਰਾਬੀ ਬਣਾ ਦਿੱਤਾ ਜਾਂਦਾ, ਉਹਨੂੰ ਲੇਬਲ ਨਾ ਲਾਓ, ਉਹਨੂੰ ਤੁਸੀਂ ਮਾਫ ਕਰਕੇ ਕਰੈਕਟ ਕਰਨ ਦੀ ਕੋਸ਼ਿਸ਼ ਕਰੋ। ਦੀ ਗੱਲ ਕਰੋ। ਸੋ ਅਸੀਂ ਬੜਾ ਸਮਾਂ ਅੱਗੇ ਲੰਘ ਚੁੱਕਿਆ ਔਰ 1-2 ਮਿੰਟ ਅਸੀਂ ਲੇਟ ਹਾਂ। ਸੋ ਅਸੀਂ ਅੱਜ ਦੀ ਇਸੇ ਕਨਕਲੂਜਨ ਦੇ ਨਾਲ, ਸਿੱਟੇ ਦੇ ਨਾਲ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਗੰਭੀਰ ਮੁੱਦਿਆਂ ਉੱਪਰ, ਵਿਸ਼ਿਆਂ ਉੱਪਰ ਚਰਚਾ ਕਰਾਂਗੇ। ਔਰ ਤੁਹਾਡਾ ਸ਼ੁਕਰੀਆ, ਤੁਸੀਂ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ ਔਰ ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹੋ। ਦੇਖਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਔਰ ਵਿਜ਼ਨ ਪੰਜਾਬ ਟੀਵੀ ਵੀ ਜ਼ਰੂਰ ਦੇਖਿਆ ਕਰੋ। ਨਾਲ ਦੀ ਨਾਲ ਜਿੰਨੇ ਪ੍ਰੋਗਰਾਮ ਭਾਰਤ ਤੋਂ, ਚਾਹੇ ਕੈਨੇਡਾ ਤੋਂ ਪੇਸ਼ ਕੀਤੇ ਜਾਂਦੇ ਜਾਂ ਹੋਰ ਸਟੂਡੀਓਜ਼ ਤੋਂ ਪੇਸ਼ ਕੀਤੇ ਜਾਂਦੇ, ਸਾਰੇ ਪ੍ਰੋਗਰਾਮਸ ਨੂੰ ਜ਼ਰੂਰ ਵਾਚ ਕਰਿਆ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। 905 790 9099 ਸਟੂਡੀਓ ਦਾ ਨੰਬਰ ਹੈ। ਇਸੇ ਦੇ ਨਾਲ ਹੀ ਅਸੀਂ ਅੱਜ ਦੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੀਂ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਸ਼ਬਾ।